तो संतां ने गुरमुख सिंह नूं कहा भी इन्हां नूं हथियार दिओ। ਉਹ ਗੁਰਮੁਖ ਸਿੰਘ ਨੇ ਸਾਨੂੰ ਇੱਕ ਥਾਮਸਨ ਗਨ, ਇੱਕ ਝੋਲਾ ਰੌਂਦਾਂ ਦਾ ਭਰਿਆ ਹੋਇਆ ਉਹ ਸਾਨੂੰ ਦੇ ਦਿੱਤਾ। ਅਕਾਲ ਤਖ਼ਤ ਦੇ ਸਾਹਮਣੇ ਆ ਕੇ ਵੀ ਉਹਨਾਂ ਨੇ ਕਾਫੀ ਗੱਲਾਂ ਕੀਤੀਆਂ, ਕਹਿਣ ਲੱਗੇ ਗੋਲੀ ਨਹੀਂ ਵੱਜਦੀ ਹੁੰਦੀ ਅਤੇ ਜੇ ਸ਼ਹੀਦੀ ਹੋਣੀ ਹੈ ਅਤੇ ਇਹੋ ਜਿਹੀ ਵਧੀਆ ਜਗ੍ਹਾ ਸ਼ਹੀਦ ਹੋਣ ਵਾਸਤੇ ਸਿੱਖ ਨੂੰ ਮਿਲ ਨਹੀਂ ਸਕਦੀ। ਦਰਬਾਰ ਸਾਹਿਬ ਦੇ ਵਿੱਚ ਕਿੰਨੇ ਸਿੱਖ ਹੈਗੇ ਸੀ ਜਿਨ੍ਹਾਂ ਨੇ ਮੋਰਚਾ ਲਗਾਇਆ ਹੋਇਆ ਸੀ? ਕਿੰਨੇ ਸਾਲ ਦੇ ਨੌਜਵਾਨ ਹੈਗੇ ਸੀ ਉੱਥੇ? 15-20 ਮੋਰਚੇ ਦਾ ਅਕਾਲ ਤਖ਼ਤ ਤੇ ਅਕਾਲ ਤਖ਼ਤ ਦੇ ਪਿਛਲੇ ਪਾਸੇ ਅਤੇ ਅਕਾਲ ਤਖ਼ਤ ਦੇ ਨਾਲ ਹੀ ਸਨ। ਅਤੇ ਜਦੋਂ ਅਕਾਲ ਤਖ਼ਤ ਤੋਂ ਆਪਾਂ ਇੱਧਰ ਨੂੰ ਆਈਏ ਘੰਟਾ ਘਰ ਵਾਲੇ ਪਾਸੇ 5-6 ਮੋਰਚੇ ਇੱਧਰ ਵੀ ਸਨ। ਘੰਟਾ ਘਰ ਵਾਲੇ ਪਾਸੇ ਉੱਪਰ ਵੀ ਮੋਰਚਾ ਸੀ, ਥੱਲੇ ਵੀ ਮੋਰਚਾ ਸੀ। ਮਤਲਬ ਇਸ ਤਰ੍ਹਾਂ ਜੇ ਆਪਾਂ ਗਿਣਨ ਲੱਗੀਏ ਅਤੇ 100 ਕੁ ਮੋਰਚਾ ਬਣ ਜਾਊਗਾ। ਅਤੇ ਸਿੰਘ ਜਿਹੜੇ ਇੱਕ ਮੋਰਚੇ ਦੇ ਵਿੱਚ 2-2 3-3 ਸਿੰਘ ਹੋਣਗੇ। ਸ਼ਹੀਦੀਆਂ ਪਾਉਣੀਆਂ ਨੇ, ਹੱਥ ਨਹੀਂ ਖੜੇ ਕਰਨੇ ਕਿਸੇ ਨੇ। ਇਸ ਚੀਜ਼ ਵਾਸਤੇ ਸਾਰਿਆਂ ਨੂੰ ਪੱਕੇ ਕਰ ਰਹੇ ਸੀ, ਕਿਸੇ ਨੇ ਹੱਥ ਨਹੀਂ ਖੜੇ ਕਰਨੇ, ਸਾਰਿਆਂ ਨੇ ਸ਼ਹੀਦੀਆਂ ਪਾਉਣੀਆਂ। ਅਤੇ ਸਾਰੇ ਇਹ ਕਹਿ ਰਹੇ ਸੀ ਵੀ ਠੀਕ ਆ, ਅਸੀਂ ਸ਼ਹੀਦੀਆਂ ਪਾਉਣ ਨੂੰ ਤਿਆਰ। ਨਾਲ ਮੇਰੇ ਕੋਲ ਕਿਸੇ ਨੇ ਹੱਥ ਖੜੇ ਵੀ ਨਹੀਂ ਕੀਤੇ। ਲੜਨ ਵਾਲਿਆਂ ਤੋਂ ਕਿਸੇ ਨੇ ਹੱਥ ਨਹੀਂ ਖੜੇ ਕੀਤੇ। ਹੱਥ ਖੜੇ ਕੀਤੇ ਨੇ ਅਤੇ ਅਕਾਲੀ ਲੀਡਰਾਂ ਨੇ ਕੀਤੇ ਨੇ। ਟੌੜਾ ਸੀ, ਲੌਂਗੋਵਾਲ ਸੀ, ਰਾਮੂਵਾਲੀਆ ਸੀ, ਬੀਬੀ ਅਮਰਜੀਤ ਕੌਰ ਸੀ, ਇਹਨਾਂ ਨੇ ਹੱਥ ਖੜੇ ਕੀਤੇ ਨੇ। ਉੱਧਰੋਂ ਜਦੋਂ ਬੈਠੇ ਨੇ। ਕੀ ਉਹਨਾਂ ਨੇ ਕਦੀ ਸੋਚਿਆ ਸੀ ਵੀ ਸਰੈਂਡਰ ਕਰੋਗੇ ਜਾਂ ਇੰਦਰਾ ਗਾਂਧੀ ਨੂੰ ਜਿਹੜੇ ਉਹਨਾਂ ਦੇ ਸਵਾਲ ਸੀ ਜਾਂ ਜਿਹੜੀ ਉਹਨਾਂ ਦੀ ਸ਼ਰਤਾਂ ਹੈਗੀਆਂ ਸੀ ਉਹਨਾਂ ਤੱਕ ਪਹੁੰਚੀਆਂ ਸੀ? ਕਿਉਂਕਿ ਇੰਦਰਾ ਗਾਂਧੀ ਦੇ ਦਿਮਾਗ 'ਤੇ ਜਿਹੜੀ ਬੰਗਲਾਦੇਸ਼ ਦੀ ਜਿਹੜੀ ਵਾਰ ਦੀ ਇਹਦੀ ਜਿੱਤ ਸੀ ਨਾ, ਅਤੇ 90,000 92,000 ਜਿਹੜੇ ਫੌਜੀਆਂ ਨੇ ਸਰੈਂਡਰ ਕੀਤਾ ਸੀ। ਉਸ ਤੋਂ ਬਾਅਦ ਫਿਰ ਇਹਨੂੰ ਹਿੰਦੂ ਵਰਲਡ ਜਿਹੜਾ ਹਿੰਦੁਸਤਾਨ ਦਾ, ਉਹ ਤਾਂ ਇਹਨੂੰ ਦੁਰਗਾ ਮਾਤਾ ਸਮਝਣ ਲੱਗ ਪਿਆ ਸੀ। ਅਤੇ ਜਦੋਂ ਕੋਈ ਦੁਰਗਾ ਮਾਤਾ ਉਹਦੇ ਦਿਮਾਗ ਦੇ ਵਿੱਚ ਇੰਨੀ ਵੱਡੀ ਚੜ੍ਹ ਗਈ ਵੀ ਮੇਰੇ ਸਾਹਮਣੇ ਹੁਣ ਕੋਈ ਬੋਲ ਹੀ ਨਹੀਂ ਸਕਦਾ। ਅਤੇ ਜੇ ਉਹਨੂੰ ਇਹ ਲੱਗਦਾ ਸੀ ਵੀ ਕੋਈ ਸੰਤ ਜਰਨੈਲ ਸਿੰਘ ਵਰਗਾ ਜਾਂ ਕੋਈ ਹੋਰ ਬੰਦਾ ਅਕਾਲੀ ਜਾਂ ਜਾਂ ਇਹਨਾਂ ਦਾ ਅਕਾਲ ਤਖ਼ਤ, ਕਿਉਂਕਿ ਹਮੇਸ਼ਾ ਅਕਾਲ ਤਖ਼ਤ 'ਤੇ ਮੋਰਚਾ ਲਾਉਂਦੇ ਨੇ, ਇਸ ਵਾਸਤੇ ਉਹਦੀ ਜਿਹੜੀ ਨਿਸ਼ਾਨਾ ਸੀ ਉਹ ਅਕਾਲ ਤਖ਼ਤ ਹੀ ਸੀ ਵੀ ਇਹਨਾਂ ਦੇ ਸਿੱਖਾਂ ਦਾ ਅਕਾਲ ਤਖ਼ਤ ਖਤਮ ਕਰ ਦਿੱਤਾ ਜਾਵੇ ਜਾਂ ਅਕਾਲ ਤਖ਼ਤ ਤੋਂ ਇਹਨਾਂ ਨੂੰ ਸੰਤਾਂ ਨੂੰ ਸਰੈਂਡਰ ਕਰਾਇਆ ਜਾਵੇ। ਮਤਲਬ ਅਕਾਲ ਤਖ਼ਤ ਦੀ ਜਿਹੜੀ ਇੰਸਟੀਟਿਊਸ਼ਨ ਉਹਦੀ ਇੰਪੋਰਟੈਂਸ ਸਿੱਖਾਂ ਦੇ ਦਿਮਾਗ 'ਚੋਂ ਖਤਮ ਕੀਤੀ ਜਾਵੇ। ਉਸ ਤੋਂ ਬਾਅਦ ਸਿੱਖ ਕੌਮ ਜਿਹੜੀ ਖਤਮ ਹੋ ਸਕਦੀ। ਸਾਰੇ ਇਹੀ ਕਹਿੰਦੇ ਸੀ ਵੀ ਇਹਨਾਂ ਦਾ ਸੈਂਟਰ ਹੈ ਜਿਹੜਾ ਉਹ ਦਰਬਾਰ ਸਾਹਿਬ ਹੈ ਅਤੇ ਅਕਾਲ ਤਖ਼ਤ ਹੈ। ਜੇ ਇਹਨਾਂ ਦਾ ਇਹ ਖਤਮ ਕਰ ਦਿਓ ਤਾਂ ਇਹ ਤਾਕਤ ਇੱਥੋਂ ਲੈਂਦੇ ਨੇ। ਉਹੀ ਜਿਹੜਾ ਇਤਿਹਾਸ ਹੈ ਉਹ ਇੰਦਰਾ ਗਾਂਧੀ ਨੂੰ ਪੜ੍ਹ ਕੇ ਸੁਣਾਇਆ ਜਾਂਦਾ ਸੀ ਵੀ ਇਹ ਜਿਹੜੇ ਤਾਕਤ ਹੈ ਉਹ ਅਕਾਲ ਤਖ਼ਤ ਤੋਂ ਲੈਂਦੇ ਨੇ, ਦਰਬਾਰ ਸਾਹਿਬ ਤੋਂ ਲੈਂਦੇ ਨੇ। ਅਤੇ ਉਹਨੂੰ ਇਹ ਸੀ ਮੈਂ ਐਡੀ ਵੱਡੀ ਤਾਕਤ ਨੂੰ ਪਹਿਲਾਂ ਸਰੈਂਡਰ ਕਰਾ ਲਿਆ ਅਤੇ ਇਹਨਾਂ ਨੂੰ ਸਰੈਂਡਰ ਕਰਾ ਕੇ ਉਸ ਤੋਂ ਬਾਅਦ ਇੰਪੋਰਟੈਂਸ ਖਤਮ ਕਰਾਂਗੇ ਅਤੇ ਸਿੱਖਾਂ ਨੂੰ ਮਤਲਬ ਹਿੰਦੂ ਹੀ ਇੱਕ ਕਿਸਮ ਦਾ ਬਣਾ ਲਵਾਂਗੇ। ਹਿੰਦੂਇਜ਼ਮ ਦੇ ਵਿੱਚ ਹੀ ਐਂਟਰ ਕਰ ਲਵਾਂਗੇ, ਜਿਸ ਤਰ੍ਹਾਂ ਬੁੱਧਿਜ਼ਮ ਨੂੰ ਕੀਤਾ ਜਾਂ ਜੈਨਿਜ਼ਮ ਨੂੰ ਕੀਤਾ ਜਾਂ ਹੋਰ ਧਰਮਾਂ ਨੂੰ ਕੀਤਾ ਇਹਨਾਂ ਨੇ। ਇੱਕ ਹੰਕਾਰ ਦੇ ਪਿੱਛੋਂ ਇਹ ਇੰਦਰਾ ਗਾਂਧੀ ਨੇ ਅਟੈਕ ਕਰਵਾਇਆ ਕਿ ਉਹਨਾਂ ਨੂੰ ਇਹੀ ਹੁੰਦਾ ਸੀ ਕਿ ਕਿਤੇ ਸਿੱਖ ਜਿਹੜੇ ਹੈਗੇ ਨਾ ਸਿਰ ਨਾ ਚੁੱਕਣ ਦੁਬਾਰਾ, ਇਹ ਆਪਣਾ ਹੱਕ ਨਾ ਮੰਨਣ, ਤਾਂ ਅਟੈਕ ਕਰਵਾਇਆ। ਉਹ ਸਰਦਾਰ ਕਪੂਰ ਸਿੰਘ ਉਹਨਾਂ ਨੇ ਬੜਾ ਵਧੀਆ ਇੱਕ ਥਾਂ 'ਤੇ ਲਿਖਿਆ ਵੀ ਇੱਕ ਜੂਲਾ ਲਾ ਦਿਓ ਇਹਨਾਂ ਦੇ ਧੌਣ ਤੋਂ ਅਤੇ ਦੂਜੇ ਜੂਲੇ ਵਾਸਤੇ ਸਿਰ ਆਪ ਹੀ ਅੱਗੇ ਡਾਹ ਦਿੰਦੇ ਨੇ, ਸਾਡੇ ਉੱਤੇ ਜੂਲਾ ਰੱਖਦੇ। ਤਾਂ ਸਾਡੇ ਤਾਂ ਇਹ ਹਾਲ ਹੈ ਵੀ ਜੇ ਅੰਗਰੇਜ਼ਾਂ ਦਾ ਜੂਲਾ ਲੱਥਾ ਅਤੇ ਅਸੀਂ ਹਿੰਦੂਆਂ ਦਾ ਜੂਲਾ ਆਪਦੇ ਸਿਰ 'ਤੇ ਰਖਾ ਲਿਆ। ਅਤੇ ਜੇ ਹਿੰਦੂਆਂ ਦਾ ਲੱਥਾ ਅਤੇ ਉਸ ਤੋਂ ਬਾਅਦ ਹੋਰ ਕੋਈ ਤਿਆਰੀ ਕਰ ਲਾਂਗੇ, ਅਸੀਂ ਆਪ 'ਚ ਲੜੀ ਜਾਣਾ ਆਪ। ਸਾਨੂੰ ਪਤਾ ਹੀ ਨਹੀਂ ਹੈ ਵੀ ਸਾਨੂੰ ਮਹਾਰਾਜ ਰਾਜ ਦੇ ਕੇ ਗਏ ਨੇ, ਸਾਡਾ ਰਾਜ ਹੱਕ ਹੈ ਅਤੇ ਅਸੀਂ ਰਾਜ ਕਿਸ ਤਰ੍ਹਾਂ ਕਰਨਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਅਨੰਦਪੁਰ ਦਾ ਮਤਾ ਜਿਹੜਾ ਹੈਗਾ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਲਾਗੂ ਕਰਵਾ ਦੇਣ। ਇਹ ਗੱਲ ਇੰਦਰਾ ਗਾਂਧੀ ਕੋਲ ਪਹੁੰਚੀ ਸੀ ਕਿ ਇਸ ਗੱਲ ਉੱਤੇ ਸਮਝੌਤਾ ਹੋ ਸਕਦਾ ਸੀ? ਹਾਂ, ਇਸ ਗੱਲ ਉੱਤੇ ਸਮਝੌਤਾ ਹੋ ਸਕਦਾ ਸੀ, ਲੇਕਿਨ ਜੇ ਇਸ ਗੱਲ ਉੱਤੇ ਸਮਝੌਤਾ ਹੋ ਜਾਂਦਾ ਅਤੇ ਫਿਰ ਕਿਉਂਕਿ ਬਾਦਲ ਸਾਹਿਬ ਇਹ ਸਮਝਦੇ ਸੀ ਵੀ ਫਿਰ ਚੀਫ ਮਿਨਿਸਟਰੀ ਜਿਹੜੀ ਪੰਜਾਬ ਦੀ ਉਹ ਟੌੜੇ ਦੇ ਹੱਥ ਚਲੀ ਜਾਊਗੀ, ਬਾਦਲ ਨੂੰ ਕਿਹਨੇ ਚੀਫ ਮਿਨਿਸਟਰੀ ਬਣਾਉਣਾ, ਕਿਉਂਕਿ ਉਸ ਮੂਵਮੈਂਟ ਦੇ ਵਿੱਚ ਟੌੜੇ ਦਾ ਮੇਨ ਰੋਲ ਸੀ ਸੰਤਾਂ ਦੇ ਨਾਲ। ਬਾਦਲ ਨੂੰ ਸੰਤ ਨਫ਼ਰਤ ਕਰਦੇ ਸੀ ਇਸ ਵਾਸਤੇ ਕਿਉਂਕਿ ਇਹਨੇ ਨਿਰੰਕਾਰੀਆਂ ਵੇਲੇ ਮਤਲਬ ਬਹੁਤ ਮਾੜਾ ਰੋਲ ਇਹਨੇ ਪਲੇ ਕੀਤਾ ਹੈ। ਕਈ ਤਾਂ ਇਹ ਵੀ ਕਹਿੰਦੇ ਨੇ ਵੀ ਉਹ ਜਿਹੜਾ ਗੁਰਬਚਨਾਂ ਸੀ ਉਹਨੂੰ ਕੱਢਣ ਦੇ ਵਿੱਚ ਇਹਨੇ ਆਪਦੀ ਕਾਰ ਦਿੱਤੀ। ਸ਼ਾਇਦ ਸੈਂਟਰ ਤੋਂ ਹੀ ਮਾੜੀ ਮੋਟੀ ਉਹਨੂੰ ਹਾਂ ਭਰੀ ਹੋਈ ਇੰਦਰਾ ਗਾਂਧੀ ਉਹਨਾਂ ਨੇ, ਜੇ ਤੁਸੀਂ ਇਸ ਤਰੀਕੇ ਨਾਲ ਜੇ ਉੱਥੋਂ ਸਰੈਂਡਰ ਕਰਾ ਦਿਓ ਸੰਤਾਂ ਨੂੰ ਅਤੇ ਫਿਰ ਅਸੀਂ ਤੁਹਾਨੂੰ ਚੀਫ ਮਿਨਿਸਟਰ ਬਣਾਵਾਂਗੇ, ਬਾਦਲ ਨੂੰ ਨਹੀਂ ਬਣਾਉਂਦੇ। ਇਸ ਤਰ੍ਹਾਂ ਦੀ ਗੱਲ ਹੈ ਸੀ ਅਤੇ ਇੰਦਰਾ ਗਾਂਧੀ ਮੰਨਣ ਨੂੰ ਤਿਆਰ ਸੀ, ਅਨੰਦਪੁਰ ਦਾ ਮਤਾ ਵੀ ਮੰਨਣ ਨੂੰ ਤਿਆਰ ਸੀ। ਜੇ ਅਕਾਲੀਆਂ ਨਾਲ ਸਮਝੌਤਾ ਹੋ ਜਾਵੇ ਪਰ ਹੋਵੇ ਅਨੰਦਪੁਰ ਸਾਹਿਬ ਦੇ ਮਤੇ 'ਤੇ, ਉਸ ਤੋਂ ਘੱਟ ਨਹੀਂ। ਜੇ ਉਸ ਤੋਂ ਘੱਟ ਹੋਇਆ ਤਾਂ ਮੈਂ ਨਹੀਂ ਮੰਨਣਾ। ਜੇ ਅਨੰਦਪੁਰ ਸਾਹਿਬ ਦੇ ਮਤੇ 'ਤੇ ਇੰਦਰਾ ਗਾਂਧੀ ਮੋਹਰ ਲਾ ਦਿੰਦੀ ਹੈ ਅਤੇ ਮੈਂ ਇੱਥੋਂ
ਆਪਦਾ ਸਾਰਾ ਕੁਝ ਲੈ ਕੇ ਚਲਾ ਜਾਊਂਗਾ, ਮੈਂ ਧਰਮ ਪ੍ਰਚਾਰ ਕਰੂੰ। ਉਹਨਾਂ ਦਾ ਇਹ ਸੀ, ਲੇਕਿਨ ਉਹ ਕਿਉਂ ਨਹੀਂ ਉਹ ਗੱਲ ਸਿਰੇ ਚੜੀ, ਕਿਉਂ ਉੱਥੇ ਤੱਕ ਪਹੁੰਚਣ ਨਹੀਂ ਦਿੱਤੀ। ਪਹੁੰਚ ਤਾਂ ਸ਼ਾਇਦ ਗਈ ਹੋਣੀ ਹੈ, ਪਰ ਇਹਨਾਂ ਨੇ ਬਾਦਲ ਬੜਾ ਮਤਲਬ ਰਾਜ ਕਰਨ ਦੇ ਮਾਮਲੇ 'ਚ ਬਹੁਤ ਮਤਲਬ ਘਟੀਆਪਣ ਤੱਕ ਮਤਲਬ ਜਾ ਸਕਦਾ। ਮੈਨੂੰ 85 'ਚ ਮਿਲਦਾ ਰਿਹਾ ਬਾਦਲ, ਜਦੋਂ ਮੈਂ ਆਪਰੇਸ਼ਨ ਦੂਸਰਾ ਤੋਂ ਨਿਕਲ ਕੇ ਆਇਆ, ਤੇ ਮੇਰੇ ਸਾਹਮਣੇ ਹੀ ਉਦੋਂ ਇਹਨੇ ਕਦੇ ਮੇਰੇ ਕੋਲ ਇਹ ਗੱਲ ਨਹੀਂ ਸੀ ਕੀਤੀ ਵੀ ਸਰਕਾਰ ਨੇ ਮਾੜਾ ਕੀਤਾ ਹੋਵੇ, ਅਕਾਲ ਤਖਤ ਦਾ ਪਾਟ ਹੈ ਜਾਂ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੈ, ਕਦੇ ਨਹੀਂ ਸੀ ਕੀਤੀ। ਮੇਰੇ ਖਿਆਲ ਮੈਨੂੰ ਇਹ 10 ਵਾਰ ਮਿਲਿਆ ਵਾ ਘੱਟ ਤੋਂ ਘੱਟ। ਇਹ ਐਂ ਲੱਗਦਾ ਸੀ ਜੇ ਇਹਨੇ ਆਪ ਹੀ ਕਰਾਇਆ ਹੁੰਦਾ ਆਪਰੇਸ਼ਨ, ਵੀ ਸਰਕਾਰ ਦੇ ਨਾਲ ਰਲ ਕੇ ਇਹਨੇ ਹੀ ਕਰਾਇਆ। ਜਿਹੜਾ ਹੁਣ ਵੀ ਇਹ ਕਹਿ ਰਿਹਾ ਆਪਰੇਸ਼ਨ ਤੋਂ ਬਾਅਦ ਵੀ ਇਹ ਰਿਗਰੈਟ ਨਹੀਂ ਕਰ ਰਿਹਾ, ਜਾਂ ਮਤਲਬ ਕੌਮ ਦੇ ਹੱਕ 'ਚ ਕੋਈ ਗੱਲ ਨਹੀਂ ਕਰ ਰਿਹਾ, ਇਹੀ ਕਰ ਰਿਹਾ ਵੀ ਮਤਲਬ ਇਹ ਲੋਕ ਕੰਮਾਂ ਨਾਲ ਬੱਝੇ ਹੋਏ ਨੇ, ਤੇ ਕੰਮਾਂ ਨਾਲ ਬੱਝੇ ਹੋਏ ਤੇ ਫਿਰ ਉਹ ਆਪਦੀ ਰਾਜ ਰੂਜ ਉਹਨੇ ਲੈ ਕੇ ਕਰ ਲਿਆ ਜਿਹੜਾ ਕੋਈ ਕਰਨਾ। ਸੰਤਾਂ ਨੂੰ ਮਰਵਾਤਾ, ਥੋੜਾ ਉਹ ਮਰ ਗਿਆ ਵਿਚਾਰਾ, ਤੇ ਮਗਰੋਂ ਹੁਣ ਠੀਕ ਹੈ, ਹੁਣ ਆਪਦੇ ਮੁੰਡੇ ਨੂੰ ਬਣਾਈ ਜਾਂਦਾ। ਆਪਦੇ ਮੁੰਡੇ ਨੂੰ ਕੀ ਬਣਾਇਆ, ਜਿੰਨੇ ਰਿਸ਼ਤੇਦਾਰ ਸੀ, ਕੋਈ ਸੈਂਟਰ 'ਚ ਮਿਨਿਸਟਰ ਹੈ, ਕੋਈ ਇੱਥੇ ਮਿਨਿਸਟਰ ਨੇ, ਮਤਲਬ ਉਹਦੇ ਕੰਮ ਸੂਤ ਆਇਆ ਹੋਇਆ ਹੈ ਸਾਰਾ। ਫਿਰ ਇਸ 'ਚ ਮਸੰਜਰ ਕੌਣ ਸੀ? ਸੰਤ ਭਿੰਡਰਾਂਵਾਲੇ ਦੀ ਗੱਲਬਾਤ ਜੋ ਹੈ ਉਹ ਇੰਦਰਾ ਗਾਂਧੀ ਤੱਕ ਪਹੁੰਚਾਉਂਦਾ ਕੌਣ ਸੀ? ਕਿ ਉਹਨਾਂ ਦੀ ਗੱਲਾਂ ਸਾਰੀਆਂ ਸਹੀ ਪਹੁੰਚਾਈਆਂ ਗਈਆਂ ਨੇ ਇੰਦਰਾ ਗਾਂਧੀ ਕੋਲ? ਇਹ ਵੀ ਮੇਰਾ ਖਿਆਲ ਹੈ ਵਿੱਚ ਵਿਚੋਲੇ ਸੀਗੇ ਦੋਵੇਂ ਜਣੇ, ਕੈਪਟਨ ਸਾਹਿਬ ਤੇ ਰਵਿੰਦਰ, ਇਹਨਾਂ ਦੇ ਥਰੂ ਵੀ ਗੱਲ ਉਹਨਾਂ ਨੂੰ ਇੰਦਰਾ ਗਾਂਧੀ ਕੋਲ ਪਹੁੰਚੀ ਹੋਣੀ ਗੱਲ। ਕਿ ਦਿੱਲੀ में एंटी पंजाब लॉबी जो है वो बहुत स्ट्रॉन्ग है। अगर कोई भी कोई सिखों के बारे में या पंजाब के भलाई के बारे में कोई बात करनी चाहता है तो वो लॉबी इतनी स्ट्रॉन्ग है कि वो पंजाब का भला होने नहीं देती। सिखा नूं छड्डो, तुसीं सारे अकाली शामिल सन, बलवंत सिंह, बरनाला, बादल, लौंगोवाल, ये तो मेन सन ना चारे ਜਿਹੜੇ ਕਹਿੰਦੇ ਸੀ ਅਟੈਕ ਹੋਣਾ ਚਾਹੀਦਾ ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ, ਕਿਉਂਕਿ ਇੰਨੇ ਜ਼ਿਆਦਾ ਦਹਿਸ਼ਤ ਇਹਨਾਂ ਨੇ ਸੰਤ ਜਰਨੈਲ ਸਿੰਘ ਬਾਰੇ ਹੋ ਗਈ ਸੀ। ਜੇ ਸੰਤ ਜਰਨੈਲ ਸਿੰਘ ਜਿਉਂਦਾ ਰਹਿ ਗਿਆ ਤੇ ਫਿਰ ਸਾਨੂੰ ਕਿਸੇ ਨੇ ਪੁੱਛਣਾ। ਹੋਰ ਸੇ ਮਤਾ ਪਾਸ ਕੀਤਾ ਵੀ ਸੰਤ ਜਰਨੈਲ ਸਿੰਘ ਨੂੰ ਅਕਾਲ ਤਖਤ ਦਾ ਜਥੇਦਾਰ ਬਣਾ ਦਿੱਤਾ ਜਾਏ। ਉੱਥੋਂ ਜਿਹੜੀ ਸਾਰੀ ਇਹਨਾਂ ਦੇ ਅਕਾਲੀਆਂ ਨੂੰ ਮਿਰਚਾਂ ਲੱਗੀਆਂ ਵੀ ਜੇ ਇਹ ਅਕਾਲ ਤਖਤ ਦਾ ਜਥੇਦਾਰ ਜਰਨੈਲ ਸਿੰਘ ਬਣ ਗਿਆ ਤੇ ਫਿਰ ਸਾਡੀ ਇੱਥੇ ਕੋਈ ਜਗ੍ਹਾ ਨਹੀਂ ਅਕਾਲੀ ਪੋਲੀਟਿਕਸ ਦੇ ਵਿੱਚ। ਇਸ ਵਾਸਤੇ ਛੇਤੀ ਤੋਂ ਛੇਤੀ ਸੰਤ ਜਰਨੈਲ ਸਿੰਘ ਨੂੰ ਮਰਾਉਣਾ ਚਾਹੀਦਾ ਹੈ। ਫਿਰ ਉਸ ਮੋਰਚੇ ਵਿੱਚ ਤੁਸੀਂ ਵੀ ਹੈਗੇ ਸੀ, ਅੰਦਰ ਕਿਸ ਤਰੀਕੇ ਦਾ ਮਾਹੌਲ ਹੈਗਾ ਸੀ? ਜੇ 6 ਜੂਨ ਦੀ ਗੱਲ ਕਰੀਏ, ਜਦੋਂ ਅਟੈਕ ਹੁੰਦਾ ਹਰਿਮੰਦਰ ਸਾਹਿਬ ਤੇ, ਉਹ ਤੁਸੀਂ ਹਰਿਮੰਦਰ ਸਾਹਿਬ ਤੋਂ ਬਾਅਦ ਕਿਵੇਂ ਆਏ ਉੱਥੇ, ਜੇ ਤੁਸੀਂ ਮੋਰਚੇ ਤੇ ਹੈਗੇ ਸੀ ਤਾਂ? ਉੱਥੇ ਅਟੈਕ ਹੁੰਦਾ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ਼ਹੀਦ ਹੋ ਜਾਂਦੇ ਨੇ, ਉਸ ਤੋਂ ਬਾਅਦ ਕੀ ਉਹਨਾਂ ਦਾ ਪੋਸਟਮਾਰਟਮ ਹੁੰਦਾ ਔਰ ਉਹਨਾਂ ਦੀ ਦੇਹ ਦਾ ਸੰਸਕਾਰ ਕੌਣ ਕਰਦਾ ਹੈ? ਕਈ ਜਿਉਂਦੀ ਲੈ ਗਏ ਉੱਥੇ ਪੋਸਟਮਾਰਟਮ ਕਰਾਉਣ ਵਾਸਤੇ, ਉਹ ਵਿਚਾਰੇ ਡਾਕਟਰ ਨੇ ਕਿਹਾ ਵੀ ਇਹ ਤਾਂ ਜਿਉਂਦਾ ਹੀ ਹੈ। ਉਹ ਫਿਰ ਕਹਿਣ ਲੱਗੇ ਚਲੋ ਅਸੀਂ ਮਾਰ ਕੇ ਲੈ ਆਉਣੇ। ਇਹ ਹਾਲ ਸੀ, ਬਾਹਰ ਆ ਕੇ ਗੋਲੀ ਮਾਰੀ ਫੇਰ ਲੈ ਗਏ। ਮਤਲਬ ਇਸ ਤਰ੍ਹਾਂ ਦਾ ਹਾਲ ਚਾਲ ਉੱਥੇ। ਪਤਾ ਨਹੀਂ ਕਿੰਨੇ ਕੁ ਬੰਦੇ ਮਾਰੇ ਨੇ, ਕਿਸ ਤਰ੍ਹਾਂ ਮਾਰੇ ਨੇ, ਕੀ ਕੀਤਾ ਕੀ ਨਹੀਂ ਕੀਤਾ। ਜੂਨ ਦਾ ਮਹੀਨਾ ਤੇ ਸਿਖਰ ਦੁਪਹਿਰੇ ਜਿਸ ਤਰੀਕੇ ਨਾਲ ਜੂਨ ਦੇ ਮਹੀਨੇ ਦੇ ਵਿੱਚ ਅੱਜ ਤੋਂ 36 ਸਾਲ ਪਹਿਲਾਂ ਹਰਿਮੰਦਰ ਸਾਹਿਬ ਦੇ ਵਿੱਚ ਮੋਰਚੇ ਲਗਾਏ ਜਾਂਦੇ ਨੇ। ਆਪਾਂ ਸਭ ਨੂੰ ਯਾਦ ਹੀ ਹੈ ਕਿ ਸਿੱਖਾਂ ਦਾ, ਜਿਹਨੂੰ ਆਪਾਂ ਕਾਬਾ ਵੀ ਕਹਿੰਦੇ ਆ, ਉਸ ਵਿੱਚ ਮੋਰਚੇ ਲਗਾਏ ਜਾਂਦੇ ਨੇ। ਤਾਂ 84 ਦਾ ਉਹ ਸਾਲ ਜਿਸ ਵਿੱਚ ਸਿੱਖਾਂ ਦੀ ਇੱਕ ਨਸਲਕੁਸ਼ੀ ਹੋ ਜਾਂਦੀ ਹੈ। ਅੱਜ ਅਸੀਂ ਇਹੋ ਜਿਹੇ ਸ਼ਖਸ ਨਾਲ ਗੱਲ ਕਰਾਂਗੇ ਜਿਨ੍ਹਾਂ ਨੇ ਉਸ ਮੋਰਚੇ ਦੇ ਵਿੱਚ ਹਿੱਸਾ ਲਿਆ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਸੁਬੇਗ ਸਿੰਘ, ਇਹਨਾਂ ਨਾਲ ਰਾਬਤਾ ਰੱਖਦੇ ਰਹੇ, ਮਿਲਦੇ ਰਹੇ। ਤਾਂ ਆਪਾਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਸ ਸਮੇਂ ਜਿਹੜਾ ਮੋਰਚਾ ਲਗਾਇਆ ਗਿਆ ਸੀ, ਇਹਨਾਂ ਦੀ ਮੋਰਚੇ ਵਿੱਚ ਡਿਊਟੀ ਕਿੱਥੇ ਲੱਗੀ ਸੀ? ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਿਤੇ ਇਹ ਗੱਲ ਕਹੀ ਸੀ ਕਿ ਠੀਕ ਹੈ, ਹਥਿਆਰ ਛੱਡ ਕੇ ਆਪਾਂ ਸਮਝੌਤਾ ਕਰ ਲੈਂਦੇ ਹਾਂ? ਆਪਾਂ ਇੱਥੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਕਾਲੀ ਦਲ ਦਾ ਇਸ ਵਿੱਚ ਕੀ ਰੋਲ ਰਿਹਾ ਸੀ। ਕਿ ਅਕਾਲੀ ਦਲ ਕਿਸੇ ਮੈਸੇਂਜਰ ਵਾਸੋਂ ਕੰਮ ਕਰ ਸਕਦੇ ਸੀ? ਕਿ ਅਕਾਲੀ ਦਲ ਇਸ ਮੋਰਚੇ ਨੂੰ ਜਾਂ ਜੋ ਵੀ ਉੱਥੇ ਅਕਾਲ ਤਖਤ ਤੇ ਅਟੈਕ ਹੋਇਆ, ਇਸ ਨੂੰ ਕਿਤੇ ਨਾ ਕਿਤੇ ਰੁਕਾਇਆ ਜਾ ਸਕਦਾ ਸੀ? ਸਾਡਾ ਡਾਕਟਰ ਭਗਵਾਨ ਸਿੰਘ ਨੇ, ਆਪਾਂ ਇਹਨਾਂ ਕੋਲ ਸਾਰੀ ਗੱਲ ਬਾਤ ਸੁਣਾਂਗੇ। ਤਾਂ ਇਹ ਵੀ ਆਪਾਂ ਗੱਲਬਾਤ ਕਰਾਂਗੇ ਕਿ ਇੰਦਰਾ ਗਾਂਧੀ ਦੀ ਕਿਹੜੀਆਂ ਉਹਨਾਂ ਨੇ ਕਹੀਆਂ ਸੀ ਕਿ ਅਸੀਂ ਸੰਤ ਜਰਨੈਲ ਸਿੰਘ ਦੀ ਸ਼ਰਤਾਂ ਮੰਨਣ ਨੂੰ ਤਿਆਰ ਹਾਂ, ਜਾਂ ਆਪਾਂ ਇਹ ਕਹਿ ਦਈਏ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਕਿਹੜੀਆਂ ਸ਼ਰਤਾਂ ਸਨ ਜੋ ਇੰਦਰਾ ਗਾਂਧੀ ਤੱਕ ਪਹੁੰਚੀਆਂ ਨਹੀਂ ਸਨ। ਪਰ ਉਹ ਸ਼ਰਤਾਂ ਕਹਿੰਦੇ ਸਨ ਵੀ ਜੇ ਇੰਦਰਾ ਗਾਂਧੀ ਸ਼ਰਤਾਂ ਮੰਨ ਲੈਂਦੇ ਨੇ, ਹੋ ਸਕਦਾ ਕਿ ਇਹ ਸਮਝੌਤਾ ਜਾਂ ਹੋ ਸਕਦਾ ਹੈ।
ਪਰ ਕੀ ਉਹਨਾਂ ਦੀਆਂ ਸ਼ਰਤਾਂ ਇੰਦਰਾ ਗਾਂਧੀ ਕੋਲ ਪਹੁੰਚਾਈਆਂ ਗਈਆਂ ਨੇ? ਆਪਾਂ ਡਾਕਟਰ ਭਗਵਾਨ ਸਿੰਘ ਨਾਲ ਗੱਲਬਾਤ ਕਰਨੇ ਆ। ਇਹ ਵੀ ਉਸ ਸਮੇਂ ਉੱਥੇ ਮੋਰਚੇ ਦੇ ਵਿੱਚ ਮੌਜੂਦ ਸਨ। ਡਾਕਟਰ ਸਾਹਿਬ, ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਤੁਸੀਂ ਮੋਰਚੇ ਦੇ ਵਿੱਚ ਮੌਜੂਦ ਹੈਗੇ ਸੀ, ਗੋਲਾਬਾਰੀ ਕਦੋਂ ਸ਼ੁਰੂ ਹੋ ਜਾਂਦੀ ਹੈ? ਜੇ ਆਪਾਂ ਅਗਰ 6 ਜੂਨ ਦਾ ਉਹ ਟਾਈਮ ਸੀ 1984, 6 ਜੂਨ ਤੋਂ ਪਹਿਲਾਂ ਕਦੋਂ ਗੋਲਾਬਾਰੀ ਸ਼ੁਰੂ ਹੋ ਜਾਂਦੀ ਹਰਿਮੰਦਰ ਸਾਹਿਬ 'ਚ? CRP ਨੇ ਫਾਇਰਿੰਗ ਤਾਂ ਲਗਾਤਾਰ ਪਹਿਲੀ ਜੂਨ ਵਾਲੇ ਦਿਨ ਸ਼ੁਰੂ ਰੱਖੀ ਹੈ, ਅਤੇ 1 ਜੂਨ ਵਾਲੇ ਦਿਨ ਉਹ ਐਟ ਰੈਂਡਮ ਹੀ ਕਰ ਰਹੇ ਸਨ ਫਾਇਰਿੰਗ। ਉਸ ਫਾਇਰਿੰਗ ਦੇ ਵਿੱਚ ਅਸੀਂ ਅਕਾਲ ਰੈਸਟ ਹਾਊਸ ਸੀ ਉੱਥੇ, ਇੱਕ ਅਕਾਲ ਰੈਸਟ ਹਾਊਸ ਦੇ 6 ਨੰਬਰ ਕਮਰੇ 'ਚ ਅਸੀਂ ਹੁੰਦੇ ਸੀ, ਮੈਂ ਅਤੇ ਚਰਨਜੀਤ ਤਲਵੰਡੀ, ਇੱਕ ਪ੍ਰੋਫੈਸਰ ਸੀ ਖਾਲਸਾ ਕਾਲਜ ਦਾ ਮਹਿੰਦਰ ਸਿੰਘ ਢਾਲੀਵਾਲ, ਅਤੇ 9 ਨੰਬਰ ਕਮਰੇ 'ਚ ਨਾਲ ਹੀ ਸਾਡੇ ਜਨਰਲ ਸੁਖਦੇਵ ਸਿੰਘ ਹੁੰਦਾ ਸੀ। ਜਦੋਂ 1 ਤਰੀਕ ਨੂੰ ਫਾਇਰਿੰਗ ਬਹੁਤ ਹੋ ਰਹੀ ਸੀ ਅਤੇ ਇੱਕ ਗੋਲੀ ਸਿੱਧੀ ਆ ਕੇ ਨਾ ਸਾਡੇ ਉਹ ਜਿਹੜੀ ਵਿੰਡੋ ਸੀ, ਉਹ ਵਿੰਡੋ ਤੋਂ ਥੋੜ੍ਹੀ ਜਿਹੀ ਥੱਲੇ ਲੱਗੀ 2 ਇੰਚ, ਅਤੇ ਉਹ ਚਰਨਜੀਤ ਖੜ੍ਹਾ ਸੀ, ਕੋਈ ਥੱਲਿਓਂ ਚਾਹ ਵਗੈਰਾ ਮੰਗਾ ਰਿਹਾ ਸੀ। ਉਹ ਇੱਥੇ ਰਿਵਾਜ਼ ਵੀ ਥੱਲਿਓਂ ਬਾਲਟੀ ਭੇਜ ਦੇਣੀ ਅਤੇ ਉਹਨਾਂ ਨੇ ਚਾਹ ਭੇਜ ਦੇਣੀ, ਅਤੇ ਉਹ ਮੈਨੂੰ ਕਹਿਣ ਲੱਗਾ, ਡਾਕਟਰ ਸਾਹਿਬ ਤੁਸੀਂ ਇੱਧਰ ਨਾ ਆਇਓ, ਗੋਲੀ ਮੈਨੂੰ ਲੱਗਣ ਲੱਗੀ ਸੀ, ਮੈਂ ਮਸਾਂ ਬਚਿਆ। ਉਸ ਤੋਂ ਬਾਅਦ ਚਰਨਜੀਤ ਚਲਾ ਗਿਆ ਟੈਂਕੀ, ਪਾਣੀ ਵਾਲੀ ਟੈਂਕੀ 'ਤੇ ਉਹਦਾ ਮੋਰਚਾ ਸੀ, ਉਹ ਉੱਥੇ ਚਲਾ ਗਿਆ, ਅਤੇ ਮੈਂ ਅਤੇ ਜਨਰਲ ਸੁਖਦੇਵ ਸਿੰਘ ਅਸੀਂ ਦੋਵੇਂ ਥੱਲੇ ਆ ਗਏ। ਥੱਲੇ ਆਏ ਅਤੇ ਜਨਰਲ ਸੁਖਦੇਵ ਸਿੰਘ ਮੈਨੂੰ ਕਹਿਣ ਲੱਗੇ ਵੀ ਤੁਸੀਂ ਡਰੋ ਨਾ, ਗੋਲੀ ਐਂ ਨਹੀਂ ਲੱਗਦੀ ਹੁੰਦੀ, ਹੌਲੀ ਹੌਲੀ ਤੁਰੋ ਤੁਸੀਂ। ਅਤੇ ਥੱਲੇ ਜਿਹੜਾ ਡਿਸਪੈਂਸਰੀ ਵਾਲਾ ਕਮਰਾ ਸੀ, ਉਹਦੇ ਵਿੱਚੋਂ ਬੜੀ ਸਮੈਲ ਆ ਰਹੀ ਸੀ। ਉੱਥੇ ਜਿਹੜੀਆਂ ਡੈੱਡ ਬੋਡੀ ਸੀ ਕੁਛ ਉਹ ਵੀ ਪਈਆਂ ਸੀ, ਉਹ ਜਿਹੜੇ ਜ਼ਖਮੀ ਸਿੰਘ ਪਏ ਸੀ ਹੋਏ ਜੋ ਵੀ ਪਈਆਂ ਸੀ, ਅਤੇ ਗਰਮੀ ਬੜੀ ਪੈ ਰਹੀ ਸੀ। ਉਹ ਗਰਮੀ ਦੇ ਨਾਲ ਕੁਦਰਤੀ ਸਮੈਲ ਇਸ ਤਰ੍ਹਾਂ ਦੀ ਆਉਣੀ ਸੀ ਅੰਦਰੋਂ। ਅਤੇ ਉੱਥੋਂ ਅਸੀਂ, ਮੈਂ ਅਤੇ ਜਨਰਲ ਸੁਖਦੇਵ ਸਿੰਘ, ਅਸੀਂ ਦੋਵੇਂ ਤੁਰਦੇ ਤੁਰਦੇ ਲੰਗਰ ਹਾਲ ਵਾਲੇ ਪਾਸੇ ਆ ਗਏ। ਲੰਗਰ ਹਾਲ ਗੱਲਾਂ ਕਰਦੇ ਰਹੇ ਅਸੀਂ ਆਪਸ ਦੇ ਵਿੱਚ ਇਸ ਤਰ੍ਹਾਂ ਹੀ, ਅਤੇ ਉੱਥੋਂ ਅਸੀਂ ਫਿਰ ਵਾਪਸ ਆ ਗਏ। ਵਾਪਸ ਆਉਣ ਤੋਂ ਬਾਅਦ ਫਿਰ ਅਸੀਂ ਮਤਲਬ 1 ਤਰੀਕ ਨੂੰ 2 ਤਰੀਕ ਨੂੰ ਵੀ ਉੱਥੋਂ ਇੱਕ ਜਿਹੜੇ ਅਰੈਸਟ ਦੇਣ ਆਏ ਹੋਏ ਸੀ ਧਰਮਯੋਧ ਮੋਰਚੇ 'ਚ, ਉਹ ਸਿੰਘ ਕੁਛ ਗਏ ਨੇ 2 ਤਰੀਕ ਨੂੰ, ਅਤੇ ਕੁਛ ਸਾਡੇ ਨਾਲ ਦੇ ਵੀ ਜਿਹੜੇ ਨਿਕਲਣਾ ਚਾਹੁੰਦੇ ਸੀ ਉੱਥੋਂ, ਉਹ ਵੀ ਉਸ ਜਥੇ ਦੇ ਵਿੱਚ ਮਿਲ ਕੇ ਨਿਕਲ ਕੇ ਅਤੇ ਆਪਦੇ ਘਰਾਂ ਚਲੇ ਗਏ, ਜਿਹੜੇ ਬਚਣਾ ਚਾਹੁੰਦੇ ਸੀ। ਫਿਰ 3 ਤਰੀਕ ਨੂੰ ਢਾਲੀਵਾਲ ਉੱਥੇ ਸੀ ਅਤੇ ਮੈਂ ਉੱਥੇ ਸੀ 6 ਨੰਬਰ ਕਮਰੇ 'ਚ। ਢਾਲੀਵਾਲ ਮੈਨੂੰ ਕਹਿਣ ਲੱਗੇ ਚਲੋ ਆਪਾਂ ਸੰਤਾਂ ਨੂੰ ਮਿਲ ਆਈਏ, ਅਤੇ ਅਸੀਂ ਸੰਤਾਂ ਕੋਲ ਜਾਂਦੇ ਜਾਂਦੇ ਰਾਹ ਦੇ ਵਿੱਚ ਕਈ ਮੋਰਚੇ ਸੀ, ਖਾਸ ਕਰ PT ਦਾ ਮੋਰਚਾ ਸੀ ਬਹੁਤ ਤਗੜਾ, 3-4 ਹੋਰ ਮੋਰਚੇ ਸੀ, ਇੱਧਰ ਲੰਗਰ ਵਾਲੇ ਪਾਸੇ ਮੋਰਚੇ ਸੀ। ਉਹਨਾਂ ਨੂੰ ਮਿਲਦੇ ਮਿਲਾਉਂਦੇ ਅਸੀਂ ਸ਼ਾਮ ਜਿਹੇ ਨੂੰ ਪਹੁੰਚੇ ਅਸੀਂ ਸੰਤਾਂ ਕੋਲ, ਅਤੇ ਸ਼ਾਮ ਨੂੰ ਸੰਤਾਂ ਕੋਲ ਪਹੁੰਚੇ ਅਸੀਂ, ਅਕਾਲ ਤਖ਼ਤ ਦੇ ਉੱਪਰ ਉਹ ਬੈਠੇ ਹੋਏ ਸੀ, ਉਹਨਾਂ ਕੋਲ 2-3 ਸਿੰਘ ਹੀ ਸਨ, ਅਤੇ ਮੇਰੇ ਨਾਲ ਮਹਿੰਦਰ ਸਿੰਘ ਢਾਲੀਵਾਲ ਸੀ। ਉਹ ਕਹਿਣ ਲੱਗੇ ਜੀ ਜੇ ਫੌਜ ਆਉਂਦੀ ਹੈ ਅਤੇ ਸਾਡੇ ਕੋਲ ਤਾਂ ਕੋਈ ਹਥਿਆਰ ਨਹੀਂ ਹੈਗੇ, ਅਸੀਂ ਕਿਵੇਂ ਲੜਾਂਗੇ? ਅਤੇ ਸੰਤਾਂ ਨੇ ਗੁਰਮੁਖ ਸਿੰਘ ਨੂੰ ਕਿਹਾ ਵੀ ਇਹਨਾਂ ਨੂੰ ਹਥਿਆਰ ਦਿਓ। ਉਹ ਗੁਰਮੁਖ ਸਿੰਘ ਨੇ ਸਾਨੂੰ ਇੱਕ ਥਾਮਸਨ ਗਨ, ਇੱਕ ਝੋਲਾ ਰੌਂਦਾਂ ਦਾ ਭਰਿਆ ਹੋਇਆ ਉਹ ਸਾਨੂੰ ਦੇ ਦਿੱਤਾ, ਇੱਕ ਉਹਨੂੰ ਦੇ ਦਿੱਤੀ ਥਾਮਸਨ ਗਨ, ਇੱਕ ਮੈਨੂੰ ਦੇ ਦਿੱਤੀ। ਅਸੀਂ ਦੋਵੇਂ ਵਾਪਸ ਆ ਗਏ ਅਕਾਲ ਰੈਸਟ ਹਾਊਸ। ਉੱਥੇ ਵਾਪਸ ਆਉਣ ਤੋਂ ਬਾਅਦ ਅਸੀਂ ਫਿਰ 3 ਤਰੀਕ ਨੂੰ ਸਾਡਾ ਇਹ ਸੀ ਵੀ ਅੱਜ ਫੌਜ ਨੇ ਐਂਟਰ ਕਰਨਾ ਅਤੇ ਸਾਨੂੰ ਉੱਥੇ ਜਾਣਾ ਚਾਹੀਦਾ ਦਰਬਾਰ ਸਾਹਿਬ। ਉਹ ਫਿਰ ਦਰਬਾਰ ਸਾਹਿਬ ਦੀ ਜਿਹੜੀ ਦਰਸ਼ਨੀ ਡਿਊਟੀ ਹੈ ਉਹਦੇ ਖੱਬੇ ਪਾਸੇ ਅਸੀਂ ਬੈਠੇ ਰਹੇ ਸਾਰੀ ਰਾਤ। ਮੇਰੇ ਨਾਲ ਇੱਕ ਫੈਡਰੇਸ਼ਨ ਦਾ ਮੁੰਡਾ ਸੀ, ਇੱਥੋਂ ਦਾ ਸੀ ਸੈਦਪੁਰ ਦਾ, ਇੱਕ ਮੈਂ, ਮਹਿਤਾ ਚਾਵਲਾ ਵੀ ਦੋਵੇਂ ਉਦੋਂ ਸਾਡੇ ਨਾਲ ਸਨ, ਅਤੇ ਜਨਰਲ ਸਾਹਿਬ ਵੀ ਸਾਡੇ ਨਾਲ ਹੀ ਬੈਠੇ ਸੀ, ਅਤੇ ਢਾਲੀਵਾਲ ਵੀ ਉੱਥੇ ਹੀ ਸਨ। ਸਾਨੂੰ ਸਾਰਿਆਂ ਨੂੰ ਇਹ ਸੀ ਵੀ ਅੱਜ ਅਟੈਕ ਹੋ ਜਾਣਾ ਅਤੇ ਫੌਜ ਦੇ ਨਾਲ ਲੜਾਈ ਹੋਊਗੀ, ਅਤੇ ਅਟੈਕ ਨਹੀਂ ਹੋਇਆ। ਦਿਨ ਚੜ੍ਹ ਗਿਆ, ਦਿਨ ਚੜ੍ਹਨ ਤੋਂ ਬਾਅਦ ਫਿਰ ਇਹ ਪ੍ਰੋਫੈਸਰ ਸਾਹਿਬ ਅਤੇ ਜਰਨੈਲ ਸਾਹਿਬ ਅੰਦਰ ਚਲੇ ਗਏ ਦਰਬਾਰ ਸਾਹਿਬ ਮਹਾਰਾਜ ਦਾ ਵਾਕ ਸੁਣਨ। ਅਸੀਂ ਉੱਥੇ ਬੈਠੇ ਰਹੇ ਬਾਹਰ। ਅਜੇ ਆ ਹੀ ਰਹੇ ਸੀ ਬਾਹਰ ਕਿ ਇੱਕ ਮਤਲਬ ਬੜਾ ਜਿਸ ਤਰ੍ਹਾਂ ਬਿਜਲੀ ਕੜਕਦੀ ਹੈ, ਬਹੁਤ ਜ਼ਿਆਦਾ ਖੜਕਾ ਹੋਇਆ, ਲਾਈਟ ਵੀ ਹੋਈ ਨਾਲ, ਅਤੇ ਉਹ ਇੱਕ ਰਾਕਟ ਲਾਂਚਰ ਪਹਿਲਾਂ ਇਹਨਾਂ ਨੇ 4:40 'ਤੇ ਫੌਜ ਨੇ ਰਾਕਟ ਲਾਂਚਰ ਮਾਰਿਆ। ਉਹ ਰਾਕਟ ਲਾਂਚਰ ਵੱਜਣ ਤੋਂ ਬਾਅਦ ਫਿਰ ਅਸੀਂ ਥੋੜ੍ਹੇ ਸਕੇਅਰਡ ਹੋ ਕੇ ਮੈਂ ਉੱਧਰ ਜਾਣ ਲੱਗਿਆ ਨਿਸ਼ਾਨ ਸਾਹਿਬਾਂ ਦੇ ਕੋਲ, ਜਿਹੜੀ ਹੈਗੀ ਪਰਿਕਰਮਾ ਉਹਦੇ ਵਿੱਚ, ਅਤੇ ਜਰਨੈਲ ਸਾਹਿਬ ਮੇਰੇ ਨਾਲ ਹੀ ਸਨ। ਉਹ ਕਹਿਣ ਲੱਗਿਆ ਉਹ ਤੁਹਾਨੂੰ ਲੜਾਈ ਵਿਖਾਈ ਹੈ ਡਾਕਟਰ ਸਾਹਿਬ, ਤੁਸੀਂ ਕਿਹਾ ਲੜਾਈ ਨਹੀਂ ਵੇਖੀ। ਮੈਂ ਕਿਹਾ ਚਲੋ। ਉਹ ਲੈ ਕੇ ਮੈਨੂੰ ਉੱਧਰ ਪਿਛਲੇ ਪਾਸੇ ਚਲੇ ਗਏ, ਥੜਾ ਸਾਹਿਬ ਜਿਹੜਾ ਸੀ ਗੁਰਦੁਆਰਾ ਉਹਦੇ ਪਿਛਲੇ ਪਾਸੇ ਥੋੜ੍ਹਾ ਚੱਲਦੇ ਰਹੇ, ਉੱਥੇ ਤੁਰਦੇ ਫਿਰਦੇ ਰਹੇ। ਉਸ ਤੋਂ ਬਾਅਦ ਫਿਰ ਅਕਾਲ ਤਖ਼ਤ ਦੇ ਸਾਹਮਣੇ ਆ ਗਏ। ਅਕਾਲ ਤਖ਼ਤ ਦੇ ਸਾਹਮਣੇ ਆ ਕੇ ਵੀ ਉਹਨਾਂ ਨੇ ਕਾਫੀ ਗੱਲਾਂ ਕੀਤੀਆਂ, ਕਹਿਣ ਲੱਗੇ ਗੋਲੀ ਨਹੀਂ ਵੱਜਦੀ ਹੁੰਦੀ, ਅਤੇ ਜੇ ਸ਼ਹੀਦੀ ਹੋਣੀ ਹੈ ਅਤੇ ਇਹੋ ਜਿਹੀ ਵਧੀਆ ਜਗ੍ਹਾ ਸ਼ਹੀਦ ਹੋਣ ਵਾਸਤੇ ਸਿੱਖ ਨੂੰ ਮਿਲ ਨਹੀਂ ਸਕਦੀ, ਵੀ ਇਹ ਆਪਣੇ ਧਰਮ ਦਾ ਵੀ ਬਹੁਤ ਵੱਡਾ ਜਗ੍ਹਾ ਹੈ,
ਤੇ ਆਪਣੇ ਵੱਡਿਆਂ ਵਡੇਰਿਆਂ ਨਾਲ ਵੀ ਮਤਲਬ ਇਹਦਾ ਸੰਬੰਧ ਹੈ। ਇਸ ਵਾਸਤੇ ਮਤਲਬ ਫੌਜੀ ਲੈਂਗੁਏਜ 'ਚ ਉਹਨਾਂ ਨੇ ਦੱਸਿਆ ਵੀ ਇਹ ਵਧੀਆ ਜਗ੍ਹਾ ਸ਼ਹੀਦ ਹੋਣ ਵਾਸਤੇ। ਇਹ ਗੱਲਾਂ ਬਾਤਾਂ ਕਰਦੇ ਕਰਦੇ ਅਸੀਂ ਦੋਵੇਂ ਇੱਧਰ ਨੂੰ ਆ ਗਏ, ਦੁੱਖ ਭੰਜਨੀ ਬੇਰੀ ਵੱਲ। ਰਾਜ ਬੜੇ ਤਗੜੇ ਮੋਰਚੇ ਸੀ। ਆਪਣਾ ਜਿਹੜਾ ਘੰਟਾ ਘਰ ਵਾਲਾ ਜਿਹੜਾ ਸਾਈਡ ਉੱਥੇ ਤਾਂ ਬਹੁਤ ਮਤਲਬ ਸਿੰਘ ਇੱਕ ਇੱਕ ਕਿੰਨੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਕਿੰਨੇ ਸਿੱਖ ਹੈਗੇ ਸੀ ਜਿਨ੍ਹਾਂ ਨੇ ਮੋਰਚਾ ਲਗਾਇਆ ਹੋਇਆ ਸੀ? ਕਿੰਨੇ ਸਾਲ ਦੇ ਨੌਜਵਾਨ ਹੈਗੇ ਸੀ ਉੱਥੇ? ਮੋਰਚੇ ਤਾਂ ਮੇਰੇ ਕੋਲ ਵੈਸੇ ਲਿਸਟ ਵੀ ਹੈਗੀ ਅੰਦਰ ਪਈ, ਜੇ ਤੁਸੀਂ ਜਾਣ ਲੱਗੇ ਮੈਂ ਤੁਹਾਨੂੰ ਦਿਖਾ ਦੂੰਗਾ। ਮੋਰਚੇ ਘੱਟ ਤੋਂ ਘੱਟ 100 ਮੋਰਚਾ ਤਾਂ ਹੋਣਾ ਅਰਾਊਂਡ ਦਰਬਾਰ ਸਾਹਿਬ। 15-20 ਮੋਰਚੇ ਤਾਂ ਅਕਾਲ ਤਖਤ ਦੇ ਪਿਛਲੇ ਪਾਸੇ ਅਤੇ ਅਕਾਲ ਤਖਤ ਦੇ ਨਾਲ ਹੀ ਸਨ। ਫਿਰ ਜਦੋਂ ਅਕਾਲ ਤਖਤ ਤੋਂ ਆਪਾਂ ਇੱਧਰ ਨੂੰ ਆਈਏ ਘੰਟਾ ਘਰ ਵਾਲੇ ਪਾਸੇ 5-6 ਮੋਰਚੇ ਇੱਧਰ ਵੀ ਸਨ। ਘੰਟਾ ਘਰ ਵਾਲੇ ਪਾਸੇ ਉੱਪਰ ਵੀ ਮੋਰਚਾ ਸੀ, ਥੱਲੇ ਵੀ ਮੋਰਚਾ ਸੀ। ਮਤਲਬ ਇਸ ਤਰ੍ਹਾਂ ਦੇ ਆਪਾਂ ਗਿਣਨ ਲੱਗੀਏ ਤੇ 100 ਕੁ ਮੋਰਚਾ ਬਣ ਜਾਊਗਾ। ਤੇ ਸਿੰਘ ਜਿਹੜੇ ਇੱਕ ਮੋਰਚੇ ਦੇ ਵਿੱਚ 2-2 3-3 ਸਿੰਘ ਹੋਣਗੇ, ਮਤਲਬ 300 ਸਿੰਘ ਹੋਣਾ ਲੜਨ ਵਾਲਾ। ਤੇ ਉਹ ਆਪਣੇ ਤਿਆਰ ਸੀ, ਸਾਰਿਆਂ ਕੋਲ ਹਥਿਆਰ ਸੀ ਤੇ ਉਹਨਾਂ ਨੂੰ ਕੋਈ ਡਰ ਨਹੀਂ ਸੀ। ਕੋਈ ਡਰ ਵਾਲੀ ਤਾਂ ਗੱਲ ਕਿਸੇ ਨੂੰ ਨਹੀਂ ਸੀ, ਸਾਨੂੰ ਵੀ ਕੋਈ ਡਰ ਨਹੀਂ ਸੀ। ਹਾਲਾਂਕਿ ਅਸੀਂ ਯੂਨੀਵਰਸਿਟੀ 'ਚ ਗਏ ਸੀ, ਅਸੀਂ ਕਦੇ ਲੜੇ ਹੀ ਨਹੀਂ ਸੀ, ਸਾਡੇ ਕਦੇ ਹਥਿਆਰ ਚਲਾ ਕੇ ਨਹੀਂ ਦੇਖਿਆ। ਲੇਕਿਨ ਅਸੀਂ ਵੀ ਇਹ ਸੋਚਦੇ ਸੀ ਵੀ ਮਤਲਬ ਇੱਥੋਂ ਜਾਣਾ ਠੀਕ ਨਹੀਂ, ਇੱਥੇ ਲੜਾਂਗੇ ਜੇ ਮਤਲਬ ਅਕਾਲ ਤਖਤ 'ਤੇ ਅਟੈਕ ਕਰਦੀ ਫੌਜ ਤਾਂ। ਅਤੇ ਉਹ ਮਤਲਬ ਜਿੰਨੇ ਕੁ ਬੰਦੇ ਸ਼ਹੀਦ ਹੋਣ ਵਾਲੇ ਸੀ, ਜ਼ਿਆਦਾ ਤੋਂ ਜ਼ਿਆਦਾ 150 ਬੰਦਾ ਹੋਣਾ ਜਿਨ੍ਹਾਂ ਨੇ ਆਪਦਾ ਮਾਈਂਡ ਮੇਕਅਪ ਕੀਤਾ ਹੋਇਆ ਸੀ ਵੀ ਅਸੀਂ ਸ਼ਹੀਦੀ ਪਾਉਣੀ ਹੈ, ਜਾਂ ਲੜਨਾ ਹੈ, ਅਤੇ ਜਾਂ ਮਾਰਨਾ ਜਾਂ ਮਰਨਾ। ਅਤੇ ਸੰਤਾਂ ਦੇ ਕੋਲ ਮੈਂ ਦੇਖਿਆ, ਸੰਤਾਂ ਦੇ ਕੋਲ 4 ਤਰੀਕ ਨੂੰ ਮੈਂ ਮਿਲਿਆ। 4 ਤਰੀਕ ਨੂੰ ਸੰਤ ਨਾ ਇੱਕ ਢੇਰੀ ਬੜੀ ਲਾਈ ਹੋਈ ਸੀ ਉਹਨਾਂ ਨੇ ਸਾਹਮਣੇ ਅਕਾਲ ਤਖਤ 'ਤੇ, ਦੁਧਾਰੇ ਖੰਡੇ ਅਤੇ ਸਿੰਘ ਜਿਹੜੇ ਲੜਾਕੂ ਸੀ, ਜਿਹੜੇ ਲੜਨ ਵਾਲੇ ਸੀ, ਉਹ ਆਏ ਹੋਏ ਸੀ। ਉਹਨਾਂ ਨੂੰ ਉਹ ਖੰਡੇ ਮਤਲਬ ਵੰਡ ਰਹੇ ਸੀ ਸਾਰਿਆਂ ਨੂੰ। ਅਤੇ ਉਹਨਾਂ ਨੂੰ ਇਹ ਕਹਿ ਰਹੇ ਸੀ ਜੇ ਤੁਹਾਡੇ ਕੋਲ ਅਮੁਨੀਸ਼ਨ ਖਤਮ ਹੋ ਜਾਏ ਅਤੇ ਤੁਸੀਂ ਖੰਡੇ ਨਾਲ ਲੜਾਈ ਲੜਨੀ ਹੈ, ਅਤੇ ਕਿਸੇ ਨੇ ਹੱਥ ਨਹੀਂ ਖੜੇ ਕਰਨੇ, ਸਾਰਿਆਂ ਨੇ ਸ਼ਹੀਦੀਆਂ ਪਾਉਣੀਆਂ ਨੇ। ਜਿੱਥੋਂ ਤੱਕ ਜੇ ਤੁਹਾਡੇ ਕੋਲ ਸਿੱਕਾ ਮੁੱਕ ਜਾਂਦਾ ਹੈ ਅਤੇ ਫਿਰ ਤੁਸੀਂ ਖੰਡਾ ਪਾਉਣਾ, ਸ਼ਹੀਦੀਆਂ ਪਾਉਣੀਆਂ ਨੇ, ਹੱਥ ਨਹੀਂ ਖੜੇ ਕਰਨੇ ਕਿਸੇ ਨੇ। ਇਸ ਚੀਜ਼ ਵਾਸਤੇ ਸਾਰਿਆਂ ਨੂੰ ਪੱਕੇ ਕਰ ਰਹੇ ਸੀ, ਕਿਸੇ ਨੇ ਹੱਥ ਨਹੀਂ ਖੜੇ ਕਰਨੇ, ਸਾਰਿਆਂ ਨੇ ਸ਼ਹੀਦੀਆਂ ਪਾਉਣੀਆਂ ਨੇ। ਅਤੇ ਸਾਰੇ ਇਹ ਕਹਿ ਰਹੇ ਸੀ ਠੀਕ ਹੈ ਅਸੀਂ ਸ਼ਹੀਦੀਆਂ ਪਾਉਣ ਨੂੰ ਤਿਆਰ ਹਾਂ। ਅਤੇ ਮੇਰੇ ਕੋਲ ਕਿਸੇ ਨੇ ਹੱਥ ਖੜੇ ਵੀ ਨਹੀਂ ਕੀਤੇ, ਲੜਨ ਵਾਲਿਆਂ ਤੋਂ ਕਿਸੇ ਨੇ ਹੱਥ ਨਹੀਂ ਖੜੇ ਕੀਤੇ। ਹੱਥ ਖੜੇ ਕੀਤੇ ਨੇ ਅਤੇ ਅਕਾਲੀ ਲੀਡਰਾਂ ਨੇ ਕੀਤੇ ਨੇ। ਟੌੜਾ ਸੀ, ਲੌਂਗੋਵਾਲ ਸੀ, ਰਾਮੂਵਾਲੀਆ ਸੀ, ਬੀਬੀ ਅਮਰਜੀਤ ਕੌਰ ਸੀ, ਇਹਨਾਂ ਨੇ ਹੱਥ ਖੜੇ ਕੀਤੇ ਨੇ। ਉੱਧਰੋਂ ਜਦੋਂ ਬੈਠੇ ਨੇ ਆਪਦੇ ਉਹਨਾਂ ਦੀ ਗੱਡੀ ਗੁੱਡੀ ਦੇ ਵਿੱਚ, ਜਿਸ ਤਰ੍ਹਾਂ ਸਰਕਾਰ ਨੇ ਕਿਹਾ ਹੋਇਆ ਸੀ। ਬਾਕੀ ਲੜਨ ਵਾਲੇ ਬੰਦਿਆਂ ਤੋਂ ਕਿਸੇ ਨੇ ਹੱਥ ਨਹੀਂ ਖੜੇ ਕੀਤੇ। ਮੇਰਾ ਇੱਕ ਹੋਰ ਸਵਾਲ ਹੈ, ਜਿਵੇਂ 6 ਜੂਨ ਨੂੰ ਉੱਥੇ ਅਟੈਕ ਹੋ ਜਾਂਦਾ ਹੈ, ਤਾਂ ਜੋ ਤੁਹਾਡੀ ਗੱਲਬਾਤ ਹੋਈ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਲ, ਵੀ ਹੁਣ ਅੱਗੇ ਜਾ ਕੇ ਕੀ ਪਲਾਨ ਹੋਊਗਾ, ਕੀ ਰਣਨੀਤੀ ਹੋਊਗੀ? ਕੀ ਉਹਨਾਂ ਨੇ ਕਦੀ ਸੋਚਿਆ ਸੀ ਵੀ ਸਰੈਂਡਰ ਕਰੋਗੇ, ਜਾਂ ਇੰਦਰਾ ਗਾਂਧੀ ਨੂੰ ਜਿਹੜੇ ਉਹਨਾਂ ਦੇ ਸਵਾਲ ਸੀ ਜਾਂ ਜਿਹੜੀ ਉਹਨਾਂ ਦੀ ਸ਼ਰਤਾਂ ਹੈਗੀਆਂ ਸੀ ਉਹਨਾਂ ਤੱਕ ਪਹੁੰਚੀਆਂ ਸੀ? ਦੇਖੋ, ਰਣਨੀਤੀ ਜਿਹੜੀ ਅਸਲੀ ਬਣਦੀ ਸੀ ਉਹ ਤਾਂ ਸੰਤ ਜਰਨੈਲ ਸਿੰਘ, ਜਨਰਲ ਸੁਵੇਗ ਸਿੰਘ, ਭਾਈ ਅਮਰੀਕ ਸਿੰਘ ਅਤੇ ਹਰਮਿੰਦਰ ਸੰਧੂ, ਇਹ ਸੀ ਮਤਲਬ ਉਹਨਾਂ ਦੀ ਕੋਰ ਕਮੇਟੀ। ਕੋਰ ਕਮੇਟੀ ਦੇ ਵਿੱਚ ਕੁਛ ਬੰਦੇ ਟਕਸਾਲ ਦੇ ਹੋਰ ਸਨ ਜਿਹੜੇ ਕੋਰ ਕਮੇਟੀ ਸ਼ਾਮਲ ਸਨ। ਅਤੇ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਐਕਸ਼ਨਾਂ ਬਾਰੇ ਸਾਨੂੰ ਇੰਨਾ ਨਹੀਂ ਸੀ ਪਤਾ ਹੁੰਦਾ। ਅਸੀਂ ਤਾਂ ਮਤਲਬ ਇੱਥੋਂ ਚਲੇ ਗਏ ਵੀ ਇੱਥੇ ਫੈਡਰੇਸ਼ਨ 'ਤੇ ਪਾਬੰਦੀ ਲੱਗ ਗਈ, ਅਤੇ ਜਿਹੜੇ ਫੈਡਰੇਸ਼ਨ ਦੇ ਸਿੰਘ ਸੀ ਉਹਨਾਂ ਨੂੰ ਅਸੀਂ ਇੱਥੋਂ ਚੰਡੀਗੜ੍ਹੋਂ ਮੈਂ 10 ਮੁੰਡੇ ਲੈ ਕੇ ਗਿਆ ਸੀ ਨਾਲ। ਇਸ ਤਰ੍ਹਾਂ ਸਾਰੇ ਪੰਜਾਬ 'ਚੋਂ ਮਤਲਬ ਥਰੂ ਆਊਟ ਪੰਜਾਬ ਫੈਡਰੇਸ਼ਨ ਦੇ ਮੁੰਡੇ ਸਾਰੇ ਆ ਗਏ ਸੀ। ਲੇਕਿਨ ਇਹ ਜਿਹੜੀ ਤੁਸੀਂ ਗੱਲ ਪੁੱਛੀ ਹੈ ਵੀ ਇਹਦੇ ਬਾਰੇ ਮਤਲਬ ਉਹਨਾਂ ਦਾ ਕਦੇ ਕੋਈ ਗੱਲ ਹੋਈ ਜਾਂ ਨਹੀਂ ਹੋਈ, ਇਹ ਬੜਾ ਇੱਕ ਮਤਲਬ ਕੰਪਲੈਕਸ ਸਵਾਲ ਹੈ। ਕਿਉਂਕਿ ਉਹਨਾਂ ਦੇ ਨਾਲ ਸੰਪਰਕ ਕਰਨ ਵਾਲੇ ਬਹੁਤ ਬੰਦੇ ਸੀ, ਫੌਜੀ ਵੀ ਬਹੁਤ ਸੀ, ਰਿਟਾਇਰ ਜਰਨੈਲ, ਬਾਕੀ ਪੋਲੀਟੀਕਲ ਬੰਦੇ ਵੀ ਬਹੁਤ ਸੀ। ਅਤੇ ਸਾਰੇ ਹੀ ਉਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਮਤਲਬ ਆਪਾਂ ਲੜਾਈ ਨਾ ਲੜੀਏ ਅਤੇ ਤੁਹਾਡੀ ਅਜੇ ਬਹੁਤ ਲੋੜ ਹੈ। ਲੇਕਿਨ ਉਹਨਾਂ ਦਾ ਕੁਝ ਵਿਜ਼ਨ ਮੈਨੂੰ ਬੜਾ, ਜਿਸ ਤਰ੍ਹਾਂ ਬਹੁਤ ਵੱਡਾ ਕੋਈ ਐਗਜ਼ਾਲਟਿਡ ਪਰਸਨੈਲਿਟੀ ਹੁੰਦੀ ਹੈ ਨਾ, ਉਸ ਤਰ੍ਹਾਂ ਦੀ ਪਰਸਨੈਲਿਟੀ ਸੀ ਉਹਨਾਂ ਦੀ, ਆਮ ਪਰਸਨੈਲਿਟੀ ਨਹੀਂ ਸੀ ਉਹ। ਅਤੇ ਉਹ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਵੇਲੇ ਜਿਸ ਤਰ੍ਹਾਂ ਸੰਗਤ ਆ ਕੇ ਗੁਰੂ ਸਾਹਿਬ ਨੂੰ ਕਹਿੰਦੀ ਰਹੀ ਐਂ ਕਰਨਾ ਚਾਹੀਦਾ, ਆਪਾਂ ਨੂੰ ਐਂ ਕਰਨਾ ਚਾਹੀਦਾ, ਆਪਾਂ ਨੂੰ ਐਂ ਕਰਨਾ ਚਾਹੀਦਾ, ਮਤਲਬ ਉਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ। ਕਹਿਣ ਵਾਲੇ ਉਹਨਾਂ ਨੂੰ ਬਹੁਤ ਸੀ ਵੀ ਆਪਾਂ ਨੂੰ ਲੜਨਾ ਨਹੀਂ ਚਾਹੀਦਾ, ਆਪਾਂ ਨੂੰ ਸਮਝੌਤਾ ਕਰ ਲੈਣਾ ਚਾਹੀਦਾ। ਉਹ ਸੁਣ ਸਾਰਿਆਂ ਦੀ ਲੈਂਦੇ ਸੀ ਅਤੇ ਉਹਨਾਂ ਨੂੰ ਅੱਗੋਂ ਜਵਾਬ ਇਹ ਦਿੰਦੇ ਸੀ ਵੀ ਆਪਣੇ ਨਾਲ ਕਿੰਨਾ ਧੱਕਾ ਹੋ ਰਿਹਾ। ਫਿਰ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਹੁੰਦਾ ਵੀ ਸਿੱਖਾਂ ਨਾਲ ਧੱਕਾ ਕਿੰਨਾ ਹੋ ਰਿਹਾ, ਮੁੱਢ ਤੋਂ ਲੈ ਕੇ 47 ਤੋਂ ਲੈ ਕੇ, ਇਸ ਵਾਸਤੇ ਆਪਾਂ ਕੀ ਕਰੀਏ। ਅਤੇ ਜੇ ਉਹਨਾਂ ਨੂੰ ਕੋਈ ਕਹਿੰਦਾ ਸੀ ਵੀ ਆਪਾਂ ਸਰੈਂਡਰ ਕਰ ਦਈਏ ਜਾਂ ਆਪਾਂ ਸਰਕਾਰ ਦੇ ਨਾਲ ਲੜਾਈ ਨਾ ਲੜੀਏ, ਅਤੇ ਫਿਰ ਉਹ ਸਿੱਖ ਇਤਿਹਾਸ ਦੇ ਪਿਛਲੇ ਪਾਸੇ ਚਲੇ ਜਾਂਦੇ ਸੀ ਵੀ ਆਪਾਂ ਅਕਾਲ ਤਖਤ 'ਤੇ ਗੁਰਬਖਸ਼ ਸਿੰਘ ਹੋਰਾਂ ਨੇ ਲੜਾਈ ਲੜੀ, ਉਹਨਾਂ ਕੋਲ 30 ਸਿੰਘ ਹੀ ਸੀ, ਆਪਾਂ ਤਾਂ ਫਿਰ ਵੀ ਇੰਨੇ ਸਿੰਘ ਆ। ਅਤੇ ਅਕਾਲ ਤਖਤ ਦੀ ਮਰਿਆਦਾ ਵੀ ਇਹ ਹੀ ਹੈ।
ਅਸਲੀ ਜੇ ਵੇਖਿਆ ਜਾਵੇ ਨਾ ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਬਣਾਇਆ ਕਿਉਂ ਹੈ, ਬਣਾਇਆ ਹੀ ਇਸੇ ਕਰਕੇ ਸੀ। ਮੇਰੀ ਪੀਰੀ ਦੀਆਂ ਦੋ ਤਲਵਾਰਾਂ ਉਹਨਾਂ ਨੂੰ ਪਹਿਨੀਆਂ ਹੀ ਇਸੇ ਕਰਕੇ ਸਨ। ਉੱਥੇ ਜੇ ਅਕਾਲ ਤਖਤ 'ਤੇ ਨਾ ਜਾਂਦੇ ਸੰਤ ਗੁਰੂ ਨਾਨਕ ਨੂੰ ਹੱਥ ਚਾਹੀਦੇ, ਫਿਰ ਹੋ ਸਕਦਾ ਵੀ ਲੜਾਈ ਨਾ ਹੁੰਦੀ ਅਤੇ ਸੰਤ ਸ਼ਾਇਦ ਮੰਨ ਵੀ ਜਾਂਦੇ ਵੀ ਤੁਸੀਂ ਸਮਝੌਤਾ ਕਰ ਲਓ, ਜੇ ਸਮਝੌਤਾ ਹੋ ਜਾਂਦਾ ਤਾਂ। ਪਰ ਸਮਝੌਤਾ ਉੱਥੇ ਵੀ ਕੋਈ ਨਹੀਂ ਸੀ ਹੋਣਾ। ਉੱਥੇ ਵੀ ਮਤਲਬ ਕਮਾਂਡੋ ਕਮੂੰਡੋ ਭੇਜ ਕੇ ਉਹਨਾਂ ਨੂੰ ਕੋਸ਼ਿਸ਼ ਕਰਨੀ ਸੀ, ਸੰਤਾਂ ਨੂੰ ਫੜਨ ਦੀ ਕੋਸ਼ਿਸ਼ ਕਰਨੀ ਸੀ, ਬਾਕੀ ਵੀ ਫੜਨ ਦੀ ਕੋਸ਼ਿਸ਼ ਕਰਨੀ ਸੀ। ਕਿਉਂਕਿ ਇੰਦਰਾ ਗਾਂਧੀ ਦੇ ਦਿਮਾਗ 'ਤੇ ਜਿਹੜੀ ਬੰਗਲਾਦੇਸ਼ ਦੀ ਜਿਹੜੀ ਵਾਰ ਦੀ ਇਹਦੀ ਜਿੱਤ ਸੀ ਨਾ, ਅਤੇ 90,000 92,000 ਜਿਹੜੇ ਫੌਜੀਆਂ ਨੇ ਸਰੈਂਡਰ ਕੀਤਾ ਸੀ। ਉਸ ਤੋਂ ਬਾਅਦ ਫਿਰ ਇਹਨੂੰ ਹਿੰਦੂ ਵਰਲਡ ਜਿਹੜਾ ਹਿੰਦੁਸਤਾਨ ਦਾ, ਉਹ ਤਾਂ ਇਹਨੂੰ ਦੁਰਗਾ ਮਾਤਾ ਸਮਝਣ ਲੱਗ ਪਿਆ ਸੀ। ਅਤੇ ਜਦੋਂ ਕੋਈ ਦੁਰਗਾ ਮਾਤਾ ਉਹਦੇ ਦਿਮਾਗ ਦੇ ਵਿੱਚ ਇੰਨੀ ਵੱਡੀ ਚੜ੍ਹ ਗਈ ਵੀ ਮੇਰੇ ਸਾਹਮਣੇ ਹੁਣ ਕੋਈ ਬੋਲ ਹੀ ਨਹੀਂ ਸਕਦਾ। ਅਤੇ ਜੇ ਉਹਨੂੰ ਇਹ ਲੱਗਦਾ ਸੀ ਵੀ ਕੋਈ ਸੰਤ ਜਰਨੈਲ ਸਿੰਘ ਵਰਗਾ ਜਾਂ ਕੋਈ ਹੋਰ ਬੰਦਾ ਅਕਾਲੀ ਜਾਂ ਜਾਂ ਇਹਨਾਂ ਦਾ ਅਕਾਲ ਤਖਤ, ਕਿਉਂਕਿ ਹਮੇਸ਼ਾ ਅਕਾਲ ਤਖਤ ਤੋਂ ਹੀ ਮੋਰਚਾ ਲਾਉਂਦੇ ਨੇ, ਇਸ ਵਾਸਤੇ ਉਹਦੀ ਜਿਹੜੀ ਨਿਸ਼ਾਨਾ ਸੀ ਉਹ ਅਕਾਲ ਤਖਤ ਹੀ ਸੀ ਵੀ ਇਹਨਾਂ ਦੇ ਸਿੱਖਾਂ ਦਾ ਅਕਾਲ ਤਖਤ ਖਤਮ ਕਰ ਦਿੱਤਾ ਜਾਵੇ ਜਾਂ ਅਕਾਲ ਤਖਤ ਤੋਂ ਇਹਨਾਂ ਨੂੰ ਸੰਤਾਂ ਨੂੰ ਸਰੈਂਡਰ ਕਰਾਇਆ ਜਾਵੇ। ਮਤਲਬ ਅਕਾਲ ਤਖਤ ਦੀ ਜਿਹੜੀ ਇੰਸਟੀਟਿਊਸ਼ਨ ਉਹਦੀ ਇੰਪੋਰਟੈਂਸ ਸਿੱਖਾਂ ਦੇ ਦਿਮਾਗ 'ਚੋਂ ਖਤਮ ਕੀਤੀ ਜਾਵੇ। ਉਸ ਤੋਂ ਬਾਅਦ ਸਿੱਖ ਕੌਮ ਜਿਹੜੀ ਇਹ ਖਤਮ ਹੋ ਸਕਦੀ। ਕਿਉਂਕਿ ਮੁਸਲਮਾਨ ਵੀ ਜਿੰਨੇ ਪਹਿਲਾਂ ਮੁਗਲ ਪਠਾਨ ਜਿੰਨੇ ਵੀ ਅਟੈਕ ਕਰਦੇ ਰਹੇ ਨੇ, ਸਾਰੇ ਇਹੀ ਕਹਿੰਦੇ ਸੀ ਵੀ ਇਹਨਾਂ ਦਾ ਸੈਂਟਰ ਹੈ ਜਿਹੜਾ ਉਹ ਦਰਬਾਰ ਸਾਹਿਬ ਹੈ ਅਤੇ ਅਕਾਲ ਤਖਤ ਹੈ। ਜੇ ਇਹਨਾਂ ਦਾ ਇਹ ਖਤਮ ਕਰ ਦਿਓ ਤਾਂ ਇਹ ਤਾਕਤ ਇੱਥੋਂ ਲੈਂਦੇ ਨੇ। ਉਹੀ ਜਿਹੜਾ ਇਤਿਹਾਸ ਹੈ ਉਹ ਇੰਦਰਾ ਗਾਂਧੀ ਨੂੰ ਪੜ੍ਹ ਕੇ ਸੁਣਾਇਆ ਜਾਂਦਾ ਸੀ ਵੀ ਇਹ ਜਿਹੜੇ ਤਾਕਤ ਉਹ ਅਕਾਲ ਤਖਤ ਤੋਂ ਲੈਂਦੇ ਨੇ, ਦਰਬਾਰ ਸਾਹਿਬ ਤੋਂ ਲੈਂਦੇ ਨੇ। ਅਤੇ ਉਹਨੂੰ ਇਹ ਸੀ ਮੈਂ ਐਡੀ ਵੱਡੀ ਤਾਕਤ ਨੂੰ ਪਹਿਲਾਂ ਸਰੈਂਡਰ ਕਰਾ ਲਿਆ ਅਤੇ ਇਹਨਾਂ ਨੂੰ ਸਰੈਂਡਰ ਕਰਾ ਕੇ ਉਸ ਤੋਂ ਬਾਅਦ ਇੰਪੋਰਟੈਂਸ ਖਤਮ ਕਰਾਂਗੇ ਅਤੇ ਸਿੱਖਾਂ ਨੂੰ ਮਤਲਬ ਹਿੰਦੂ ਹੀ ਇੱਕ ਕਿਸਮ ਦਾ ਬਣਾ ਲਵਾਂਗੇ, ਹਿੰਦੂਇਜ਼ਮ ਦੇ ਵਿੱਚ ਹੀ ਐਂਟਰ ਕਰ ਲਵਾਂਗੇ, ਜਿਸ ਤਰ੍ਹਾਂ ਬੁੱਧਇਜ਼ਮ ਨੂੰ ਕੀਤਾ ਜਾਂ ਜੈਨਇਜ਼ਮ ਨੂੰ ਕੀਤਾ ਜਾਂ ਹੋਰ ਧਰਮਾਂ ਨੂੰ ਕੀਤਾ ਇਹਨਾਂ ਨੇ। ਮੁਸਲਮਾਨ ਤਾਂ ਹੁੰਦੇ ਨਹੀਂ, ਮੁਸਲਮਾਨ ਕਨਵਰਟ ਹੋ ਜਾਂਦੇ ਨੇ, ਪਰ ਮੁਸਲਮਾਨ ਦੁਬਾਰਾ ਹਿੰਦੂ ਨਹੀਂ ਬਣਦੇ। ਸਿੱਖਾਂ ਨੂੰ ਇਹ ਸੀ ਵੀ ਸਿੱਖਾਂ ਨੂੰ ਦੁਬਾਰਾ ਹਿੰਦੂ ਬਣਾਇਆ ਜਾ ਸਕਦਾ, ਕਿਉਂਕਿ ਇੱਕ ਹਿੱਸਾਧਾਰੀ ਹਿੰਦੂ ਇਹਨਾਂ ਨੇ ਲਿਖਿਆ ਹੀ ਹੋਇਆ ਆਪਦੀ ਕੌਨਸਟੀਟਿਊਸ਼ਨ 'ਚ। ਤਾਂ ਇਹਨਾਂ ਦਾ ਨਿਸ਼ਾਨਾ ਤਾਂ ਪਹਿਲਾਂ ਤੋਂ ਹੀ ਇਹ ਸੀ ਵੀ ਇਸ ਤਰ੍ਹਾਂ ਕਰਕੇ ਅਕਾਲ ਤਖਤ ਤੋਂ ਸਰੈਂਡਰ ਕਰਾ ਕੇ ਅਤੇ ਇਹਨਾਂ ਨੂੰ ਹਿੰਦੂਇਜ਼ਮ ਦੇ ਵਿੱਚ ਲਿਆਓ ਦੁਬਾਰਾ। ਡਾਕਟਰ ਸਾਹਿਬ, ਜਿਵੇਂ ਤੁਸੀਂ ਹੁਣ ਗੱਲ ਕਰ ਰਹੇ ਹੋ ਇੰਦਰਾ ਗਾਂਧੀ ਦੀ, ਤੁਹਾਨੂੰ ਲੱਗਦਾ ਜੇ ਇੰਦਰਾ ਗਾਂਧੀ ਨੇ ਅਟੈਕ ਕਰਵਾਇਆ, ਜਿਵੇਂ ਤੁਸੀਂ ਬੰਗਲਾਦੇਸ਼ੀ ਦੀ ਗੱਲ ਕੀਤੀ, 90,000 ਨੇ ਉੱਥੇ ਸਰੈਂਡਰ ਕਰ ਦਿੱਤਾ ਸੀ, ਇੱਕ ਹੰਕਾਰ ਦੇ ਪਿੱਛੋਂ ਇਹ ਇੰਦਰਾ ਗਾਂਧੀ ਨੇ ਅਟੈਕ ਕਰਵਾਇਆ ਕਿ ਉਹਨਾਂ ਨੂੰ ਇਹੀ ਹੁੰਦਾ ਸੀ ਕਿ ਕਿਤੇ ਸਿੱਖ ਜਿਹੜੇ ਹੈਗੇ ਨਾ ਸਿਰ ਨਾ ਚੁੱਕਣ ਦੁਬਾਰਾ, ਇਹ ਆਪਣਾ ਹੱਕ ਨਾ ਮੰਨਣ, ਤਾਂ ਅਟੈਕ ਕਰਵਾਇਆ? ਹਾਂ, ਇਹੀ ਹੈ। ਪਹਿਲਾਂ ਤੋਂ ਹੀ ਇਹ ਤਾਂ ਚੱਲੀ ਆ ਰਹੀ ਹੈ, ਜਵਾਹਰ ਲਾਲ ਨਹਿਰੂ ਤੋਂ ਲੈ ਕੇ ਚੱਲਿਆ ਆ ਰਿਹਾ ਵੀ ਸਿੱਖ ਨੇ ਜਿਹੜੇ ਉਹਨਾਂ ਨੂੰ ਅਸੀਂ ਪ੍ਰੋਮਿਸ ਕੀਤਾ ਸੀ ਵੀ ਤੁਹਾਨੂੰ ਅਸੀਂ ਇੰਡੀਪੈਂਡੈਂਟ ਹੋ ਗਏ, ਤੁਸੀਂ ਬਾਅਦ ਦੇ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਵੀ ਬੜੀਆਂ ਨੇ। 100 ਬੰਦਾ ਜਿਹੜਾ ਫਾਂਸੀ 'ਤੇ ਚੜ੍ਹਿਆ ਉਹਨਾਂ ਦੇ 90 ਤਾਂ ਸਿੱਖ ਹੀ ਹੋਣੇ ਨੇ। ਇਹ ਤਾਂ ਇਹਨਾਂ ਨੂੰ ਸਿੱਖਾਂ ਦੀ ਤਾਕਤ ਬਾਰੇ ਤਾਂ ਪਹਿਲਾਂ ਤੋਂ ਹੀ ਪਤਾ ਸੀ। ਅਤੇ ਤਾਕਤ ਬਾਰੇ ਪਤਾ ਹੋਣ ਕਰਕੇ ਪਹਿਲਾਂ ਤਾਂ ਨਾਲ ਜਿਹੜਾ ਬ੍ਰਾਹਮਣਿਜ਼ਮ ਹਿੰਦੂ ਧਰਮ ਹੈ ਨਾ ਜਿਹੜਾ, ਇਹ ਬੜਾ ਅਜੀਬ ਧਰਮ ਹੈ। ਜੇ ਮਤਲਬ ਬ੍ਰਾਹਮਣ ਧਰਮ ਨੂੰ ਕਿਸੇ ਨੇ ਸਮਝਿਆ ਇਸ ਟਾਈਮ 'ਤੇ, ਮਾਡਰਨ ਟਾਈਮ 'ਤੇ, ਉਹ ਇੱਕੋ ਇੱਕ ਲੀਡਰ ਸੀ ਮੁਸਲਮਾਨਾਂ ਦਾ, ਮੁਹੰਮਦ ਅਲੀ ਜਿਨਾਹ, ਜਿਹਨੇ ਇਹਨਾਂ ਨੂੰ ਸਮਝਿਆ ਵੀ ਇਹਨਾਂ ਦੀ ਨੀਤੀ ਕੀ ਹੈ। ਉਹ ਇਹਨਾਂ ਦੀ ਨੀਤੀ ਨੂੰ ਸਮਝ ਕੇ ਅਤੇ ਇਹਨਾਂ ਦੇ ਨਾਲ ਮਤਲਬ ਇੱਟ ਦਾ ਜਵਾਬ ਪੱਥਰ ਨਾਲ ਦਿੰਦਾ ਰਿਹਾ। ਹੋਰ ਕੋਈ ਮਤਲਬ ਸਿੱਖ ਤਾਂ ਵਿਚਾਰੇ ਹੈ ਹੀ ਬੜੇ ਭੋਲੇ ਨੇ, ਸਿੱਖਾਂ ਨੂੰ ਤਾਂ ਕੋਈ ਪਤਾ ਹੀ ਨਹੀਂ ਲੀਡਰਸ਼ਿਪ ਨੂੰ ਲੱਗਦਾ ਵੀ ਪੋਲੀਟੀਕਲੀ ਅਸੀਂ ਕੀ ਕਰਨਾ ਚਾਹੀਦਾ ਸਾਨੂੰ। ਉਹ ਸਰਦਾਰ ਕਪੂਰ ਸਿੰਘ ਉਹਨਾਂ ਨੇ ਬੜਾ ਵਧੀਆ ਇੱਕ ਥਾਂ 'ਤੇ ਲਿਖਿਆ ਵੀ ਇੱਕ ਜੂਲਾ ਲਾ ਦਿਓ ਇਹਨਾਂ ਦੇ ਧੌਣ ਤੋਂ, ਅਤੇ ਦੂਜੇ ਜੂਲੇ ਵਾਸਤੇ ਸਿਰ ਆਪ ਹੀ ਅੱਗੇ ਡਾਹ ਦਿੰਦੇ ਨੇ, ਸਾਡੇ ਉੱਤੇ ਜੂਲਾ ਰੱਖ ਦਿਓ। ਉਹ ਸਾਡੇ ਤਾਂ ਇਹ ਹਾਲ ਹੈ ਵੀ ਜੇ ਅੰਗਰੇਜ਼ਾਂ ਦਾ ਜੂਲਾ ਲੱਥਾ ਅਤੇ ਅਸੀਂ ਹਿੰਦੂਆਂ ਦਾ ਜੂਲਾ ਆਪਦੇ ਸਿਰ 'ਤੇ ਰਖਾ ਲਿਆ, ਅਤੇ ਜੇ ਹਿੰਦੂਆਂ ਦਾ ਲੱਥਾ ਅਤੇ ਉਸ ਤੋਂ ਬਾਅਦ ਹੋਰ ਕੋਈ ਤਿਆਰੀ ਕਰ ਲਾਂਗੇ, ਅਸੀਂ ਆਪ 'ਚ ਲੜੀ ਜਾਣਾ ਆਪ। ਸਾਨੂੰ ਪਤਾ ਹੀ ਨਹੀਂ ਹੈ ਵੀ ਸਾਨੂੰ ਮਹਾਰਾਜ ਰਾਜ ਦੇ ਕੇ ਗਏ ਨੇ, ਸਾਡਾ ਰਾਜ ਹੱਕ ਹੈ ਅਤੇ ਅਸੀਂ ਰਾਜ ਕਿਸ ਤਰ੍ਹਾਂ ਕਰਨਾ ਹੈ। ਇਹ ਗੱਲਾਂ ਨੇ ਜਿਹੜੀਆਂ ਇਹ ਬੜੀਆਂ ਮਤਲਬ ਵਿਦਵਤਾ ਦੇ ਪੱਖ 'ਤੇ ਇਹ ਗੱਲਾਂ ਸੋਚਣ ਵਾਲੀਆਂ ਨੇ ਵੀ ਇਹ ਗੱਲਾਂ ਕਿਉਂ ਹੋ ਰਹੀਆਂ ਨੇ। ਹੁਣ ਇਸ ਵੇਲੇ ਵੀ ਰੌਲਾ ਰੱਪਾ ਹਰ ਇੱਕ ਥਾਂ 'ਤੇ ਪੈ ਰਿਹਾ, ਖਾਲਿਸਤਾਨ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਪਰ ਆਪਣੇ ਥਾਂ 'ਤੇ ਤੁਰੇ ਫਿਰਦੇ ਨੇ। ਕੋਈ ਔਰਗੇਨਾਈਜ਼ਡ, ਕੋਈ ਇੰਸਟੀਟਿਊਸ਼ਨਲਾਈਜ਼ ਕੋਈ ਗੱਲ ਨਹੀਂ ਹੋ ਰਹੀ ਅਜੇ ਵੀ, ਜਿਹਦੇ ਨਾਲ ਬਾਹਰ ਵੀ ਜਾਈਏ ਤਾਂ ਬਾਹਰ ਵੀ ਰੌਲਾ ਇਹੀ ਪਈ ਜਾਂਦਾ ਗੁਰਦੁਆਰਿਆਂ 'ਚ, ਖਾਲਿਸਤਾਨ ਕਰੀ ਜਾਂਦੇ ਆ। ਕੋਈ ਸਿਸਟਮੈਟਿਕ ਕੋਈ ਗੱਲ ਹੈ ਨਾ ਜਿਹੜੀ ਪੜ੍ਹੇ ਲਿਖੇ ਬੰਦਿਆਂ ਵਾਲੀ ਗੱਲ ਹੈ, ਜਾਂ ਜਿੱਥੇ ਪੜ੍ਹੇ ਲਿਖੇ ਬੰਦਿਆਂ ਦੇ ਜਿਹੜੀ ਇਹ ਫੈਸਲੇ ਹੁੰਦੇ ਨੇ ਰਾਜ ਦੇ ਇੱਧਰੋਂ ਉੱਧਰ ਲੈਣਾ ਜਾਂ ਦੇਸ਼ ਟੁੱਟਣਾ, ਉਹ ਹਮੇਸ਼ਾ ਟੇਬਲ 'ਤੇ ਹੁੰਦੇ ਨੇ। ਟੇਬਲ 'ਤੇ ਜਿਹੜੇ ਗੱਲ ਕਰਦੇ ਨੇ ਉਹਨਾਂ 'ਤੇ ਡਿਪੈਂਡ ਕਰਦੇ। ਹੁਣ ਸਾਡੇ ਕੋਲ ਤਾਂ ਗੱਲ ਕਰਨ ਵਾਲਾ ਬੰਦਾ, ਮੈਂ ਫੈਡਰੇਸ਼ਨ 'ਚ ਗੱਲਬਾਤ ਕਰਕੇ ਵੀ ਵੇਖੀ 85 'ਚ, ਉਹ ਸਾਡੇ ਨਾਲ ਦੇ ਜਿਹੜੇ ਬੰਦੇ ਸੀ ਉਹ ਵਿਚਾਰੇ ਇੱਥੋਂ ਤੱਕ ਹੀ ਸਾਨੂੰ ਵੀ ਸਾਡੀ ਵਾਈਫ ਦੀ, ਮੇਰੇ ਦੇ ਏਰੀਅਰ ਦੇ ਅਤੇ ਮੇਰੀ ਵਾਈਫ ਦੀ ਫਲਾਣੀ ਥਾਂ 'ਤੇ ਮਤਲਬ ਬਦਲੀ ਕਰ ਦਿਓ, ਜਿਹੜਾ ਗਵਰਨਰ ਨਾਲ ਗੱਲਬਾਤ ਚੱਲਦੀ ਹੁੰਦੀ ਸੀ। ਤਾਂ ਮੈਂ ਬੜਾ ਹੈਰਾਨ ਹੁੰਦਾ ਸੀ ਵੀ ਇਹਨਾਂ ਲੋਕਾਂ ਨੂੰ
ਕੀ ਇਹਨਾਂ ਨੂੰ ਸਮਝਾਓ ਵੀ ਤੁਸੀਂ ਪੋਲੀਟੀਕਲ ਗੱਲ ਕਰਨ ਆਏ ਜੇ, ਪੋਲੀਟੀਕਲ ਟੇਬਲ ਤੇ ਆਏ ਜੋ ਤੁਸੀਂ, ਤੇ ਗੱਲ ਤੁਸੀਂ ਇਹ ਕਰ ਰਹੇ ਜੇ। ਤੇ ਜਦੋਂ ਅਸੀਂ ਸੁਲਝੇ ਹੋਏ ਢੰਗ ਦੇ ਨਾਲ ਗੱਲ ਕੀਤੀ, ਉਹ ਜਿਹੜਾ ਉੱਥੇ ਹਰਮਿੰਦਰ ਦੀ ਫੋਟੋ ਲੱਗੀ ਹੋਈ ਹੈ, ਤੇ ਮੈਂ ਸੁਲਝੇ ਹੋਏ ਢੰਗ ਨਾਲ ਗੱਲ ਕੀਤੀ, ਤੇ ਉਹ ਕਾਫੀ ਗੱਲ ਸਾਡੇ ਨੇੜੇ ਪਹੁੰਚ ਗਈ ਸੀ 85 'ਚ। ਮੈਂ ਸ਼ੁਰੂ ਵਿੱਚ ਵੀ ਕਿਹਾ, ਜਿਵੇਂ ਆਪਾਂ ਵੀ ਗੱਲਬਾਤ ਕਰਦੇ ਸੀ, ਜ਼ਿਕਰ ਕਰਦੇ ਸੀ, ਤੁਸੀਂ ਵੀ ਕਿਹਾ ਕਿ ਜੇ ਸੰਤ ਭਿੰਡਰਾਂਵਾਲੇ, ਜਿਵੇਂ ਤੁਸੀਂ ਆਨੰਦਪੁਰ ਸਾਹਿਬ ਦਾ ਮਤਾ ਦੀ ਗੱਲ ਕੀਤੀ ਹੈ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਆਨੰਦਪੁਰ ਦਾ ਮਤਾ ਜਿਹੜਾ ਹੈਗਾ ਸੀ, ਉਹਨਾਂ ਨੇ ਕਿਹਾ ਸੀ ਕਿ ਲਾਗੂ ਕਰਵਾ ਦੇਣ। ਇਹ ਗੱਲ ਇੰਦਰਾ ਗਾਂਧੀ ਕੋਲ ਪਹੁੰਚੀ ਸੀ ਕਿ ਇਸ ਗੱਲ ਉੱਤੇ ਸਮਝੌਤਾ ਹੋ ਸਕਦਾ ਸੀ? ਹਾਂ, ਇਸ ਗੱਲ ਉੱਤੇ ਸਮਝੌਤਾ ਹੋ ਸਕਦਾ ਸੀ, ਲੇਕਿਨ ਜੇ ਇਸ ਗੱਲ ਉੱਤੇ ਸਮਝੌਤਾ ਹੋ ਜਾਂਦਾ ਤੇ ਫਿਰ, ਕਿਉਂਕਿ ਬਾਦਲ ਸਾਹਿਬ ਇਹ ਸਮਝਦੇ ਸੀ ਵੀ ਫਿਰ ਚੀਫ ਮਿਨਿਸਟਰੀ ਜਿਹੜੀ ਪੰਜਾਬ ਦੀ ਉਹ ਟੌੜੇ ਦੇ ਹੱਥ ਚਲੀ ਜਾਊਗੀ, ਬਾਦਲ ਨੂੰ ਕਿਸੇ ਨੇ ਚੀਫ ਮਿਨਿਸਟਰ ਨਹੀਂ ਬਣਾਉਣਾ, ਕਿਉਂਕਿ ਉਸ ਮੂਵਮੈਂਟ ਦੇ ਵਿੱਚ ਟੌੜੇ ਦਾ ਮੇਨ ਰੋਲ ਸੀ ਸੰਤਾਂ ਦੇ ਨਾਲ। ਬਾਦਲ ਨੂੰ ਸੰਤ ਨਫ਼ਰਤ ਕਰਦੇ ਸੀ ਇਸ ਵਾਸਤੇ ਕਿਉਂਕਿ ਇਹਨੇ ਨਿਰੰਕਾਰੀਆਂ ਵੇਲੇ ਮਤਲਬ ਬਹੁਤ ਮਾੜਾ ਰੋਲ ਇਹਨੇ ਪਲੇ ਕੀਤਾ। ਕਈ ਤਾਂ ਇਹ ਵੀ ਕਹਿੰਦੇ ਨੇ ਵੀ ਉਹ ਜਿਹੜਾ ਗੁਰਬਚਨਾਂ ਸੀ ਉਹਨੂੰ ਕੱਢਣ ਦੇ ਵਿੱਚ ਇਹਨੇ ਆਪਦੀ ਕਾਰ ਦਿੱਤੀ, ਦਿੱਲੀ ਪਹੁੰਚਾਇਆ ਉਹਨੂੰ। ਉਸ ਤੋਂ ਬਾਅਦ ਜਿਹੜੀ ਉਹ ਬਰੀ ਹੋਏ ਨੇ ਜਿਹੜੀ ਕਰਨਾਲ ਦੀ ਅਦਾਲਤ 'ਚੋਂ, ਉਸ ਤੋਂ ਬਾਅਦ ਇਹਨਾਂ ਨੂੰ ਚੈਲੰਜ ਕਰਨਾ ਚਾਹੀਦਾ ਸੀ ਉਸ ਵਰਡਿਕਟ ਨੂੰ, ਹਾਈ ਕੋਰਟ 'ਚ ਕਰਨਾ ਚਾਹੀਦਾ ਸੀ। ਹਾਈ ਕੋਰਟ ਉਦੋਂ ਵੀ ਇਹਦੀ ਸਰਕਾਰ ਸੀ, ਇਹਨੇ ਨਹੀਂ ਕੀਤਾ। ਮਤਲਬ ਉਹ ਇਹ ਕਈ ਗੱਲਾਂ ਇਹੋ ਜਿਹੀਆਂ ਸੀ ਜਿਹੜੀਆਂ ਬਾਦਲ ਦੇ ਖਿਲਾਫ ਜਾਂਦੀਆਂ ਸੀ ਸੰਤਾਂ ਦੇ ਕੋਲ, ਤੇ ਟੌੜਾ ਉਹਨਾਂ ਚੀਜ਼ਾਂ ਨੂੰ ਐਕਸਪਲੋਇਟ ਕਰਦਾ ਸੀ ਵੀ ਦੇਖੋ ਜੀ ਇਹਨੇ ਸਿੱਖਾਂ ਦੇ ਹੱਕ 'ਚ ਕੋਈ ਕੰਮ ਨਹੀਂ ਕਰਦਾ, ਇਹ ਸਾਰਾ ਗਲਤ ਕਰ ਰਿਹਾ। ਇਸ ਵਾਸਤੇ ਟੌੜੇ ਨੂੰ ਇਹ ਸੀ, ਸ਼ਾਇਦ ਸੈਂਟਰ ਤੋਂ ਵੀ ਮਾੜੀ ਮੋਟੀ ਉਹਨੂੰ ਹਾਂ ਭਰੀ ਹੋਏ ਇੰਦਰਾ ਗਾਂਧੀ ਉਹਨਾਂ ਨੇ, ਜੇ ਤੁਸੀਂ ਇਸ ਤਰੀਕੇ ਨਾਲ ਜੇ ਉੱਥੋਂ ਸਰੈਂਡਰ ਕਰਾ ਦਿਓ ਸੰਤਾਂ ਨੂੰ ਤੇ ਫਿਰ ਅਸੀਂ ਤੁਹਾਨੂੰ ਚੀਫ ਮਿਨਿਸਟਰ ਬਣਾਵਾਂਗੇ, ਬਾਦਲ ਨੂੰ ਨਹੀਂ ਬਣਾਉਂਦੇ। ਇਸ ਤਰ੍ਹਾਂ ਦੀ ਗੱਲ ਹੈ ਸੀ, ਤੇ ਇੰਦਰਾ ਗਾਂਧੀ ਮੰਨਣ ਨੂੰ ਤਿਆਰ ਸੀ, ਆਨੰਦਪੁਰ ਦਾ ਮਤਾ ਵੀ ਮੰਨਣ ਨੂੰ ਤਿਆਰ ਸੀ, ਤੇ ਸੰਤ ਵੀ ਉੱਥੋਂ ਮਤਲਬ ਆਪਦਾ ਸਾਰਾ ਵਾਈਂਡ ਅਪ ਕਰਕੇ, ਤੇ ਉਹ ਚਾਹੁੰਦੇ ਸੀ ਮੈਂ ਤਾਂ ਆਪਦਾ ਮਤਲਬ ਧਰਮ ਪ੍ਰਚਾਰ ਕਰਨਾ ਤੇ ਸਿੱਖਾਂ ਵਾਸਤੇ ਕੰਮ ਕਰਨਾ, ਧਰਮ ਪ੍ਰਚਾਰ ਕਰਨਾ। ਜੇ ਅਕਾਲੀਆਂ ਨਾਲ ਸਮਝੌਤਾ ਹੋ ਜਾਵੇ ਪਰ ਹੋਵੇ ਆਨੰਦਪੁਰ ਸਾਹਿਬ ਦੇ ਮਤੇ 'ਤੇ, ਉਸ ਤੋਂ ਘੱਟ ਨਹੀਂ। ਜੇ ਉਸ ਤੋਂ ਘੱਟ ਹੋਇਆ ਤਾਂ ਮੈਂ ਨਹੀਂ ਮੰਨਣਾ। ਜੇ ਆਨੰਦਪੁਰ ਸਾਹਿਬ ਦੇ ਮਤੇ 'ਤੇ ਇੰਦਰਾ ਗਾਂਧੀ ਮੋਹਰ ਲਾ ਦਿੰਦੀ ਹੈ ਤੇ ਮੈਂ ਇੱਥੋਂ ਆਪਦਾ ਸਾਰਾ ਕੁਝ ਲੈ ਕੇ ਚਲਾ ਜਾਊਂਗਾ, ਮੈਂ ਧਰਮ ਪ੍ਰਚਾਰ ਕਰੂੰਗਾ। ਉਹਨਾਂ ਦਾ ਇਹ ਸੀ, ਲੇਕਿਨ ਉਹ ਕਿਉਂ ਨਹੀਂ ਉਹ ਗੱਲ ਸਿਰੇ ਚੜੀ, ਕਿਉਂ ਉੱਥੇ ਤੱਕ ਪਹੁੰਚਣ ਨਹੀਂ ਦਿੱਤੀ। ਪਹੁੰਚ ਤਾਂ ਸ਼ਾਇਦ ਗਈ ਹੋਣੀ ਹੈ, ਪਰ ਇਹਨਾਂ ਨੇ ਬਾਦਲ ਬੜਾ ਮਤਲਬ ਰਾਜ ਕਰਨ ਦੇ ਮਾਮਲੇ 'ਚ ਬਹੁਤ ਮਤਲਬ ਘਟੀਆਪਣ ਤੱਕ ਮਤਲਬ ਜਾ ਸਕਦਾ। ਉੱਥੇ ਉਹਨਾਂ ਨੂੰ ਕੋਈ ਸਿੱਖੀ ਦਾ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਹਾਲਾਂਕਿ ਮੈਨੂੰ ਵੀ 85 'ਚ ਮਿਲਦਾ ਰਿਹਾ ਬਾਦਲ, ਜਦੋਂ ਮੈਂ ਆਪਰੇਸ਼ਨ ਫਿਊਸਾ ਤੋਂ ਨਿਕਲ ਕੇ ਆਇਆ, ਤੇ ਮੇਰੇ ਸਾਹਮਣੇ ਹੀ ਉਦੋਂ ਇਹਨੇ ਕਦੇ ਮੇਰੇ ਕੋਲ ਇਹ ਗੱਲ ਨਹੀਂ ਸੀ ਕੀਤੀ ਵੀ ਸਰਕਾਰ ਨੇ ਮਾੜਾ ਕੀਤਾ ਹੋਵੇ, ਅਕਾਲ ਤਖਤ ਆਪਣਾ ਟਹਿ ਗਿਆ, ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਆ, ਕਦੇ ਨਹੀਂ ਸੀ ਇਹਨੇ ਕੀਤੀ। ਮੇਰੇ ਖਿਆਲ ਮੈਨੂੰ ਇਹ 10 ਵਾਰ ਮਿਲਿਆ ਹੋਣਾ ਘੱਟ ਤੋਂ ਘੱਟ। ਜਿੱਥੇ ਮੈਂ ਰਹਿੰਦਾ ਹੁੰਦਾ ਸੀ ਆਈ ਡਾਊਟ 'ਤੇ, ਉੱਥੇ ਹੀ ਆ ਜਾਂਦਾ ਹੁੰਦਾ ਸੀ। ਇਹਦੀ ਵਰਡਿੰਗ ਇਹੋ ਹੀ ਹੁੰਦੀ ਸੀ ਜੀ, ਉਹ ਲੋਕ ਤਾਂ ਸਾਰੇ ਕੰਮਾਂ ਨਾਲ ਬੱਝੇ ਹੋਏ ਨੇ, ਦੇਖੋ ਵੋਟਾਂ ਨਾਲ ਰੋਜ਼ ਰਾਜ ਮਿਲਦਾ ਜੀ, ਸਿੱਖਾਂ ਦੀਆਂ ਵੋਟਾਂ ਨੇ ਜਿਹੜੀਆਂ ਐਂ ਬਣਦੀਆਂ ਨੇ, ਤੇ ਇਹ ਕੀ ਬਣਨਾ ਜੀ, ਇਸ ਤਰ੍ਹਾਂ ਕੋਈ ਬਣ ਥੋੜ੍ਹਾ ਸਕਦਾ ਹੈ। ਇਹ ਮਤਲਬ ਉਹ ਉਹਨਾਂ ਦੇ ਖਿਲਾਫ ਹੀ ਸੀ ਇਹ ਜਿਹੜਾ ਸਾਰਾ ਕੁਝ, ਜਿਹੜੀ ਮਾਰ ਕੱਟ ਉੱਥੇ ਹੋਈ ਹੈ ਜਾਂ ਆਪਰੇਸ਼ਨ ਹੋਇਆ। ਇਹ ਐਂ ਲੱਗਦਾ ਸੀ ਜਿਹਨੇ ਆਪ ਹੀ ਕਰਾਇਆ ਹੁੰਦਾ ਆਪਰੇਸ਼ਨ, ਵੀ ਸਰਕਾਰ ਦੇ ਨਾਲ ਰਲ ਕੇ ਇਹਨੇ ਹੀ ਕਰਾਇਆ। ਜਿਹੜਾ ਹੁਣ ਵੀ ਇਹ ਕਹਿ ਰਿਹਾ ਆਪਰੇਸ਼ਨ ਤੋਂ ਬਾਅਦ ਵੀ ਇਹ ਰਿਗਰੈਟ ਨਹੀਂ ਕਰ ਰਿਹਾ, ਜਾਂ ਮਤਲਬ ਕੌਮ ਦੇ ਹੱਕ 'ਚ ਕੋਈ ਗੱਲ ਨਹੀਂ ਕਰ ਰਿਹਾ, ਇਹੀ ਕਰ ਰਿਹਾ ਵੀ ਮਤਲਬ ਇਹ ਲੋਕ ਕੰਮਾਂ ਨਾਲ ਬੱਝੇ ਹੋਏ ਨੇ, ਤੇ ਕੰਮਾਂ ਨਾਲ ਬੱਝੇ ਹੋਏ ਨੇ, ਤੇ ਫਿਰ ਉਹ ਆਪਦੀ ਰਾਜ ਰੂਜ ਉਹਨੇ ਲੈ ਕੇ ਕਰ ਲਿਆ ਜਿਹੜਾ ਕੋਈ ਕਰਨਾ ਸੰਤਾਂ ਨੂੰ ਮਰਵਾਤਾ। ਟੌੜਾ ਉਹ ਮਰ ਗਿਆ ਵਿਚਾਰਾ, ਤੇ ਮਗਰੋਂ ਹੁਣ ਠੀਕ ਹੈ, ਹੁਣ ਆਪਦੇ ਮੁੰਡੇ ਨੂੰ ਬਣਾਈ ਜਾਂਦਾ। ਆਪਦੇ ਮੁੰਡੇ ਨੂੰ ਕੀ ਬਣਾਇਆ, ਜਿੰਨੇ ਰਿਸ਼ਤੇਦਾਰ ਸੀ, ਕੋਈ ਸੈਂਟਰ 'ਚ ਮਿਨਿਸਟਰ ਹੈ, ਕੋਈ ਇੱਥੇ ਮਿਨਿਸਟਰ ਨੇ, ਮਤਲਬ ਉਹਦੇ ਕੰਮ ਸੂਤ ਆਇਆ ਹੋਇਆ ਹੈ ਸਾਰਾ। ਤੇ ਸਿੱਖ ਨੇ ਜਿਹੜੇ ਉਹ ਵਿਚਾਰੇ, ਉਹਨਾਂ ਨੂੰ ਕੋਈ ਸਮਝ ਹੀ ਨਹੀਂ ਇੰਨੀ, ਉਹ ਬਸ ਉਹ ਕੰਮਾਂ ਨਾਲ ਬੱਝੇ ਹੋਣ ਵਾਲੀ ਗੱਲ ਹੀ ਹੈ। ਜਿਸ ਤਰ੍ਹਾਂ ਉਹ ਬਾਦਲ ਸੋਚਦੇ ਨੇ ਕੰਮਾਂ ਨਾਲ ਬੱਝੇ ਹੋਏ ਨੇ, ਉਹ ਸਾਰੇ ਕੰਮਾਂ ਨਾਲ ਹੀ ਬੱਝੇ ਹੋਏ ਨੇ। ਜਿਸ ਤਰੀਕੇ ਨਾਲ ਤੁਸੀਂ ਹੁਣ ਜਿਵੇਂ ਗੱਲ ਕੀਤੀ ਕਿ ਸ਼ਾਇਦ ਸਮਝੌਤਾ ਹੋ ਜਾਂਦਾ, ਜੇ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਿਹਾ ਸੀ ਕਿ ਆਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਵਾਉਣਾ, ਪਾਸ ਕਰਵਾਉਣਾ, ਉਸ ਤੋਂ ਬਾਅਦ ਹੀ ਇੱਕ ਗੱਲ ਚੱਲ ਸਕਦੀ ਸੀ। ਫਿਰ ਇਸ 'ਚ ਮਸੰਜਰ ਕੌਣ ਸੀ? ਸੰਤ ਭਿੰਡਰਾਂਵਾਲੇ ਦੀ ਗੱਲਬਾਤ ਜੋ ਹੈ ਉਹ ਇੰਦਰਾ ਗਾਂਧੀ ਤੱਕ ਪਹੁੰਚਾਉਂਦਾ ਕੌਣ ਸੀ? ਕਿ ਉਹਨਾਂ ਦੀ ਗੱਲਾਂ ਸਾਰੀਆਂ ਸਹੀ ਪਹੁੰਚਾਈਆਂ ਗਈਆਂ ਨੇ ਇੰਦਰਾ ਗਾਂਧੀ ਕੋਲ? ਮੇਰੀ ਨੌਲੇਜ ਤਾਂ ਮਾੜਾ ਮੋਟਾ ਭਰਪੂਰ ਸਿੰਘ ਬਲਵੀਰ ਹੀ ਸੀ ਜਿਹੜਾ ਪਹੁੰਚਾਉਂਦਾ ਸੀ ਗੱਲਾਂ ਉਹਨਾਂ ਦੀਆਂ। ਤੇ ਭਰਪੂਰ ਸਿੰਘ ਬਲਵੀਰ ਜਿਹੜਾ ਕੋਈ ਇੰਨਾ ਇਫੈਕਟਿਵ ਬੰਦਾ ਨਹੀਂ ਸੀ ਜਿਹੜਾ ਪਹੁੰਚਾ ਸਕਦਾ ਹੋਵੇ। ਤੇ ਜਾਂ ਦੂਜੀ ਗੱਲ ਇਹ ਆ ਵੀ ਕੈਪਟਨ ਅਮਰਿੰਦਰ ਸਿੰਘ ਤੇ ਰਵੀ ਇੰਦਰ ਸਿੰਘ ਇਹ ਬਹੁਤ ਜਾਂਦੇ ਹੁੰਦੇ ਸੀ ਉਦੋਂ ਸੰਤ ਜਰਨੈਲ ਸਿੰਘ ਹੋਰਾਂ ਨੂੰ ਮਿਲਣ। ਇਹ ਵੀ ਮੇਰਾ ਖਿਆਲ ਹੈ ਵਿੱਚ ਇਹ ਵਿਚੋਲੇ ਸੀਗੇ ਦੋਵੇਂ ਜਣੇ, ਕੈਪਟਨ ਸਾਹਿਬ ਤੇ ਰਵੀ ਇੰਦਰ। ਇਹਨਾਂ ਦੇ ਥਰੂ ਵੀ ਗੱਲ ਉਹਨਾਂ ਨੂੰ ਇੰਦਰਾ ਗਾਂਧੀ ਕੋਲ ਪਹੁੰਚੀ ਹੋਣੀ ਗੱਲ।
ਲੇਕਿਨ ਉਹ ਜਿਹੜਾ ਉੱਪਰਲੇ ਜਿਹੜਾ ਰਾਹ ਦਾ ਲੈਵਲ ਹੁੰਦਾ ਨਾ, ਜਿਹੜੀ ਇਹਨਾਂ ਦੀ ਏਜੰਸੀ ਰਾਹ ਹੈ, ਉਹ ਰਾਹ ਦੇ ਵਿੱਚ ਜਿਹੜਾ ਜ਼ਿਆਦਾ ਗੱਲ ਚੱਲਦੀ ਸੀ, ਜਾਂ ਜਿਹੜਾ ਬੀਜੇਪੀ ਦੇ ਵਿੱਚ ਜਿਹੜੀ ਹਿੰਦੂ ਲਾਬੀ ਸੀ ਉਹ ਵੀ ਸਾਰੀ ਬਾਦਲ ਸੀ, ਪ੍ਰੋ ਟੋੜਾ ਨਹੀਂ ਸੀ। ਉਹ ਜਿਹੜੀ ਲੋਬੀ ਸੀ ਬੀਜੇਪੀ ਵਾਲੀ ਲੋਬੀ, ਉਹਨੇ ਵੀ ਬਹੁਤ ਪਾਰਟ ਪਲੇ ਕੀਤਾ ਇਸ ਗੱਲ ਦੇ ਵਿੱਚ ਵੀ ਇਹ ਆਪਰੇਸ਼ਨ ਹੀ ਹੋਣਾ ਚਾਹੀਦਾ ਹੈ, ਮਤਲਬ ਅਨੰਦਪੁਰ ਸਾਹਿਬ ਦਾ ਮਤਾ ਮੰਨਿਆ ਨਹੀਂ ਜਾਣਾ ਚਾਹੀਦਾ। ਕਿਉਂਕਿ ਮੈਨੂੰ ਬੜਾ ਯਾਦ ਹੈ ਬਾਈ ਚੰਗੀ ਤਰ੍ਹਾਂ ਵੀ ਅਰਜਨ ਸਿੰਘ ਜਦੋਂ ਗਵਰਨਰ ਇੱਥੇ ਬਣ ਕੇ ਆਇਆ ਤਾਂ ਬੜਾ ਸੀਰੀਅਸ ਪੋਲੀਟੀਸ਼ੀਅਨ ਸੀ ਉਹ। ਅਤੇ ਜਦੋਂ ਸਾਡੀ ਗੱਲਬਾਤ ਸਿਰੇ ਲੱਗਣ ਲੱਗੀ ਅਤੇ ਉਦੋਂ ਕੋਈ ਸੰਤ ਲੌਂਗੋਵਾਲ ਨੂੰ ਮਾਰ ਦਿੱਤਾ ਗਿਆ। ਜਦੋਂ ਲੌਂਗੋਵਾਲ ਨੂੰ ਮਾਰ ਦਿੱਤਾ ਗਿਆ ਉਦੋਂ ਸਾਡੀ ਗੱਲਬਾਤ ਚੱਲਦੀ ਸੀ ਸਰਕਾਰ ਨਾਲ, ਅਤੇ ਉਦੋਂ ਉਹਨੇ ਫਿਰ ਸਾਨੂੰ ਕਿਹਾ ਬੜਾ ਉਹ ਮਤਲਬ ਉਦਾਸ ਹੋਈ ਸੀ। ਅਰਜਨ ਸਿੰਘ ਕਹਿਣ ਲੱਗਾ ਨਾਊ ਦੀ ਸਿਚੁਏਸ਼ਨ ਹੈਜ਼ ਚੇਂਜਡ, ਮੈਂ ਕੁਛ ਨਹੀਂ ਕਰ ਸਕਦਾ ਹੁਣ। ਅਤੇ ਫਿਰ ਬਾਅਦ ਦੇ ਵਿੱਚ ਜਦੋਂ ਮੈਨੂੰ ਇੱਕ ਦੋ ਵਾਰ ਮਿਲਿਆ तो कहने लगा जी डॉक्टर साहब बात असली ये है कि दिल्ली में एंटी पंजाब लॉबी जो है वो बहुत स्ट्रॉन्ग है। अगर कोई भी कोई सिखों के बारे में या पंजाब के भलाई के बारे में कोई बात करनी चाहता है तो वो लॉबी इतनी स्ट्रॉन्ग है कि वो पंजाब का भला होने नहीं देती। आप इस चीज़ को पल्ले बांध लें कि ये कभी नहीं, मतलब पंजाब एंटी पंजाब लॉबी जो दिल्ली में है वो कभी पंजाब का भला नहीं चाहती। ਨਹੀਂ ਜਿਸ ਤੇ ਜਿਵੇਂ ਹੁਣ ਗੱਲ ਚੱਲਦੀ ਹੈ ਜਿਵੇਂ 84 ਦੀ, ਜੇ ਸਮਝੌਤਾ ਹੋਣ ਨਹੀਂ ਦਿੱਤਾ ਇਹਦੇ ਵਿੱਚ, ਜੇ ਉੱਥੇ ਅਕਾਲ ਸਾਹਿਬ ਤੇ ਅਟੈਕ ਹੋਇਆ, ਜਿਵੇਂ ਹੁਣ ਸਮਝੌਤਾ ਨਹੀਂ ਹੋਇਆ, ਤਾਂ ਲੱਗਦਾ ਇਸ ਵਿੱਚ ਕਈ ਇਹੋ ਜਿਹੇ ਸਿੱਖ ਹੈਗੇ ਸੀ ਜਿਨ੍ਹਾਂ ਨੂੰ ਸਮਝੌਤਾ ਹੋਣ ਹੀ ਨਹੀਂ ਦਿੱਤਾ। ਜੇ ਅਨੰਦਪੁਰ ਸਾਹਿਬ ਦੇ ਮਤੇ ਦੀ ਸਹੀ ਗੱਲ ਇੰਦਰਾ ਗਾਂਧੀ ਕੋਲ ਪਹੁੰਚਾਈ ਹੁੰਦੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਜਿਵੇਂ ਕਿਹਾ ਸੀ ਕਿ ਅਨੰਦਪੁਰ ਸਾਹਿਬ ਮਤੇ ਉੱਤੇ ਜੇ ਗੱਲ ਕਰਨਗੇ ਫਿਰ ਅਸੀਂ ਤਿਆਰ ਹੈਗੇ ਹਾਂ, ਫਿਰ ਤਾਂ ਲੱਗਦਾ ਕਿ ਕਈ ਸਿੱਖ ਹੀ ਇਸ ਵਿੱਚ ਸ਼ਾਮਿਲ ਹੈਗੇ ਸੀ। ਸਿੱਖਾਂ ਨੂੰ ਛੱਡੋ, ਤੁਸੀਂ ਸਾਰੇ ਅਕਾਲੀ ਸ਼ਾਮਲ ਸਨ। ਬਲਵੰਤ ਸਿੰਘ, ਬਰਨਾਲਾ, ਬਾਦਲ, ਲੌਂਗੋਵਾਲ, ਇਹ ਤਾਂ ਮੇਨ ਸਨ ਨਾ ਚਾਰੇ, ਜਿਹੜੇ ਕਹਿੰਦੇ ਸੀ ਅਟੈਕ ਹੋਣਾ ਚਾਹੀਦਾ ਅਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਕਿਉਂਕਿ ਇੰਨੇ ਜ਼ਿਆਦਾ ਦਹਿਸ਼ਤ ਇਹਨਾਂ ਨੇ ਸੰਤ ਜਰਨੈਲ ਸਿੰਘ ਬਾਰੇ ਹੋ ਗਈ ਸੀ। ਜੇ ਸੰਤ ਜਰਨੈਲ ਸਿੰਘ ਜਿਉਂਦਾ ਰਹਿ ਗਿਆ ਤਾਂ ਫਿਰ ਸਾਨੂੰ ਕਿਸੇ ਨੇ ਪੁੱਛਣਾ। ਮੇਨ ਗੱਲ ਇਹ ਸੀ, ਕਿਉਂਕਿ ਜਦੋਂ ਮਤਲਬ ਐਕਸ ਸਰਵਿਸਮੈਨ ਦੀ ਫਰਵਰੀ 1984 ਦੇ ਵਿੱਚ ਮੀਟਿੰਗ ਹੋਈ ਹੈ, ਤਕਰੀਬਨ 10,000 ਐਕਸ ਫੌਜੀ ਆਏ ਸੀ। ਉਹਦੇ ਵਿੱਚ ਕਰਨਲ ਵੀ ਸੀ, ਜਰਨਲ ਵੀ ਸੀ, ਸਿਪਾਹੀ ਵੀ ਸੀ, ਸੂਬੇਦਾਰ ਵੀ ਸੀ, ਸਾਰੇ ਸੀ। ਉੱਥੇ ਮਤਾ ਪਾਸ ਕੀਤਾ ਵੀ ਸੰਤ ਜਰਨੈਲ ਸਿੰਘ ਨੂੰ ਅਕਾਲ ਤਖਤ ਦਾ ਜਥੇਦਾਰ ਬਣਾ ਦਿੱਤਾ ਜਾਏ। ਉੱਥੋਂ ਜਿਹੜੀ ਸਾਰੀ ਇਹਨਾਂ ਦੇ ਅਕਾਲੀਆਂ ਨੂੰ ਮਿਰਚਾਂ ਲੱਗੀਆਂ ਵੀ ਜੇ ਇਹ ਅਕਾਲ ਤਖਤ ਦਾ ਜਥੇਦਾਰ ਜਰਨੈਲ ਸਿੰਘ ਬਣ ਗਿਆ ਤਾਂ ਫਿਰ ਸਾਡੀ ਇੱਥੇ ਕੋਈ ਜਗ੍ਹਾ ਨਹੀਂ ਅਕਾਲੀ ਪੋਲੀਟਿਕਸ ਦੇ ਵਿੱਚ। ਇਸ ਵਾਸਤੇ ਛੇਤੀ ਤੋਂ ਛੇਤੀ ਸੰਤ ਜਰਨੈਲ ਸਿੰਘ ਨੂੰ ਮਰਾਉਣਾ ਚਾਹੀਦਾ। ਅਤੇ ਜੇ ਕਿਤੇ ਅਕਾਲ ਤਖਤ ਦਾ ਜਥੇਦਾਰ ਉਹਨਾਂ ਨੇ ਪ੍ਰੈਸ਼ਰ ਪਾ ਕੇ ਦੂਜਾ ਹੋਰ ਵੀ ਸੰਗਤ ਜੇ ਸਾਰੇ ਰਲ ਕੇ ਕਹਿਣ ਲੱਗੇ, ਜਿਸ ਨਾਲ ਅਸੀਂ ਵੀ ਚਾਹੁੰਦੇ ਸੀ ਵੀ ਉਹਨੂੰ ਅਕਾਲ ਤਖਤ ਦਾ ਜਥੇਦਾਰ ਬਣਾਇਆ ਜਾਵੇ, ਅਤੇ ਇਹਨਾਂ ਨੇ ਦੂਜੇ ਪਾਸੇ ਸ਼ੁਰੂ ਕਰ ਦਿੱਤਾ। ਮਤਲਬ ਟੱਗ ਆਫ ਵਾਰ ਸ਼ੁਰੂ ਹੋ ਗਈ ਨਾ, ਇੱਕ ਪਾਸੇ ਉਹ ਹੋ ਗਏ, ਇੱਕ ਪਾਸੇ ਇਹ ਹੋ ਗਏ, ਇਹ ਖਿੱਚਣ ਲੱਗ ਗਏ। ਇਹਨਾਂ ਦੇ ਨਾਲ ਸਰਕਾਰ ਖੜੀ ਸੀ, ਸਰਕਾਰ ਦੇ ਨਾਲ ਏਜੰਸੀਆਂ ਖੜੀਆਂ ਸੀ। ਹਾਲਾਂਕਿ ਇੰਦਰਾ ਗਾਂਧੀ ਚਾਹੁੰਦੀ ਸੀ ਵੀ ਇਹ ਸਾਰਾ ਕੁਝ ਨਿਬੜ ਜਾਵੇ, ਲੇਕਿਨ ਇਹਨਾਂ ਨੇ ਨਹੀਂ ਕਰਨ ਦਿੱਤਾ ਉਹ ਕੰਮ। ਇਹ ਐਕਸਟ੍ਰੀਮਿਜ਼ਮ ਵਾਲੇ ਪਾਸੇ ਲੈ ਕੇ ਜਾਊਗਾ, ਇਹ ਖਾਲਿਸਤਾਨ ਵਾਸਤੇ ਲੈ ਕੇ ਜਾਊਗਾ, ਇਹ ਪਾਕਿਸਤਾਨ ਨਾਲ ਰਲ ਗਿਆ, ਇਹਨੇ ਬੰਦੇ ਮਰਾਉਣੇ ਸ਼ੁਰੂ ਕਰਤੇ, ਇਹਨੇ ਹਿੰਦੂ ਮਰਾਉਣੇ ਸ਼ੁਰੂ ਕਰਤੇ, ਇਹ ਕਰਦਾ ਉਹ ਕਰਦਾ। ਇਹ ਸਾਰਾ ਪ੍ਰੋਪੇਗੈਂਡਾ ਇਹਨਾਂ ਦਾ ਸੀ, ਅਕਾਲੀਆਂ ਦਾ, ਜਿਹੜੇ 4-5 ਨਾਮ ਤੋਂ ਮੇਨ ਮਹੀਨੇ। ਹੁਣ ਜੇ ਆਪਾਂ ਦੂਜਾ ਇਤਿਹਾਸ ਦੀ ਦੂਜੇ ਪਾਸੇ ਗੱਲ ਕਰੀਏ, ਜੇ ਮੋਰਚਾ ਨਾ ਲੱਗਦਾ, ਜੇ ਸਾਰੀ ਚੀਜ਼ 'ਤੇ ਸਮਝੌਤਾ ਹੋ ਜਾਂਦਾ, ਜਿਵੇਂ ਹੁਣ ਤੁਸੀਂ ਵੀ ਗੱਲਬਾਤ ਕਰਦੇ ਸੀ ਕਿ ਗੁਰਚਰਨ ਸਿੰਘ ਟੋੜਾ ਨੂੰ ਜਿਹੜੇ ਹੈਗੇ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ ਹੈਗੇ ਨੇ ਉਹਨਾਂ 'ਤੇ ਭਰੋਸਾ ਕਰਦੇ ਸੀ, ਉਹਨਾਂ ਦੇ ਭਰੋਸਾ ਕਰਦੇ ਸੀ। ਜੇ ਮੋਰਚਾ ਨਾ ਲੱਗਦਾ ਫਿਰ ਤੁਹਾਨੂੰ ਲੱਗਦਾ ਇੰਦਰਾ ਗਾਂਧੀ ਜਿਹੜੇ CM ਹੈਗੇ ਨੇ ਗੁਰਚਰਨ ਸਿੰਘ ਟੋੜਾ ਨੂੰ ਬਣਾ ਦਿੰਦੇ? ਨਹੀਂ, ਫਿਰ ਜੇ ਸਮਝੌਤਾ ਨਾ ਹੁੰਦਾ ਫਿਰ ਕਿਵੇਂ ਟੋੜਾ ਬਣ ਸਕਦਾ? ਕਿਉਂਕਿ ਧਰਮਯੁੱਧ ਮੋਰਚਾ ਚੱਲਦਾ ਸੀ, ਧਰਮਯੁੱਧ ਮੋਰਚੇ ਦਾ ਕੁਛ ਨਾ ਕੁਛ ਤਾਂ ਰਿਜ਼ਲਟ ਨਿਕਲਣਾ ਹੀ। ਨਹੀਂ, ਜੇ ਸਮਝੌਤਾ ਹੋ ਜਾਂਦਾ, ਜੇ ਸਮਝੌਤਾ ਹੋ ਜਾਂਦਾ ਉਸ ਟਾਈਮ 'ਤੇ ਸੰਤ ਜਰਨੈਲ ਸਿੰਘ ਦੇ ਹੁੰਦਿਆਂ, ਫਿਰ ਤਾਂ ਟੋੜੇ ਨਹੀਂ ਬਣਨਾ ਸੀ, ਫਿਰ ਬਾਦਲ ਨਹੀਂ ਸੀ ਬਣ ਸਕਦਾ। ਜੇ ਸੰਤਾਂ ਦੇ ਜਿਉਂਦਿਆਂ ਕੋਈ ਮਤਲਬ ਇਸ ਤਰ੍ਹਾਂ ਦਾ ਕੋਈ ਹੋ ਜਾਂਦੀ ਗੱਲ ਤਾਂ। ਅਤੇ ਬਾਅਦ ਦੇ ਵਿੱਚ ਸੰਤ ਜਰਨੈਲ ਸਿੰਘ ਨੇ ਪ੍ਰਚਾਰ ਵੀ ਇੰਨਾ ਕਰਨਾ ਸੀ, ਅੱਜ ਨੂੰ ਸਿੱਖਾਂ ਦੀ ਹਾਲਤ ਹੀ ਹੋਰ ਹੋਣੀ ਸੀ। ਇੱਕ ਬੜੀ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਦੱਸਦਾ, ਅਸੀਂ ਸਰਦਾਰ ਕਪੂਰ ਸਿੰਘ ICS ਨੂੰ ਬਹੁਤ ਮਿਲਦੇ ਰਹੇ ਹਾਂ। ਉਹ ਬੜੇ ਬੁੱਧੀਜੀਵੀ ਸਨ, ਮਤਲਬ ਸਿੱਖਾਂ ਦੇ ਮੇਨ। ਅਤੇ ਉਹਨੂੰ ਅਸੀਂ ਮਿਲਣ ਗਏ ਜਗਰਾਵੇਂ, ਉਹਨਾਂ ਦੇ ਪੈਲਸਿਸ ਦਾ ਅਟੈਕ ਹੋਇਆ ਹੋਇਆ ਸੀ। ਅਤੇ ਅਸੀਂ ਉਹਨਾਂ ਨੂੰ ਕਿਹਾ ਜੀ ਸੰਤ ਜਰਨੈਲ ਸਿੰਘ ਹੁਣ ਬਹੁਤ ਵਧੀਆ ਕੰਮ ਕਰ ਰਹੇ ਨੇ ਅਤੇ ਹੁਣ ਤਾਂ ਸਾਨੂੰ ਲੱਗਦਾ ਸਿੱਖਾਂ ਦਾ ਕੁਝ ਨਾ ਕੁਝ ਬਣੂਗਾ। ਅਤੇ ਉਹਨੇ ਬੜੀ ਇੰਟਰਸਟਿੰਗ ਗੱਲ ਸੁਣਾਈ, ਕਹਿਣ ਲੱਗਾ ਵੀ ਮੁੰਡਿਓ ਤੁਸੀਂ ਆਏ ਹੋ ਮੇਰੇ ਕੋਲ ਅਤੇ ਤੁਸੀਂ ਗੱਲ ਕੀਤੀ, ਮੈਂ ਤੁਹਾਡੀਆਂ ਗੱਲਾਂ ਸੁਣੀਆਂ ਨੇ, ਪਰ ਮੈਂ ਇਹਨਾਂ ਅਕਾਲੀਆਂ ਨੂੰ 40 ਸਾਲ ਤੋਂ ਜਾਣਦਾ, ਮੈਂ 40 ਸਾਲ ਇਹਨਾਂ ਦੇ ਵਿੱਚ ਰਿਹਾ। ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਵੀ ਇਹਨਾਂ ਨੇ ਫੌਜ ਆਪ ਸੱਦਣੀ ਹੈ, ਆਪ ਫੌਜ ਸੱਦ ਕੇ ਇਹਨਾਂ ਨੇ ਸੰਤ ਜਰਨੈਲ ਸਿੰਘ ਨੂੰ ਮਰਵਾ ਦੇਣਾ, ਅਤੇ ਮਰਾਉਣ ਤੋਂ ਬਾਅਦ ਫਿਰ ਸਿੱਖਾਂ ਦੀ ਹਾਲਤ ਹੈ ਜਿਹੜੀ ਉਹ ਬਹੁਤ ਮਾੜੀ ਹੋ ਜਾਣੀ ਹੈ। ਉਹ ਗੱਲ ਮੈਨੂੰ ਅਜੇ ਵੀ ਉਹਨਾਂ ਦੀ ਯਾਦ ਆਉਂਦੀ, ਜਿਹੜੀ ਹੁਣ ਹਾਲਤ ਹੈ ਸਿੱਖਾਂ ਦੀ, ਇਹ ਉਹਨਾਂ ਨੇ ਉਦੋਂ ਹੀ ਦੱਸਿਆ ਸੀ ਸਾਨੂੰ ਵੀ ਸਿੱਖਾਂ ਦੀ ਹਾਲਤ ਫਿਰ ਬਹੁਤ ਮਾੜੀ ਹੋ ਜਾਣੀ। ਉਹ ਇਕੱਲਾ ਹੀ ਹੈ,
ਤੇ ਇਕੱਲੇ ਨੂੰ ਇਹ ਫੌਜ ਸੱਦ ਕੇ ਮਰਵਾ ਦੇਣਗੇ। ਉਹੀ ਇਹਨਾਂ ਨੇ ਕੀਤਾ, ਇਹਨੇ ਆਪ ਫੌਜ ਸਦਵਾਈ, ਆਪ ਮਰਵਾਇਆ ਇਹਨਾਂ ਨੇ। ਸਭ ਕੁਝ ਹੋ ਸਕਦਾ ਸੀ। ਇੰਦਰਾ ਗਾਂਧੀ ਦਾ ਆਨੰਦਪੁਰ ਸਾਹਿਬ ਦਾ ਮਤਾ ਕੀ ਸਭ ਜਿਹੜਾ ਕੋਈ ਮੰਗਣ ਲੈਂਦੇ ਉਹ ਹੀ ਦਿੰਦੇ, ਦੇਣ ਨੂੰ ਤਿਆਰ ਸੀ। ਫਿਰ ਉਸ ਮੋਰਚੇ ਵਿੱਚ ਤੁਸੀਂ ਵੀ ਹੈਗੇ ਸੀ, ਅੰਦਰ ਕਿਸ ਤਰੀਕੇ ਦਾ ਮਾਹੌਲ ਹੈਗਾ ਸੀ? ਜੇ 6 ਜੂਨ ਦੀ ਗੱਲ ਕਰੀਏ, ਜਦੋਂ ਅਟੈਕ ਹੁੰਦਾ ਹਰਿਮੰਦਰ ਸਾਹਿਬ ਤੇ, ਉਹ ਤੁਸੀਂ ਹਰਿਮੰਦਰ ਸਾਹਿਬ ਤੋਂ ਬਾਅਦ ਕਿਵੇਂ ਆਏ ਉੱਥੇ, ਜੇ ਤੁਸੀਂ ਮੋਰਚੇ ਤੇ ਹੈਗੇ ਸੀ ਤਾਂ? ਦੇਖੋ ਉੱਥੇ ਡਰਨ ਦਾ ਤਾਂ ਕਿਸੇ ਦਾ ਕੋਈ ਮਤਲਬ ਹੀ ਨਹੀਂ ਸੀ ਹੁੰਦਾ, ਵੀ ਕੋਈ ਡਰਦਾ ਹੋਵੇ, ਗੋਲੀ ਤੋਂ ਡਰਦਾ ਹੋਵੇ ਜਾਂ ਤੋਪ ਦੇ ਫੈਰ ਤੋਂ ਡਰਦਾ ਹੋਵੇ, ਇਹੋ ਜਿਹੀ ਕੋਈ ਗੱਲ ਨਹੀਂ ਸੀ। ਜਿਹੜੀ ਮੈਂ ਤੁਹਾਨੂੰ ਦੱਸਿਆ ਨਾ, ਜਿਹੜੀ ਛੋਟੀ ਜਿਹੀ ਗਲੀ ਵਾਸਤੇ ਸਾਨੂੰ ਇਹਨਾਂ ਨੇ ਉੱਪਰ ਡਿਓੜੀ 'ਤੇ ਖੜਾ ਕੀਤਾ ਸੀ ਵੀ ਇੱਧਰੋਂ ਦੀ ਫੌਜ ਆਈ ਤੇ ਤੁਸੀਂ ਰੁਕਣਾ ਹੈ, ਉਸ ਪਾਸੋਂ ਫੌਜ ਨਹੀਂ ਆਈ। ਮੈਂ ਤੁਹਾਨੂੰ ਜਨਰਲ ਅਰੋੜੇ ਦੀ ਵੀ ਗੱਲ ਇਹ ਦੱਸੀ, ਜਨਰਲ ਅਰੋੜੇ ਨੇ ਵੀ ਇਹੀ ਕਿਹਾ, ਮਾਰਕ ਟੁੱਲੇ ਦੀ ਕਿਤਾਬ ਦੇ ਵਿੱਚ ਉਹਨੇ ਲਿਖਿਆ ਵੀ ਉਹਨੇ ਕਿਹਾ ਜੇ ਤੁਸੀਂ ਪਿਛਲੀਆਂ ਗਲੀਆਂ ਵੀ ਤੇ ਜਾਂਦੇ ਤਾਂ ਫਿਰ ਤੁਸੀਂ ਛੇਤੀ ਮਤਲਬ ਕੈਪਚਰ ਕਰ ਲੈਣਾ ਸੀ, ਬਜਾਏ ਇਸ ਦੇ ਕਿ ਤੁਸੀਂ ਮੇਨ ਗੇਟਾਂ ਥਾਣੀ ਜਾਓ। ਮੇਨ ਗੇਟਾਂ ਤਾਂ ਬਹੁਤ ਤਗੜੇ ਮੋਰਚੇ ਸੀ। ਤੇ ਤਵਲੀਨ ਸਿੰਘ ਨੇ ਆਪਦੀ ਕਿਤਾਬ 'ਚ ਲਿਖਿਆ ਵੀ ਮੈਂ ਇੱਕ ਕੈਪਟਨ ਨੂੰ ਨਾਲ ਲੈ ਕੇ ਗਈ, ਮੈਨੂੰ ਬਰਾੜ ਨੇ ਦਿੱਤਾ ਕੈਪਟਨ। ਉਹ ਲੰਮੀ ਸਟੋਰੀ ਉਹ ਕਿਵੇਂ ਪਹੁੰਚੀ ਉੱਥੇ ਉਦੋਂ, ਤੇ ਉਹ ਕੈਪਟਨ ਨੇ ਮੈਨੂੰ ਕਿਹਾ ਪਹਿਲੇ ਘੰਟੇ ਦੇ ਵਿੱਚ ਸਾਡਾ 700 ਬੰਦਾ ਮਾਰਿਆ ਗਿਆ ਸੀ ਫੌਜ ਦਾ। ਤੋ ਅਸੀਂ ਜਦੋਂ ਨਿਕਲੇ ਆ ਉੱਥੇ, ਕਿਉਂਕਿ ਉਸ ਪਾਸੇ ਕੋਈ ਬੰਦਾ ਨਹੀਂ ਸੀ, ਫੌਜ ਆਈ ਨਹੀਂ ਸੀ, ਫੌਜ ਦਾ ਨੁਕਸਾਨ ਬਹੁਤ ਹੋ ਗਿਆ ਸੀ, ਫੌਜ ਡਰ ਗਈ ਸੀ, ਡਰ ਕੇ ਪਿੱਛੇ ਹਟੀ ਸੀ। ਬਰਾੜ ਨੇ ਵੀ ਆਪਦੀ ਕਿਤਾਬ 'ਚ ਇਹੀ ਲਿਖਿਆ ਵੀ ਸਾਡੀ ਫੌਜ ਦਾ ਬਹੁਤ ਨੁਕਸਾਨ ਹੋ ਗਿਆ ਸੀ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਰੈਸਟ ਕਰ ਲਓ, ਤੇ ਅਸੀਂ ਸਟ੍ਰੈਟਜੀ ਬਣਾਉਣ ਲੱਗ ਪਏ ਵੀ ਹੁਣ ਕਿਸ ਤਰ੍ਹਾਂ ਅੱਗੇ ਕਰੀਏ। ਸਟ੍ਰੈਟਜੀ ਤਾਂ ਉਹਨਾਂ ਦੀ ਇਹੀ ਸੀ ਵੀ ਹੁਣ ਟੈਂਕ ਲਿਆਓ, ਟੈਂਕਾਂ ਤੋਂ ਬਿਨਾਂ ਨਹੀਂ ਸਰਦਾ। ਤੇ ਅਸੀਂ ਜਦੋਂ ਸੋਚਿਆ ਵੀ ਮਤਲਬ ਹੁਣ ਇੱਥੇ ਆਪਾਂ ਬੈਠਣ ਦਾ ਤਾਂ ਕੋਈ ਫਾਇਦਾ ਨਹੀਂ, ਜਾਂ ਤਾਂ ਆਪਾਂ ਥੱਲੇ ਚੱਲੀਏ ਤੇ ਸ਼ਹੀਦ ਹੋਈਏ, ਤੇ ਜਾਂ ਫਿਰ ਆਪਾਂ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰੀਏ। ਤੇ ਨਿਕਲਣ ਦੀ ਕੋਸ਼ਿਸ਼ ਦੇ ਵਿੱਚ ਇਹ ਸੀ ਵੀ ਮਗਰੋਂ ਮਤਲਬ ਬਾਅਦ ਦੇ ਵਿੱਚ ਕੰਮ ਹੈ ਜਿਹੜਾ ਉਹ ਕਿਹਨੇ ਸਾਹਮਣਾ, ਕਿਉਂਕਿ ਭਾਈ ਅਮਰੀਕ ਸਿੰਘ ਵੀ ਡਿਟਰਮਿੰਡ ਸੀ ਇਸ ਗੱਲ 'ਤੇ ਮੈਂ ਸ਼ਹੀਦ ਹੋਣਾ। ਜਨਰਲ ਸ਼ਵੇਕ ਸਿੰਘ ਵੀ ਡਿਟਰਮਿੰਡ ਸੀ। ਤੇ ਸੰਤਾਂ ਨੂੰ ਤਾਂ ਕੋਈ ਕਹਿ ਹੀ ਨਹੀਂ ਸਕਦਾ ਵੀ ਤੁਸੀਂ ਨਿਕਲ ਜਾਓ। ਉਹਨਾਂ ਦਾ ਜਿਹੜਾ ਸੋਚਦਾ ਵੀ ਸੀ ਨਾ ਸੰਤ ਨੂੰ ਕਹਿਣ ਵਾਸਤੇ ਵੀ ਤੁਸੀਂ ਸੰਤ ਜੀ ਨਿਕਲੋ, ਤੁਹਾਡੀ ਲੋੜ ਹੈ, ਉਹ ਉੱਥੇ ਘਬਰਾ ਜਾਂਦਾ ਸੀ ਵੀ ਇਹ ਮੈਂ ਗੱਲ ਉੱਥੇ ਕਿਵੇਂ ਕਹੂੰਗਾ, ਕਿਉਂਕਿ ਉਹ ਇੰਨਾ ਡਿਟਰਮੀਨੇਸ਼ਨ ਸੀ ਉਹਦਾ। ਤੇ ਅਸੀਂ ਫਿਰ ਉਹ ਜਿਹੜੀ ਮਗਰਲੀ ਗਲੀ ਸੀ ਉਹਦੇ ਵਿੱਚ ਮਾੜਾ ਜਿਹਾ ਅੱਗੇ ਨੂੰ ਗਏ, ਤੇ ਅੱਗੇ ਨੂੰ ਜਾ ਕੇ ਇੱਕ ਕੋਈ ਹਰੀ ਸਿੰਘ ਦਾ ਮਕਾਨ ਸੀ, ਕੋਈ ਐਸਜੀਪੀ ਦਾ ਮੁਲਾਜ਼ਮਾਂ ਦੇ ਮਕਾਨ ਸੀ ਉੱਥੇ। ਉਹ ਅਸੀਂ ਜੰਦਰਾ ਤੋੜ ਕੇ, ਜੰਦਰਾ ਤੋੜਨ ਦੀ ਬੜੀ ਅਜੀਬ ਸਟੋਰੀ, ਚਰਨਜੀਤ ਸਾਡੇ ਨਾਲ ਸੀ, ਉਹਨੇ ਮਦਦ ਕੀਤੀ, ਉਹ ਜੰਦਰਾ ਤੋੜਿਆ। ਉਹ ਨਾਲ ਕਮਾਈ ਦਾ ਘਰ ਸੀ, ਉਹ ਮਾਈ ਦੇ ਘਰ ਦੇ ਵਿੱਚੋਂ ਪਾੜ ਪੂੜ ਲਾਇਆ ਤੇ ਉਹ ਰੌਲਾ ਪਾਉਣ ਲੱਗ ਪਈ। ਫਿਰ ਲੱਕੜ ਦੀ ਪੌੜੀ ਸੀ, ਲੱਕੜ ਦੀ ਪੌੜੀ ਚੜ੍ਹ ਕੇ ਅਸੀਂ ਦੂਜੇ ਪਾਸੇ ਚਲੇ ਗਏ। ਦੂਜੇ ਪਾਸੇ ਗਏ ਤੇ ਮਾਈ ਦੇ ਘਰੇ ਬੈਠੇ ਰਹੇ, ਉੱਥੇ ਪਾਣੀ ਪੂਣੀ ਪੀਤਾ ਉਹਦੇ ਕੋਲੋਂ। ਉਨੇ ਚਿਰ ਨੂੰ ਹੀ ਉੱਪਰ ਚੁਬਾਰਾ ਸੀ ਇੱਕ, ਉਹ ਚੁਬਾਰੇ 'ਤੇ ਕੋਈ ਹਿੰਦੂ ਆਏ ਹੋਏ ਸੀ, ਬਾਹਲੇ ਹਿੰਦੂ ਤਾਂ ਉੱਥੇ ਤਮਾਸ਼ਾ ਵੇਖਣੇ ਆਏ ਸੀ ਉਦੋਂ। ਤੇ ਉਹ ਹਿੰਦੂਆਂ ਦੀ ਕਿਸੇ ਦੀ ਆਵਾਜ਼ ਸਾਨੂੰ ਸੁਣੀ ਵੀ ਕਰਫਿਊ ਖੁੱਲ੍ਹ ਗਿਆ, ਚਲੋ ਘਰ ਚੱਲੀਏ। ਜਦੋਂ ਕਰਫਿਊ ਖੁੱਲ੍ਹਣ ਦੀ ਮਤਲਬ ਸਾਡੇ ਕੰਨ 'ਚ ਆਵਾਜ਼ ਆਈ, ਤੇ ਅਸੀਂ ਤਿੰਨਾਂ ਨੇ ਸੋਚਿਆ ਵੀ ਚਲੋ ਆਪਾਂ ਕੋਸ਼ਿਸ਼ ਕਰਕੇ ਵੇਖ ਲਈਏ, ਫੜੇ ਤਾਂ ਇੱਥੇ ਵੀ ਜਾਣਾ, ਤੇ ਆਪਾਂ ਕੋਸ਼ਿਸ਼ ਕਰਕੇ ਦੇਖ ਲਈਏ ਜੇ ਨਿਕਲ ਜਾਈਏ ਤਾਂ। ਤੇ ਉਹ ਕੁਦਰਤੀ ਮਤਲਬ ਸਾਡਾ ਕੰਮ ਬਣ ਗਿਆ। ਅਸੀਂ ਉੱਥੋਂ ਕੱਪੜੇ ਬਦਲ ਲਏ ਸੀ, ਉਹ ਮੁਲਾਜ਼ਮ ਦੇ ਘਰੋਂ ਜੁੱਤੀਆਂ ਪਾ ਲਈਆਂ ਸੀ, ਚੱਪਲਾਂ ਚੁੱਪਲਾਂ ਪਾ ਲਈਆਂ ਸੀ। ਤੇ ਜਿਹੜੇ ਬੰਦੇ ਬਾਹਰ ਨਿਕਲਦੇ ਸੀ ਨਾ ਚੱਪਲਾਂ ਚੁੱਪਲਾਂ ਨਹੀਂ ਸੀ ਪਾਈਆਂ, ਜੁੱਤੀਆਂ ਨਹੀਂ ਸੀ ਪਾਈਆਂ, ਉਹਨਾਂ ਦੇ ਉਹਨਾਂ ਨੂੰ ਸ਼ੱਕ ਹੁੰਦਾ ਸੀ ਅੰਦਰੋਂ ਹੀ ਆਏ ਨੇ। ਤੇ ਅਸੀਂ ਕਿਉਂਕਿ ਕੱਪੜੇ ਵੀ ਬਦਲ ਲਏ, ਜੁੱਤੀਆਂ ਵੀ ਬਦਲ ਲਈਆਂ, ਇਸ ਵਾਸਤੇ ਸਾਨੂੰ ਉਹਨਾਂ ਨੂੰ ਕੋਈ ਸ਼ੱਕ ਨਹੀਂ ਹੋਇਆ। ਤੇ ਇੱਕ ਏਜ ਵੀ ਮੇਰੀ ਵੀ ਏਜ ਵਾਹਵਾ ਸੀ ਉਦੋਂ ਵੀ, ਤੇ ਉਹਦੀ ਪ੍ਰੋਫੈਸਰ ਦੀ ਵੀ ਏਜ ਵਾਹਵਾ ਸੀ। ਤੇ ਉਹ ਸਾਨੂੰ ਮਤਲਬ ਫੌਜ ਨੇ ਕਿਤੇ ਰੋਕਿਆ ਰੱਖਿਆ ਨਹੀਂ। ਨਾਲ ਹੀ ਉੱਥੇ ਉਹਨਾਂ ਦੇ ਸਿਸਟਰ ਇਨ ਲਾ ਦਾ ਘਰ ਸੀ ਸਾਡੇ ਪ੍ਰੋਫੈਸਰ ਦਾ, ਉਹ ਅਸੀਂ ਉਹਨਾਂ ਦੇ ਘਰ ਚਲੇ ਗਏ। ਉੱਥੇ ਉਹਦੀ ਵਾਈਫ ਵੀ ਆਈ ਹੋਈ ਸੀ ਵਿਚਾਰੇ, ਤੇ ਉੱਥੇ ਅਸੀਂ ਰਹੇ। ਫਿਰ 9 ਤਰੀਕ ਨੂੰ ਕਰਫਿਊ ਖੁੱਲ੍ਹਿਆ ਉਸ ਤੋਂ ਬਾਅਦ। ਮਤਲਬ ਇੱਕ ਹੋਰ ਸਵਾਲ ਹੈ ਕਿ ਜਿਹੜਾ ਲੋਕਾਂ ਦੇ ਮਨ ਵਿੱਚ ਰਹਿੰਦਾ ਕਿ ਜਦੋਂ ਉੱਥੇ ਅਟੈਕ ਹੁੰਦਾ, ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸ਼ਹੀਦ ਹੋ ਜਾਂਦੇ ਨੇ, ਉਸ ਤੋਂ ਬਾਅਦ ਕੀ ਉਹਨਾਂ ਦਾ ਪੋਸਟਮਾਰਟਮ ਹੁੰਦਾ, ਉਹਨਾਂ ਦੀ ਦੇਹ ਦਾ ਸੰਸਕਾਰ ਕੌਣ ਕਰਦਾ? ਮੈਂ ਪਿੱਛੇ ਜੇ ਪੜ੍ਹਿਆ ਹੈ, ਪੋਸਟਮਾਰਟਮ ਵੀ ਹੋਇਆ ਹੈ, ਪੋਸਟਮਾਰਟਮ ਦੀ ਰਿਪੋਰਟ ਵੀ ਕਈਆਂ ਨੇ ਆਪ ਪਬਲਿਸ਼ ਕੀਤੀ ਹੈ। ਤੇ ਉਸ ਤੋਂ ਬਾਅਦ 8 ਤਰੀਕ ਨੂੰ ਕਹਿੰਦੇ ਨੇ ਸ਼ਾਮ ਨੂੰ ਲੈ ਕੇ ਆਏ ਨੇ ਗੱਡੀ ਦੇ ਵਿੱਚ ਡੈੱਡ ਬੋਡੀ ਜਨਰਲ ਸ਼ਵੇਕ ਸਿੰਘ ਦੀ, ਨਹੀਂ ਭਾਈ ਅਮਰੀਕ ਸਿੰਘ ਦੀ, ਤੇ ਇਹਦੀ ਲੈ ਕੇ ਆਏ ਨੇ ਸੰਤਾਂ ਦੀ। ਤੇ ਉੱਥੇ ਸੰਸਕਾਰ ਜਿਹੜਾ ਕੋਈ ਅਪਾਰ ਸਿੰਘ ਬਾਜਵਾ ਕੋਈ ਡੀਐਸਪੀ ਹੁੰਦਾ ਸੀ, ਉਹ ਉੱਥੇ ਨਾਲ ਸੀ, ਅੰਮ੍ਰਿਤਸਰ ਡੀਐਸਪੀ ਸੀ। ਤੇ ਅਪਾਰ ਸਿੰਘ ਬਾਜਵੇ ਨੇ ਮਤਲਬ ਦੱਸਿਆ ਸਾਰਾ ਗੱਲ, ਜਾਂ ਕੋਈ ਉੱਥੇ ਸਿਵਿਆਂ ਦੇ ਵਿੱਚ ਕੋਈ ਬੰਦੇ ਨੇ ਲੁੱਕ ਕੇ ਦੇਖਿਆ ਕੰਧ ਦੇ ਵਿੱਚੋਂ ਦੀ ਵੀ ਕੀ ਹੋ ਰਿਹਾ। ਤੇ ਉਹਨੇ ਵੀ ਇਹ ਚੀਜ਼ ਦੱਸੀ ਵੀ ਉਹਨਾਂ ਨੇ ਇਸ਼ਨਾਨ ਕਰਾ ਕੇ ਲਿਆਏ ਸਨ। ਤੇ ਬਾਅਦ 'ਚ ਅਪਾਰ ਸਿੰਘ ਬਾਜਵੇ ਨੇ ਕਿਹਾ ਵੀ ਮਤਲਬ ਦੇਸੀ ਘਿਓ ਮੰਗਵਾਉਣਾ। ਉਹ ਦੇਸੀ ਘਿਓ ਮੰਗਾ ਕੇ ਤੇ ਫਿਰ ਉਹਨਾਂ ਦੀਆਂ ਸਿੱਖਾਂ ਦੇ ਦੇਸੀ ਘਿਓ ਪਾਇਆ, ਉਹਨਾਂ ਨੇ ਦੇਸੀ ਘਿਓ ਪਾ ਕੇ ਸੰਸਕਾਰ ਕੀਤਾ। ਮਤਲਬ ਲਿਖਦੇ ਤਾਂ ਇਹ ਨੇ ਵੀ ਉਹ ਬੜਾ ਮਤਲਬ ਸਿੱਖੀ ਦੇ ਢੰਗ ਨਾਲ ਹੀ ਉਹਨਾਂ ਦਾ ਸੰਸਕਾਰ ਹੋਇਆ। ਤੇ ਬਾਕੀ ਜਿਹੜੇ ਬੰਦੇ ਉੱਥੋਂ ਫੜੇ ਗਏ ਤਾਂ ਬਾਕੀ ਉਹ ਤਾਂ ਪਤਾ ਹੀ ਨਹੀਂ ਤੁਹਾਨੂੰ, ਕਈਆਂ ਦੇ ਹੱਥ ਪਿੱਛੇ ਬੰਨੇ ਹੋਏ ਸੀ, ਕੋਈ ਪੋਸਟਮਾਰਟਮ ਨਹੀਂ ਹੋਇਆ, ਕਈ ਜਿਉਂਦੇ ਹੀ ਲੈ ਗਏ ਉੱਥੇ ਪੋਸਟਮਾਰਟਮ ਕਰਾਉਣ ਵਾਸਤੇ। ਉਹ ਵਿਚਾਰੇ ਡਾਕਟਰ ਨੇ ਕਿਹਾ ਵੀ ਇਹ ਤਾਂ ਜਿਉਂਦਾ ਹੀ ਹੈ। ਉਹ ਫਿਰ ਕਹਿਣ ਲੱਗੇ ਚਲੋ ਅਸੀਂ ਮਾਰ ਕੇ ਲੈ ਆਉਣੇ। ਇਹ ਹਾਲ ਸੀ, ਬਾਹਰ ਆ ਕੇ ਗੋਲੀ ਮਾਰੀ ਫਿਰ ਲੈ ਗਏ।
ਮਤਲਬ ਇਸ ਤਰ੍ਹਾਂ ਦਾ ਹਾਲ ਚਾਲ ਉੱਥੇ ਹੋਇਆ। ਪਤਾ ਨਹੀਂ ਕਿੰਨੇ ਕੁ ਬੰਦੇ ਮਾਰੇ ਨੇ, ਕਿਸ ਤਰ੍ਹਾਂ ਮਾਰੇ ਨੇ, ਕੀ ਕੀਤਾ ਕੀ ਨਹੀਂ ਕੀਤਾ। ਇਹ ਬੜੀਆਂ ਮਤਲਬ ਖੋਜ ਦਾ ਵਿਸ਼ਾ ਹੈ, ਹੌਲੀ ਹੌਲੀ ਖੋਜ ਹੋਊਗੀ। ਅਜੇ ਤਾਂ ਸਿੱਖਾਂ ਨੂੰ ਮਾਰਾ ਸੁਰਤੀ ਆਈ ਹੈ। ਮੇਰਾ ਇੱਕ ਹੋਰ ਸਵਾਲ ਹੈ, ਜਿਵੇਂ ਆਪਾਂ ਦੇਖਦੇ ਸੀ ਕਿ ਅੰਦਰ ਮੋਰਚਾਬੰਦੀ ਕੀਤੀ ਹੋਈ ਸੀ, ਜਦੋਂ ਉੱਥੇ ਅਟੈਕ ਕੀਤਾ, ਉੱਥੇ ਹਮਲਾ ਹੁੰਦਾ ਫੌਜੀਆਂ ਵੱਲੋਂ, ਜਾਂ ਕਹਿ ਦਈਏ ਅਟੈਕ ਹੁੰਦਾ ਹਰਿਮੰਦਰ ਸਾਹਿਬ ਤੇ, ਅਕਾਲ ਤਖਤ ਵਿੱਚ ਜਾਂ ਪੂਰੇ ਉਸ ਦਰਮਿਆਨ ਜਿਹੜੇ ਦਰਬਾਰ ਸਾਹਿਬ ਵਿੱਚ ਲੋਕੀ ਹੈਗੇ ਸੀ ਜਿਹੜੇ ਇਨੋਸੈਂਟ ਹੈਗੇ ਸੀ, ਕਿ ਉਹਨਾਂ ਤੇ ਵੀ ਗੋਲੀਆਂ ਚੱਲੀਆਂ ਨੇ ਉੱਥੇ? ਇਨੋਸੈਂਟ ਮਰੇ ਨੇ ਜ਼ਿਆਦਾ, ਜਿਹੜੇ ਸਿੰਘ ਸੀ ਨਾ ਲੜਨ ਵਾਲੇ, ਉਹ ਤਾਂ ਜਾਂ ਤਾਂ ਉਹ ਸ਼ਹੀਦ ਹੋਏ ਨੇ ਤੇ ਜਾਂ ਉਹ ਨਿਕਲ ਗਏ ਸਾਡੇ ਵਾਂਗੂ ਇੱਕ ਪਾਸਿਓਂ ਦੀ ਲਾ ਕੇ। ਤੇ ਜਿਹੜੇ ਇਨੋਸੈਂਟ ਸੀ ਨਾ, ਉਹਨਾਂ ਨੂੰ ਇਹ ਸੀ ਵੀ ਸਾਨੂੰ ਕਿਹੜਾ ਕਿਸੇ ਨੇ ਕੁਛ ਕਹਿਣਾ, ਤੇ ਕਿਉਂਕਿ ਫੌਜੀਆਂ ਦਾ ਨੁਕਸਾਨ ਬਹੁਤ ਹੋ ਗਿਆ ਸੀ, ਇਹ ਬਾਤ ਉਹਨਾਂ ਦੇ ਬਦਲਾ ਲੈਣ ਦੀ ਭਾਵਨਾ ਸੀ। ਉਹਨਾਂ ਜਿਹੜਾ ਕੋਈ ਮਿਲਿਆ ਉਹਨੂੰ ਮਾਰੀ ਗਏ। ਉਦੋਂ ਫਿਰ ਪਾਣੀ ਵੀ ਨਹੀਂ ਸੀ ਮਿਲਦਾ, ਕਿਸੇ ਨੂੰ ਪਾਣੀ ਨਹੀਂ ਦਿੱਤਾ, ਖੂਨ ਨਾਲ ਹੀ ਸਰੋਵਰ ਭਰਤਾ ਉਹਨਾਂ ਨੇ। ਉਹ ਮਤਲਬ ਜਿਹੜੇ ਇਨੋਸੈਂਟ ਸੀ ਉਹ ਜ਼ਿਆਦਾ ਮਰੇ ਨੇ, ਫੌਜੀ ਬਹੁਤ ਮਰੇ ਨੇ। ਤੇ ਉਹਨਾਂ ਮਤਲਬ ਲੜਾਈ ਦਾ ਨਾ ਬੜਾ ਅਜੀਬ ਸਿਸਟਮ ਹੁੰਦਾ। ਤੁਸੀਂ ਲੜਾਈ ਦੇਖੀ ਨਹੀਂ, ਲੜਾਈ ਦੇ ਵਿੱਚ ਇੱਕ ਤਾਂ ਕੁਦਰਤ ਬੜਾ ਰੋਲ ਪਲੇ ਕਰਦੀ ਹੈ। ਕਿਉਂਕਿ ਜੇ ਚਰਨਜੀਤ ਸਿੰਘ ਤਲਵੰਡੀ ਸਾਡੇ ਮੋਰਚੇ 'ਚ ਨਾ ਆਉਂਦਾ, ਜਿਸ ਤਰ੍ਹਾਂ 5 ਤਰੀਕ ਸ਼ਾਮ ਨੂੰ ਉਹ ਮੈਨੂੰ ਕਹਿਣ ਲੱਗਾ ਜੀ ਮੈਂ ਤੁਹਾਡੇ ਮੋਰਚੇ 'ਤੇ ਆ ਜਾ, ਸੰਤ ਜਰਨੈਲ ਸਿੰਘ ਦੇ ਉਹ ਬੋਡੀਗਾਰਡ ਦੇ ਵਜੋਂ ਖੜਾ ਸੀ ਉਹ ਬੇਸਮੈਂਟ ਤੋਂ ਉੱਪਰ, ਅਤੇ ਮੈਂ ਕਿਹਾ ਆ ਜਾ। ਜਿਹੜਾ ਹੋਰ ਮੁੰਡਾ ਸੀ ਚੰਡੀਗੜ੍ਹ ਤੋਂ ਗਿਆ ਹੋਇਆ, ਉਹ ਕਹਿਣ ਲੱਗਾ ਜੀ ਮੈਂ ਰਹਿ ਸੋਨਾ ਵਾ। ਮੈਂ ਕਿਹਾ ਚੱਲ ਸੋਨਿਆ। ਚਰਨਜੀਤ ਤਲਵੰਡੀ ਆ ਗਿਆ ਸਾਡੇ ਮੋਰਚੇ 'ਤੇ, ਉਹ ਮੁੰਡਾ ਚਲਾ ਗਿਆ। ਉਸ ਤੋਂ ਬਾਅਦ ਫਿਰ ਚਰਨਜੀਤ ਤਲਵੰਡੀ ਨੇ ਹੀ ਸਾਨੂੰ ਮਤਲਬ ਸਾਡਾ ਸਕੇਪ ਹੋਣ ਦਾ ਜਿਹੜਾ ਮੇਨ ਬੰਦਾ ਸੀ ਉਹ ਚਰਨਜੀਤ ਤਲਵੰਡੀ ਸੀ, ਕਿਉਂਕਿ ਅਸੀਂ ਤਾਂ ਦੋਵੇਂ ਮੈਚੋਰ ਸੀ, ਇੰਨੀ ਤਾਕਤ ਵੀ ਨਹੀਂ ਸਾਡੇ ਮੇਰੇ ਤੇ ਉਹਦੇ ਧਾਲੀਵਾਲ 'ਚ। ਚਰਨਜੀਤ ਦੀ ਹਿੰਮਤ ਨਾਲ ਹੀ ਅਸੀਂ ਨਿਕਲ ਕੇ ਤੇ ਗੁਰੂ ਨਾਨਕ ਯੂਨੀਵਰਸਿਟੀ ਕੋਲ ਮਾਲ ਪਿੰਡ ਪਹੁੰਚ ਗਏ। ਉੱਥੋਂ ਬਾਅਦ ਫਿਰ ਅਸੀਂ ਆ ਗਏ, ਤੁਹਾਨੂੰ ਦੱਸਿਆ ਮੈਂ ਕਰਤਾਰਪੁਰ 4:30 ਵਜੇ ਆਇਆ। ਕਰਤਾਰਪੁਰੋਂ ਫਿਰ ਅਸੀਂ ਪੈਦਲ ਹੀ ਆਏ ਜਲੰਧਰ। ਹੋ ਤਾਂ ਅੱਗੇ ਕੁਛ ਹੈ ਹੀ ਨਹੀਂ ਸੀ ਉਹਨੂੰ ਉਦੋਂ, ਬਸ ਉਹ ਕਪੂਰਥਲੇ ਤੱਕ ਦਾ ਉਹਦਾ ਕਪੂਰਥਲੇ ਜ਼ਿਲ੍ਹੇ ਦਾ ਸੀ ਉਹਦਾ ਪਰਮਿਟ, ਉੱਥੋਂ ਅੱਗੇ ਜਾਣ ਨਹੀਂ ਸੀ ਦਿੰਦੇ। ਫਿਰ ਅਸੀਂ ਪੈਦਲ ਹੀ ਚੱਲ ਕੇ ਕਰਤਾਰਪੁਰ ਤੋਂ ਜਲੰਧਰ ਆਏ ਰਾਤ। ਅਤੇ ਬਾਹਰਲੇ ਪਾਸੇ ਉਹ ਸਾਡਾ ਇੱਕ ਚੰਨੀ ਦਾ ਕੋਈ ਯਾਰ ਸੀ, ਉਹਦੇ ਘਰ ਅਸੀਂ ਰਾਤ ਰਹੇ। ਦੂਜੇ ਦਿਨ ਉਸ ਉਹਦੀ ਕਜ਼ਨ ਸੀ ਤਲਵੰਡੀ ਦੀ, ਉੱਥੇ ਵਿਆਹੀ ਹੋਈ ਜਲੰਧਰ। ਅਸੀਂ ਉਹਦੇ ਕੋਲ ਆ ਗਏ, ਇੱਕ ਹਫ਼ਤਾ ਅਸੀਂ ਉਹਦੇ ਕੋਲ ਰਹੇ ਜਲੰਧਰ ਇੱਕ ਹਫ਼ਤਾ ਲਾ ਕੇ ਫਿਰ ਅਸੀਂ ਇੱਕ ਹਫ਼ਤਾ ਆ ਗਏ ਲੁਧਿਆਣੇ ਇੱਕ ਹਫ਼ਤਾ ਰਹੇ। ਮਤਲਬ ਸਾਡਾ ਸਾਰਾ ਅਰੇਂਜਮੈਂਟ ਹੋ ਗਿਆ ਕੱਪੜਿਆਂ ਕੁਪੜਿਆਂ ਦਾ ਸਾਰਾ, ਅਤੇ ਉਹ ਇੱਕ ਹਫ਼ਤਾ ਲੁਧਿਆਣੇ ਲਾ ਕੇ ਫਿਰ ਅਸੀਂ ਦਿੱਲੀ ਪਹੁੰਚ ਗਏ। ਦਿੱਲੀ ਲਾਜਪਤ ਨਗਰ ਕੋਈ ਸਾਡਾ ਬੰਦਾ ਸੀ, ਉਹਦੇ ਕੋਲ ਚਲੇ ਗਏ। ਲਾਜਪਤ ਨਗਰ ਤੋਂ ਬਾਅਦ ਫਿਰ ਸਾਡੇ ਕੋਲ ਜਗਦੇਵ ਸਿੰਘ ਤਲਵੰਡੀ ਹੈ ਨਾ ਜਿਹੜਾ, ਇਹ ਉਹਦਾ ਰਾਜ ਸਭਾ ਦਾ ਮੈਂਬਰ ਸੀ। ਇਹਦੀ ਜਿਹੜੀ ਇਹਨੂੰ ਕੋਠੀ ਮਿਲੀ ਹੋਈ ਸੀ, ਉਹਦੀ ਚਾਬੀ ਉੱਥੇ ਸੀਗੀ ਜਿੱਥੇ ਅਸੀਂ ਜਿਹੜੇ ਰਿਸ਼ਤੇਦਾਰਾਂ ਕੋਲ ਰਹੇ ਹਾਂ। ਉਹ ਅਸੀਂ ਚਾਬੀ ਲੈ ਲਈ ਅਤੇ ਇਹਦੀ ਕੋਠੀ ਉੱਥੇ ਮਹਾਦੇਵ ਰੋਡ 'ਤੇ ਸੀ, 3 ਨੰਬਰ ਕੋਠੀ ਮਹਾਦੇਵ ਰੋਡ 'ਤੇ ਸੀ। 3 ਨੰਬਰ ਕੋਠੀ 'ਚ ਮਤਲਬ ਬੰਗਲਾ ਸਾਹਿਬ ਦੇ ਲਾਗੇ, ਉੱਥੇ ਕਾਫੀ ਦਿਨ ਰਹੇ। ਉਸ ਤੋਂ ਬਾਅਦ ਫਿਰ ਅਸੀਂ ਇਹ ਸਕੀਮ ਬਣਾਈ ਵੀ ਉੱਥੇ ਕਲਕੱਤੇ ਚੱਲੀਏ ਆਪਾਂ, ਕਿਉਂਕਿ ਕਲਕੱਤੇ ਸਿੱਖਾਂ ਨੇ ਭੁੱਖ ਹੜਤਾਲ ਰੱਖੀ ਹੋਈ ਹੈ ਗਵਰਨਰ ਦੇ ਸਾਹਮਣੇ ਆਪਰੇਸ਼ਨ ਬਲੂ ਸਟਾਰ ਦੇ ਖਿਲਾਫ। ਉਹ ਫਿਰ ਅਸੀਂ ਕਿਸੇ ਤੋਂ ਪੈਸੇ ਲੈ ਕੇ ਅਤੇ ਟਿਕਟਾਂ ਲੈ ਕੇ ਅਸੀਂ ਫਿਰ ਕਲਕੱਤੇ ਪਹੁੰਚ ਗਏ ਜੁਲਾਈ ਦੇ ਐਂਡ ਤੱਕ। ਜਦੋਂ ਅਸੀਂ ਕਲਕੱਤੇ ਪਹੁੰਚ ਗਏ, ਉੱਥੇ ਤਾਂ ਬਿਲਕੁਲ ਹੀ ਸੇਫ ਸੀ, ਕਿਉਂਕਿ ਉੱਥੇ ਕਾਮਰੇਡਾਂ ਦੀ ਸਰਕਾਰ ਸੀ, ਕਾਂਗਰਸ ਦੀ ਜੇ ਸਰਕਾਰ ਸੀ, ਉੱਥੇ ਬਹੁਤ ਖਤਰਾ ਸੀ। ਅਤੇ ਉੱਥੇ ਸਾਨੂੰ ਬਿਲਕੁਲ ਟਾਈਮ ਵੀ ਮਿਲ ਗਿਆ ਅਤੇ ਬੰਦੇ ਵੀ ਚੰਗੇ ਮਿਲ ਗਏ, ਅਤੇ ਹੋਰ ਵੀ ਬੰਦੇ ਨੇ ਜਿਹੜੇ ਸਾਡੇ ਸਿਮਰਨਜੀਤ ਸਿੰਘ ਮਾਨ, ਤਿੰਦਰਪਾਲ, ਵਿਸ਼ੋਆ, ਘੁੰਮਣ, ਜੰਮੂ, ਇਹ ਸਾਰੇ ਉੱਥੇ ਆ ਗਏ। ਐਸਾ ਜਿਹਨੂੰ ਪਤਾ ਲੱਗਦਾ ਸੀ ਉੱਥੇ ਉੱਥੇ ਚਲੇ ਜਾਂਦੇ ਸੀ। ਉੱਥੇ ਫਿਰ ਅਸੀਂ ਮੀਟਿੰਗ ਕਰਕੇ ਅਤੇ ਦੁਬਾਰਾ ਫਿਰ ਰਿਵਾਈਵ ਕੀਤੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਐਡ ਹੋਕ ਕਮੇਟੀ ਬਣਾ ਕੇ ਇੱਕ ਨੂੰ ਐਡ ਹੋਕ ਕਨਵੀਨਰ ਬਣਾ ਦਿੱਤਾ। ਉਸ ਤੋਂ ਬਾਅਦ ਫਿਰ ਕੰਮ ਫਿਰ ਸ਼ੁਰੂ ਕਰਤਾ। ਮੇਰਾ ਇੱਕ ਹੋਰ ਆਖਰੀ ਸਵਾਲ ਡਾਕਟਰ ਸਾਹਿਬ ਤੁਹਾਨੂੰ, ਕਿ ਜੇ ਹੁਣ ਜਿਸ ਤਰੀਕੇ ਨਾਲ ਤੁਸੀਂ ਵੀ ਗੱਲ ਕਹੀ ਕਿ ਜੇ ਮੋਰਚਾ ਨਾਲ ਲੱਗਦਾ, ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿੰਦਾ ਹੁੰਦੇ, ਉਹ ਵਾਲਾ ਸਿੱਖ ਜਿਹੜਾ 84 ਵਿੱਚ ਹੈਗਾ ਸੀ, ਅਤੇ ਅੱਜ ਦਾ ਸਿੱਖ 'ਚ ਫਰਕ ਕੀ ਹੁੰਦਾ? ਜੇ ਸੰਤ ਜਰਨੈਲ ਸਿੰਘ ਜਿਉਂਦੇ ਹੁੰਦੇ ਤਾਂ ਫਿਰ ਸਿੱਖ ਅੱਜ ਨੂੰ ਆਜ਼ਾਦ ਹੁੰਦੇ। ਇਹ ਸਿੱਖ ਜਿਉਂਦੇ ਗੁਲਾਮ ਨਹੀਂ ਸੀ ਰਹਿ ਸਕਦੇ। ਉਹ ਤਾਂ ਸਰਕਾਰਾਂ ਵੀ ਦੇਖ ਲੈਂਦੀਆਂ ਨੇ ਵੀ ਮੂਵਮੈਂਟ ਕਿੰਨੀ ਤਗੜੀ ਚੱਲਦੀ ਹੈ, ਅਤੇ ਹੁਣ ਇਹਨੂੰ ਦੇਣਾ ਪੈਣਾ, ਹੁਣ ਐਵੇਂ ਖਹਿੜਾ ਨਹੀਂ ਛੁੱਟਣਾ। ਜਾਂ ਤਾਂ ਉਹਨੂੰ ਮਰਵਾ ਦਿੰਦੇ ਅਤੇ ਜਾਂ ਸਿੱਖਾਂ ਨੂੰ ਆਜ਼ਾਦ ਕਰ ਦਿੰਦੇ। ਜਿਹੜੇ ਮਤਲਬ ਵਾਅਦੇ ਇਹਨਾਂ ਨੇ ਕੀਤੇ ਸੀ 47 ਤੋਂ ਪਹਿਲਾਂ, ਉਹ ਵਾਅਦੇ ਇਹਨਾਂ ਨੂੰ ਪੂਰੇ ਕਰ ਦੇਣੇ। ਜੇ ਸੰਤ ਜਰਨੈਲ ਸਿੰਘ ਜਿਉਂਦਾ ਰਹਿੰਦਾ ਤਾਂ ਮਰਵਾਇਆ ਵੀ ਆਪਣਿਆਂ ਨਹੀਂ, ਇਹਨਾਂ ਨੇ ਮਰਵਾਇਆ। ਇਹ ਵੀ ਸਰਕਾਰਾਂ ਨੂੰ ਪਤਾ ਹੁੰਦਾ, ਜਿਸ ਤਰ੍ਹਾਂ ਸਿੱਖ ਰਾਜ ਪਹਿਲਾਂ ਖਤਮ ਹੋਇਆ ਸੀ, ਰਣਜੀਤ ਸਿੰਘ ਵਾਲਾ ਰਾਜ, ਉਹ ਵੀ ਇਸ ਤਰ੍ਹਾਂ ਹੀ ਖਤਮ ਹੋਇਆ ਸੀ। ਆਪਸ ਵਿੱਚ ਲੜਾ ਕੇ ਸਿੱਖਾਂ ਨੂੰ ਮਰਵਾਤਾ। ਐਡੀ ਤਗੜੀ ਫੌਜ ਸੀ ਉਦੋਂ ਮਹਾਰਾਜਾ ਰਣਜੀਤ ਸਿੰਘ ਦੀ, ਵੀ ਸਾਰੇ ਏਸ਼ੀਆ 'ਤੇ ਰਾਜ ਹੋ ਸਕਦਾ, ਸਾਰੇ ਏਸ਼ੀਆ 'ਤੇ ਇੰਨੀ ਤਗੜੀ ਰਾਜ ਸੀ, ਫੌਜ ਸੀ। ਅੰਗਰੇਜ਼ਾਂ ਨੂੰ ਤਾਂ ਹਾਰੀ ਨਹੀਂ ਫੌਜ। ਇਹ ਜਿਹੜੇ ਸਾਡੇ ਜਰਨੈਲ ਸੀ, ਉਹ ਵੀ ਜਿਹੜੇ ਜਦੋਂ ਜਰਨੈਲ ਹੀ ਗਦਾਰ ਹੋ ਜਾਣ, ਤੇਜਾ ਸਿੰਘ, ਲਾਲ ਸਿੰਘ, ਧਿਆਨ ਸਿੰਘ ਡੋਗਰਾ, ਇਹ ਮਤਲਬ ਸਾਰੇ ਜਰਨੈਲ ਸਨ, ਵੱਡੀਆਂ ਪਾਵਰਾਂ ਸੀ ਇਹਨਾਂ ਕੋਲ।
ਇਹਨਾਂ ਦੇ ਹੱਥ 'ਚ ਸਾਰੀ ਕਮਾਂਡ ਸੀ ਤੇ ਸਿੱਖਾਂ ਨੇ ਤਾਂ ਇਹਨਾਂ ਦਾ ਹੁਕਮ ਮੰਨਣਾ ਸੀ। ਇਹ ਅੰਗਰੇਜ਼ਾਂ ਨਾਲ ਰਲ ਗਏ, ਅੰਗਰੇਜ਼ਾਂ ਨਾਲ ਰਲ ਕੇ ਤੇ ਤਾਂ ਅੰਗਰੇਜ਼ਾਂ ਨੇ ਹਮਲਾ ਕੀਤਾ, ਨਹੀਂ ਤਾਂ ਅੰਗਰੇਜ਼ ਤਾਂ ਹਿੰਮਤ ਨਹੀਂ ਸੀ ਕਰ ਸਕਦੇ। ਉਹ ਜਿਸ ਤਰ੍ਹਾਂ ਉਹ ਮਤਲਬ ਸਿੱਖ ਰਾਜ ਗਿਆ ਹੈ, ਉਸ ਤਰ੍ਹਾਂ ਇਹ ਜਿਹੜਾ ਸਾਡੇ ਕੋਲ ਅਪੋਰਚੁਨਿਟੀ ਸੀ ਵੀ ਸੰਤ ਜਰਨੈਲ ਸਿੰਘ ਜਿਉਂਦਾ ਰਹਿ ਜਾਂਦਾ, ਫਿਰ ਸਾਨੂੰ ਇਹਨਾਂ ਨੇ ਜਿਹੜੇ ਵਾਅਦੇ ਕੀਤੇ 47 ਤੋਂ ਪਹਿਲਾਂ ਉਹਨਾਂ ਨੂੰ ਪੂਰੇ ਕਰਨੇ ਪੈਣੇ ਸੀ ਤੇ ਪੂਰੇ ਮਤਲਬ ਹਰ ਹਾਲਤ 'ਚ ਪੂਰੇ ਕਰਨੇ ਪੈਣੇ ਸੀ, ਫਿਰ ਤਾਂ ਉਹੀ ਹਾਰ ਹੋਣੀ ਸੀ। ਕੀ ਤੁਹਾਨੂੰ ਲੱਗਦਾ ਜੇ ਕੁਰਸੀ ਦੀ ਗੱਲ ਨਾ ਹੁੰਦੀ, ਜੇ ਤੁਸੀਂ ਗੁਰਚਰਨ ਸਿੰਘ ਟੋਡੇ ਦੀ ਗੱਲ ਕੀਤੀ ਹੈ, ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕੀਤੀ ਹੈ, ਜੇ ਇੱਥੇ ਕੁਰਸੀ ਦਾ ਮਸਲਾ ਨਾ ਹੁੰਦਾ, ਸੀਐਮ ਅਹੁਦੇ ਦਾ ਮਸਲਾ ਨਾ ਹੁੰਦਾ, ਫਿਰ ਕਿਤੇ ਨਾ ਕਿਤੇ ਜਾ ਕੇ ਫਿਰ ਵੀ ਕਿਤੇ ਸਮਝੌਤਾ ਹੋ ਸਕਦਾ ਸੀ? ਹਾਂ ਬਿਲਕੁਲ, ਜੇ ਤਿਆਗ ਦੀ ਭਾਵਨਾ ਹੋ ਜਾਵੇ ਜਿਸ ਤਰ੍ਹਾਂ ਸਿੱਖਾਂ 'ਚ ਪਹਿਲਾਂ ਸੀ, ਮਿਸਲਾਂ ਵੇਲੇ ਹਰ ਇੱਕ ਸਿੱਖ ਸੇਵਾ ਕਰਨੀ ਚਾਹੁੰਦਾ ਸੀ, ਕੋਈ ਕੁਰਸੀ ਨਹੀਂ ਸੀ ਚਾਹੁੰਦਾ, ਤਿਆਗ ਦੀ ਭਾਵਨਾ ਸੀ ਸਾਰਿਆਂ 'ਚ। ਨਵਾਬ ਕਪੂਰ ਸਿੰਘ ਨੂੰ ਧੱਕੇ ਨਾਲ ਨਵਾਬੀ ਦਿੱਤੀ ਇਹਨਾਂ ਨੇ, ਉਹ ਲੈਂਦਾ ਹੀ ਨਹੀਂ ਸੀ, ਉਹ ਕਹਿੰਦੇ ਮੈਂ ਤਾਂ ਘੋੜਿਆਂ ਦੀ ਲਿੱਦ ਸੁੱਟਣੀ ਹੈ। ਜੇ ਉਸ ਤਰ੍ਹਾਂ ਦੀ ਭਾਵਨਾ ਹੋ ਜਾਵੇ ਫਿਰ ਤਾਂ ਸਿੱਖੀ ਵਾਲੀ ਭਾਵਨਾ ਹੈ, ਅਤੇ ਜਿਹੜੀ ਇਹਨਾਂ 'ਚ ਹੁਣ ਭਾਵਨਾ ਇਹਦੇ ਸਿੱਖੀ ਵਾਲੀ ਭਾਵਨਾ ਨਹੀਂ ਹੈਗੀ, ਇਹ ਤਾਂ ਮਲੇਛਾਂ ਵਾਲੀ ਭਾਵਨਾ ਹੈ ਵੀ ਅਸੀਂ ਕਿਸ ਤਰ੍ਹਾਂ ਮਤਲਬ ਠਿੱਬੀ ਕਿਸ ਤਰ੍ਹਾਂ ਲਾਉਣੀ, ਇੱਕ ਦੂਜੇ ਨੂੰ ਠਿੱਬੀ ਕਿਸ ਤਰ੍ਹਾਂ ਲਾਉਣੀ ਹੈ ਅਤੇ ਕੁਰਸੀ ਦੇ ਲਾ ਕੇ ਕਿਵੇਂ ਪਹੁੰਚਣਾ। ਅਤੇ ਕੁਰਸੀ ਹੈ ਕੀ, ਇਹ ਕੁਛ ਵੀ ਨਹੀਂ, ਇਹਨਾਂ ਦੇ ਕੋਲ ਕੋਈ ਪਾਵਰ ਨਹੀਂ, ਲੈਣਾ ਨਹੀਂ ਦੇਣਾ ਨਹੀਂ। ਜਿਸ ਤਰ੍ਹਾਂ ਹੁਣ ਉਹ ਅਮਰਿੰਦਰ ਸਿੰਘ ਨੂੰ ਸੈਂਟਰ ਕਹਿੰਦਾ ਉਹ ਮੰਨੀ ਜਾਂਦਾ, ਜਿਸ ਤਰ੍ਹਾਂ ਬਾਦਲ ਨੂੰ ਕਹਿੰਦੇ ਸੀ ਬੀਜੇਪੀ ਵਾਲੀ ਉਹ ਮੰਨੀ ਜਾਂਦਾ ਸੀ। ਦਿਸ ਇਜ਼ ਨੋਟ ਪਾਵਰ, ਇਹ ਪਾਵਰ ਤਾਂ ਹੈ ਨਹੀਂ, ਇਹ ਤਾਂ ਭੁਲੇਖਾ ਜਿਹਾ ਇਹਨਾਂ ਨੂੰ ਵੀ ਸਾਡੇ ਕੋਲ ਪਾਵਰ ਹੈ ਜਾਂ ਅਸੀਂ ਚੀਫ ਮਿਨਿਸਟਰ ਹਾਂ। ਅਸਲੀ ਪਾਵਰ ਹੈ ਜਿਹੜੀ ਉਹ ਤਾਂ ਮਤਲਬ ਸਿੱਖ ਰਾਜ ਹੈ, ਜਿਹੜਾ ਸਿੱਖ ਰਾਜ ਪਹਿਲਾਂ ਸਾਡੇ ਕੋਲ ਰਿਹਾ। ਜੇ ਕੋਈ ਉਸ ਤਰ੍ਹਾਂ ਦੀ ਗੱਲ ਬਣਦੀ ਤਾਂ ਫਿਰ ਤਾਂ ਠੀਕ ਹੈ, ਅਤੇ ਜੇ ਇਸ ਤਰ੍ਹਾਂ ਤਾਂ ਇਹ ਤਾਂ ਗੁਲਾਮੀ ਵਾਲੀ ਗੱਲ ਹੀ, ਇਹਦੇ 'ਚ ਕੋਈ ਰਾਜ ਰੂਜ ਵਾਲੀ ਲੈਣ ਵਾਲੀ ਜਾਂ ਕੋਈ ਗੱਲ ਨਹੀਂ ਹੈਗੀ। ਜਿਹੜੇ ਅੱਜ ਵੀ ਹੁਣ ਆਪਾਂ ਦੇਖਦੇ ਹਾਂ ਕਿ ਕਈ ਬੋਲਦੇ ਨੇ ਕਿ ਉਹ ਆਤੰਕਵਾਦੀ ਸੀ, ਜਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਉਹਨਾਂ ਨੂੰ ਆਤੰਕਵਾਦੀ ਹੁਣ ਵੀ ਕਈ ਲੋਕ ਕਹਿੰਦੇ ਨੇ। ਇਸ ਵਿੱਚ ਕਿਤੇ ਨਾ ਕਿਤੇ ਟਕਰਾਅ ਵੀ ਆਪਾਂ ਦੇਖਣ ਨੂੰ ਮਿਲਿਆ, ਫਿਰ ਇਹ ਕਹਿਣਾ ਸਹੀ ਹੈ? ਆਤੰਕਵਾਦੀ ਹੈ ਹੀ ਨਹੀਂ ਸੀ ਉਹ ਤਾਂ ਆਪਦੇ ਹੱਕਾਂ ਵਾਸਤੇ ਡਿਮਾਂਡ ਕਰਦਾ ਸੀ ਵੀ ਸਾਡੇ ਹੱਕ ਨੇ ਜਿਹੜੇ ਉਹ ਸਾਨੂੰ ਦੇਣੇ ਚਾਹੀਦੇ, ਸਾਡੇ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਅਤੇ ਉਹਦੇ ਵਿੱਚ ਜੇ ਮਤਲਬ ਜੇ ਕੁਛ ਇਹ ਵੀ ਇੱਕ ਮਤਲਬ ਲਾ ਹੀ ਹੈ ਵੀ ਜੇ ਤੁਹਾਨੂੰ ਨਿਆਂ ਨਹੀਂ ਨਾ ਮਿਲਦਾ, ਜੇ ਤੁਹਾਨੂੰ ਜਸਟਿਸ ਨਹੀਂ ਮਿਲਦਾ, ਅਤੇ ਫਿਰ ਤੁਹਾਨੂੰ ਮੋਡਰੇਸ਼ਨ ਦੀ ਲੋੜ ਨਹੀਂ, ਫਿਰ ਤੁਹਾਨੂੰ ਆਪਦਾ ਨਿਆਂ ਲੈਣ ਵਾਸਤੇ ਫਿਰ ਤੁਹਾਨੂੰ ਐਕਸਟਰੀਮਿਜ਼ਮ ਜਾਣਾ ਪੈਣਾ। ਐਕਸਟਰੀਮਿਜ਼ਮ ਉਦੋਂ ਫਿਰ ਐਕਸਟਰੀਮਿਜ਼ਮ ਜਿਹੜਾ ਉਹ ਕੋਈ ਮਾੜੀ ਗੱਲ ਨਹੀਂ, ਜੇ ਤੁਹਾਨੂੰ ਨਿਆਂ ਨਹੀਂ ਮਿਲਦਾ ਅਤੇ ਫਿਰ ਤੁਸੀਂ ਮੋਡਰੇਸ਼ਨ ਛੱਡ ਦਿਓ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਚੁਕਾਰਾ ਹਮਾਰੇ ਇੱਥੇ ਦਰਗਾਹ ਹਾਲਾਤ ਪੁਰਦਨ ਸ਼ਮਸ਼ੀ ਉਦਾਸ, ਉਹ ਗੱਲ ਸੀ। ਹੋਰ ਉਹਨਾਂ ਦੇ ਦਿਮਾਗ 'ਚ ਕੋਈ ਕਿਸੇ ਨਾਲ ਵੈਰ ਨਹੀਂ ਸੀ, ਕੋਈ ਵੈਰ ਭਾਵਨਾ ਨਹੀਂ ਸੀ। ਜਿਹੜਾ ਸਰਕਾਰ ਨੇ ਜਿਸ ਤਰ੍ਹਾਂ ਉਦੋਂ ਔਰੰਗਜ਼ੇਬ ਦੇ ਵੇਲੇ ਮਹਾਰਾਜ ਨੇ ਤੇਗ ਚੱਕੀ ਅਤੇ ਲੜੀਆਂ, ਉਹੀ ਮਤਲਬ ਸਪਿਰਿਟ, ਉਹੀ ਸਪਿਰਿਟ ਇੱਥੇ ਸੀ। ਕੋਈ ਗੱਲ ਨਹੀਂ ਸੀ ਹੈਗੀ ਇਸ ਤਰ੍ਹਾਂ ਦੀ। ਉਹਨਾਂ ਨੂੰ ਹੁਣ ਜੇ ਮਹਾਰਾਜ ਨੂੰ ਕੋਈ ਕਹੀ ਜਾਵੇ ਉਹ ਐਂਟੀ ਇਸਲਾਮ ਸਨ ਜਾਂ ਐਂਟੀ ਮੁਸਲਮਾਨ ਸਨ, ਉਹ ਕਿਵੇਂ ਹੋ ਸਕਦਾ? ਮੁਸਲਮਾਨਾਂ ਨੇ ਤਾਂ ਉਹਨਾਂ ਨੂੰ ਕੱਢਿਆ ਜਦੋਂ ਉਹ ਮਾਛੀਵਾੜੇ ਤੋਂ ਅੱਗੇ ਗਏ ਨੇ। ਮੁਸਲਮਾਨ ਤਾਂ ਉਹਨਾਂ ਦੇ ਚੇਲੇ ਸਨ ਬਹੁਤ ਜ਼ਿਆਦਾ, ਇਹਨਾਂ ਦੇ ਵੀ ਹਿੰਦੂ ਚੇਲੇ ਸਨ ਬਹੁਤ ਜ਼ਿਆਦਾ ਵੱਡੇ। ਇਹ ਤਾਂ ਸਰਕਾਰਾਂ ਦੀਆਂ ਮਤਲਬ ਹੁੰਦੀਆਂ ਨੇ, ਸਾਜ਼ਿਸ਼ਾਂ ਹੁੰਦੀਆਂ ਨੇ, ਪ੍ਰੋਪੇਗੈਂਡਾ ਹੁੰਦਾ, ਜਿਸ ਤਰ੍ਹਾਂ ਮਰਜ਼ੀ ਪ੍ਰੋਪੇਗੈਂਡਾ ਕਰੀ ਜੋ ਆਮ ਲੋਕ ਜਿਹੜੇ ਮੰਨ ਲੈਂਦੇ ਨੇ। ਜਿਹੜੇ ਪੜ੍ਹੇ ਲਿਖੇ ਹੁੰਦੇ ਆ, ਸਿਆਣੇ ਬੰਦੇ ਹੁੰਦੇ ਆ, ਉਹ ਤਹਿ ਤੱਕ ਪਹੁੰਚਦੇ, ਉਹ ਤਹਿ ਤੱਕ ਪਹੁੰਚ ਕੇ ਫਿਰ ਅੱਗੇ ਉਸ ਗੱਲ ਨੂੰ ਲੈ ਕੇ ਕਿਸ ਤਰ੍ਹਾਂ ਚੱਲਣਾ ਉਹ ਸਟ੍ਰੈਟਜੀ ਬਣਾਉਂਦੇ, ਉਸ ਦੇ ਹਿਸਾਬ ਨਾਲ ਚੱਲਦੇ। ਜੀ ਤੁਸੀਂ ਸਾਰਾ ਸੁਣੀ ਹੈ ਡਾਕਟਰ ਭਗਵਾਨ ਸਿੰਘ ਦਾ। ਇਹੋ ਸ਼ਖਸ ਸਨ ਜਿਨ੍ਹਾਂ ਨੇ ਜਦੋਂ ਮੋਰਚਾ ਲੱਗਦਾ 1984 ਦੇ ਵਿੱਚ, ਮੋਰਚੇ ਦੇ ਵਿੱਚ ਹੀ ਸਨ ਜਿਸ ਤਰੀਕੇ ਨਾਲ 6 ਜੂਨ ਨੂੰ ਭਾਰਤੀ ਫੌਜਾਂ ਵੱਲੋਂ ਅਕਾਲ ਤਖਤ ਉੱਤੇ ਹਮਲਾ ਕੀਤਾ ਜਾਂਦਾ ਤਾਂ ਇਸ ਮੋਰਚੇ ਵਿੱਚ ਸ਼ਾਮਲ ਸਨ। ਉਸ ਤੋਂ ਬਾਅਦ ਮੋਰਚੇ ਦੇ ਜਦੋਂ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸ਼ਹੀਦ ਹੋ ਜਾਂਦੇ ਨੇ ਅਤੇ ਫਿਰ ਜਿਸ ਤਰੀਕੇ ਨਾਲ ਸਿੱਖ ਬਾਹਰ ਨਿਕਲਦੇ ਨੇ, ਉਸੇ ਤਰ੍ਹਾਂ ਹੀ ਇਹ ਬਾਹਰ ਆਉਂਦੇ ਨੇ। ਤਾਂ ਇੱਥੇ ਇੱਕ ਨਾ ਇੱਕ ਸਵਾਲ ਛੱਡ ਗਿਆ ਕਿ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਸੀ? ਜਿਵੇਂ ਇਹਨਾਂ ਨੇ ਵੀ ਜ਼ਿਕਰ ਕੀਤਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿ ਰਹੇ ਸਨ ਕਿ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈਗਾ ਜੋ ਪਾਸ ਹੋ ਜਾਂਦਾ, ਜੇ ਇੰਦਰਾ ਗਾਂਧੀ ਅਨੰਦਪੁਰ ਸਾਹਿਬ ਦਾ ਮਤਾ ਮੰਨ ਜਾਂਦੇ ਨੇ ਤਾਂ ਇਸ ਉੱਪਰ ਵਿਚਾਰ ਕੀਤੀ ਜਾ ਸਕਦੀ ਹੈ। ਹੋ ਸਕਦਾ ਸੀ ਕਿਤੇ ਨਾ ਕਿਤੇ ਇਸ ਜੋ ਕਿ ਅਕਾਲ ਤਖਤ ਤੇ ਅਟੈਕ ਹੋਇਆ ਇਸ ਨੂੰ ਰੋਕਿਆ ਜਾ ਸਕਦਾ ਸੀ, ਪਰ ਕੁਝ ਲੀਡਰ ਜਿਹੜੇ ਹੈਗੇ ਨੇ ਉਹ ਇਹ ਨਹੀਂ ਚਾਹੁੰਦੇ ਸਨ। ਜਿਵੇਂ ਇਹਨਾਂ ਨੇ ਕਿਹਾ ਕਿ ਕਈ ਇਹੋ ਜਿਹੀਆਂ ਪਾਰਟੀਆਂ ਵੀ ਹੈਗੀਆਂ ਸੀ, ਸਿਆਸਤ ਵੀ ਖੇਡੀ ਗਈ ਅਤੇ ਸਿਆਸਤ ਖੇਡਣ ਦੇ ਨਾਲ ਹੀ ਜਿਹੜਾ ਹੈ ਉਹ ਸਾਰਾ ਇਸ ਚੀਜ਼ ਨੂੰ ਪਲਾਨ ਕੀਤਾ ਗਿਆ। ਪਰ ਹੁਣ 36 ਸਾਲ ਹੋ ਚੁੱਕੇ ਨੇ, 36 ਸਾਲ ਪੂਰੇ ਹੋਣ ਦੇ ਬਾਵਜੂਦ ਕਿਤੇ ਨਾ ਕਿਤੇ ਹੱਲੇ ਵੀ ਇਨਸਾਫ ਅਧੂਰਾ ਹੈ। ਜਿਹੜੇ 84 ਦੇ ਵਿੱਚ ਉੱਥੇ ਦੰਗੇ ਹੋਏ ਸੀ, ਕਈ ਸਿੱਖਾਂ ਨੂੰ ਹੁਣ ਤੱਕ ਇਨਸਾਫ ਵੀ ਨਹੀਂ ਮਿਲਿਆ। ਉਹ ਦੂਸਰੇ ਪਾਸੇ ਜਿਵੇਂ ਇਹਨਾਂ ਨੇ ਕਿਹਾ ਕਿ ਕੋਈ ਪੰਜਾਬ ਦੀ ਹਮਾਇਤ ਦੀ ਗੱਲ ਕਰਦਾ ਦਿੱਲੀ ਵਿੱਚ ਜਾ ਕੇ, ਉੱਥੇ ਕਿਤੇ ਨਾ ਕਿਤੇ ਅੜਚਨ ਪਾਉਂਦੇ ਨੇ ਕਿ ਪੰਜਾਬ ਦੀ ਹਮਾਇਤ ਵਿੱਚ ਅਸੀਂ ਖੜੇ ਨਹੀਂ ਹੋਣਾ। ਕੀ ਸਿੱਖਾਂ ਨੂੰ ਅੱਗੇ ਜਾ ਕੇ ਇਨਸਾਫ ਮਿਲੇਗਾ? ਕੀ ਸਿੱਖਾਂ ਦਾ ਕੋਈ ਨੁਮਾਇੰਦਾ ਜਾਂ ਕੋਈ ਲੀਡਰ ਇਹੋ ਜਿਹਾ ਆਏਗਾ ਜੋ ਸਿੱਖਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕਰ ਲਵੇ, ਪਰ ਸ਼ਰਤ ਕਿ ਉਸ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ। ਫਿਰ ਕਿਤੇ ਨਾ ਕਿਤੇ ਜਾ ਕੇ ਸਿੱਖ ਆਪਣਾ ਅੱਗੇ ਜਿਹੜਾ ਇਨਸਾਫ ਲੈ ਸਕਣਗੇ। ਜਿਹੜੇ ਸਿੱਖ ਜੇਲ੍ਹਾਂ ਵਿੱਚ ਬੰਦ ਨੇ ਜਾਂ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਉਹਨਾਂ ਨੂੰ ਵੀ ਇਨਸਾਫ ਮਿਲੇਗਾ। ਪਰ ਕਿਤੇ ਨਾ ਕਿਤੇ ਇੱਕ ਸਿੱਖ ਨੂੰ ਇੱਥੇ ਇੱਕ ਲੀਡਰ ਦੀ ਲੋੜ ਹੈ, ਇੱਕ ਉਸ ਲੀਡਰ ਦੀ ਲੋੜ ਹੈ ਜੋ ਕਿ ਸਿੱਖਾਂ ਬਾਰੇ ਸੋਚੇ, ਨਾ ਕਿ ਰਾਜਨੀਤੀ ਲੋਕਾਂ ਦੀ ਬਾਂਹ ਫੜੇ, ਰਾਜਨੀਤੀ ਕਹਿਣ 'ਤੇ ਚੱਲੇ।